आवाज़ ठीक है इन्नी कुछ बोलो स्टार्ट। नगारा टीवी देखने वाले सारे दर्शकों ਨੂੰ कमलजीत ਵੱਲੋਂ प्यार भरी सत श्री अकाल। दोस्तों, नगारा टीवी हक ते सच दी आवाज़ बन के सही सच्ची ते पुख्ता जानकारी ਤੁਹਾਡੇ तक पहुँचाने ਦੇ ਲਈ वचनबद्ध है। नगारा टीवी ਨੂੰ ਤੁਸੀਂ फेसबुक, यूट्यूब ਅਤੇ IPTV ਦੇ ਵੱਖ-ਵੱਖ ਚੈਨਲ ਤੇ 846 ਨੰਬਰ, 892, 1004 ਅਤੇ 88 ਕੁਝ ਨੰਬਰਾਂ ਦੇ ਉੱਪਰ ਲਾਈਵ ਦੇਖ ਸਕਦੇ ਹੋ। ਨਗਾਰਾ ਟੀਵੀ ਦੇ ਵਿੱਚ ਪ੍ਰੋਗਰਾਮ ਕੁਝ ਮਿੱਠੀਆਂ ਤੇ ਕੁਝ ਤਿੱਖੀਆਂ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਪਰ, ਵੱਖ-ਵੱਖ ਮਸਲਿਆਂ ਦੇ ਉੱਪਰ ਭਖਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ। ਭਖਵੀਂ ਮੁੱਦਿਆਂ ਦੇ ਉੱਪਰ ਭਖਵੀਂ ਵਿਚਾਰ ਚਰਚਾ ਤੁਹਾਡੇ ਨਾਲ ਕੀਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਕੁਝ ਸ਼ਖਸੀਅਤਾਂ, ਨਾਮਵਰ ਸ਼ਖਸੀਅਤਾਂ ਜਿਨ੍ਹਾਂ ਨੇ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਕੁਝ ਵੱਖ ਕੀਤਾ ਹੁੰਦਾ ਹੈ, ਕੁਝ ਨਵਾਂ ਕੀਤਾ ਹੁੰਦਾ ਹੈ, ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਇਆ ਜਾਂਦਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਰੁਪਿੰਦਰ ਕੌਰ ਰੰਧਾਵਾ, ਜਿਹੜੇ ਕਿ BC ਟ੍ਰਾਂਜ਼ਿਟ ਦੇ ਵਿੱਚ ਐਬਸਪੋਰਟ ਸਿਟੀ ਦੇ ਵਿੱਚ ਬੱਸ ਡਰਾਈਵਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਰੁਪਿੰਦਰ, ਤੁਹਾਡਾ ਪ੍ਰੋਗਰਾਮ ਵਿੱਚ ਆਉਣ ਤੇ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ। ਥੈਂਕ ਯੂ, ਧੰਨਵਾਦ। ਤੁਸੀਂ ਮੈਨੂੰ ਮੌਕਾ ਦਿੱਤਾ ਦਰਸ਼ਕਾਂ ਦੇ ਰੂਬਰੂ ਹੋਣ ਦਾ। ਮੇਰੇ ਵੱਲੋਂ ਨਗਾਰਾ ਟੀਵੀ ਦੇ ਸਾਰੇ ਦੇਖਣ ਤੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਜਿਹੜਾ ਸਮਾਂ ਚੱਲ ਰਿਹਾ, ਇਸ ਸਮੇਂ ਦੇ ਵਿੱਚ 21ਵੀਂ ਸਦੀ ਦੇ ਵਿੱਚ ਅਸੀਂ ਜਿਉ ਰਹੇ ਹਾਂ। ਔਰਤ ਲਗਭਗ ਹਰ ਖੇਤਰ ਦੇ ਵਿੱਚ ਮਰਦ ਦੇ ਮੋਢੇ ਦੇ ਨਾਲ ਮੋਢਾ ਮਿਲਾ ਕੇ ਚੱਲ ਰਹੀ ਹੈ, ਅੱਗੇ ਵੱਧ ਰਹੀ ਹੈ। ਪਰ ਫਿਰ ਵੀ ਕੁਝ ਕਿੱਤੇ ਅਜਿਹੇ ਨੇ, ਕੁਝ ਖੇਤਰ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਅਜੇ ਵੀ ਅਸੀਂ ਕਹਿ ਸਕਦੇ ਹਾਂ ਕਿ ਮਰਦਾਂ ਦੀ ਪ੍ਰਧਾਨਤਾ ਹੈਗੀ ਆ। ਭਾਵੇਂ ਪੱਛਮੀ ਦੇਸ਼ਾਂ ਦੇ ਵਿੱਚ ਨਹੀਂ ਜਾਂ ਕੁਝ ਵਿਕਸਿਤ ਦੇਸ਼ਾਂ ਦੇ ਵਿੱਚ ਅਜਿਹਾ ਨਹੀਂ ਮਿਲਦਾ, ਪਰ ਅਸੀਂ ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਹਾਂ, ਭਾਰਤ ਦੇ ਨਾਲ ਸੰਬੰਧਿਤ ਹਾਂ, ਇਹਨਾਂ ਸਾਡੇ ਖੇਤਰਾਂ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਅਜੇ ਵੀ ਕੁਝ ਕਿੱਤੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਮਰਦਾਂ ਦੀ ਪ੍ਰਧਾਨਤਾ ਤੇ ਜਿਨ੍ਹਾਂ ਦੇ ਵਿੱਚੋਂ ਬੱਸ ਡਰਾਈਵਿੰਗ ਦਾ ਜਿਹੜਾ ਕਿੱਤਾ ਉਹ ਅਸੀਂ ਉਹਨੂੰ ਕਹਿ ਸਕਦੇ ਹਾਂ, ਇਹਦੇ ਵਿੱਚ ਅਜੇ ਵੀ ਔਰਤਾਂ ਦੀ ਗਿਣਤੀ ਬਹੁਤੀ ਜ਼ਿਆਦਾ ਨਹੀਂ ਹੈਗੀ। ਪੰਜਾਬੀ ਸਮਾਜ ਦੇ ਵਿੱਚੋਂ ਐਬਸਪੋਰਟ ਦੇ ਵਿੱਚ ਰੁਪਿੰਦਰ, ਮੇਰਾ ਖਿਆਲ ਤੁਸੀਂ ਪਹਿਲੀ ਪੰਜਾਬਣ ਸੀ ਜਿਨ੍ਹਾਂ ਨੇ ਐਬਸਪੋਰਟ ਸਿਟੀ ਦੇ ਵਿੱਚ ਇੱਕ ਬੱਸ ਡਰਾਈਵਰ ਦੇ ਵਜੋਂ ਕਿੱਤਾ ਇਹ ਆਪਣਾ ਸ਼ੁਰੂ ਕੀਤਾ ਸੀ। ਤੇ ਤੁਸੀਂ ਆਪਣੇ ਬਾਰੇ ਦੱਸੋਗੇ ਕਿ ਕੀ ਤੁਹਾਡਾ ਪਿਛੋਕੜ ਹੈ? ਸੰਖੇਪ ਜਿਹੇ ਦੇ ਵਿੱਚ ਆਪਣਾ ਪਿਛੋਕੜ ਵੀ ਦੱਸਿਓ ਤੇ ਫਿਰ ਦੱਸਿਓ ਕਿ ਕਦੋਂ ਤੁਸੀਂ ਬੱਸ ਡਰਾਈਵਰ ਦੇ ਤੌਰ ਤੇ ਐਬਸਪੋਰਟ ਦੇ ਵਿੱਚ ਆਪਣੀ ਸਰਵਿਸ ਜੁਆਇਨ ਕੀਤੀ। ਠੀਕ ਹੈ, ਮੈਂ ਲੁਧਿਆਣਾ ਜ਼ਿਲ੍ਹੇ ਦੇ ਨਾਲ ਪਿੰਡ ਤਾਜਪੁਰ ਨਾਲ ਸੰਬੰਧ ਰੱਖਦੇ ਹਾਂ ਤੇ ਅਭੀ ਮੁੱਢਲੀ ਐਜੂਕੇਸ਼ਨ ਪਿੰਡ ਤੋਂ ਹੀ ਪ੍ਰਾਪਤ ਕੀਤੀ। ਫਿਰ ਰਾਏਕੋਟ ਸਕੂਲ ਦੇ ਵਿੱਚੋਂ ਗ੍ਰੇਡ 9-10 ਕੀਤੀ। ਫਿਰ ਕਾਲਜ ਰਾਏਕੋਟ ਗੰਗਾਗਿਰੀ ਕਾਲਜ ਤੋਂ ਆਪਣੀ ਬੈਚਲਰ ਕੀਤੀ। ਮਾਸਟਰਸ ਲੁਧਿਆਣਾ ਗਵਰਨਮੈਂਟ ਕਾਲਜ, ਖਾਲਸਾ ਕਾਲਜ ਤੋਂ ਪੋਲੀਟੀਕਲ ਸਾਇੰਸ ਦੀ ਮਾਸਟਰਸ ਕੀਤੀ। ਸਾਰੀਆਂ ਡਿਗਰੀਆਂ ਇੱਥੋਂ ਕਰਕੇ ਆਏ। ਹਾਂਜੀ, 97 ਦੇ ਵਿੱਚ ਅਸੀਂ ਇੱਥੇ ਐਬਸਪੋਰਟ ਦੇ ਵਿੱਚ ਆਏ। ਬਹੁਤ ਪਾਪੜ ਵੇਲੇ ਬਾਕੀ ਸਾਰਿਆਂ ਨੇ ਕੀਤਾ ਹੋਊਗਾ, ਜਿਵੇਂ ਬਹੁਤ ਸਾਰੇ ਕਰਨੀ ਪੈਂਦੀ, ਸਾਰਿਆਂ ਨੂੰ ਸ਼ੁਰੂ ਐਸਟੈਬਲਿਸ਼ ਹੋਣੀ, ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ। ਬਿਲਕੁਲ, ਦੂਸਰੇ ਦੇਸ਼ ਦੇ ਵਿੱਚ ਆ ਕੇ ਭਾਵੇਂ ਤੁਸੀਂ ਆਪਣੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਤੁਸੀਂ ਆਪਣੀ ਹਾਇਰ ਐਜੂਕੇਸ਼ਨ ਵੀ ਲੈ ਚੁੱਕੇ ਹੁੰਦੇ ਹੋ, ਪਰ ਜਦੋਂ ਕੈਨੇਡਾ ਦੇ ਵਿੱਚ ਆਉਂਦੇ ਹੋ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਜਾਂਦੇ ਹੋ ਤਾਂ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ, ਗਰਾਊਂਡ ਲੈਵਲ ਤੋਂ ਤੁਹਾਨੂੰ ਸਟਾਰਟ ਕਰਨਾ ਪੈਂਦਾ। ਤੇ ਬਹੁਤ ਸਾਰੀਆਂ ਪਹਿਲਾਂ ਥੋੜਾ ਜਿਹਾ ਇਹ ਵੀ ਲੱਗਿਆ ਵੀ ਕਿਉਂਕਿ ਸਾਡੀ ਐਜੂਕੇਸ਼ਨ ਉੱਥੇ ਬੜੇ ਹੋਰ ਤਰ੍ਹਾਂ ਦੇ ਸੁਪਨੇ ਸੀ, ਕਾਲਜ ਦੀ ਲਾਈਫ, ਯੂਨੀਵਰਸਿਟੀਆਂ ਦੀ ਲਾਈਫ ਚੋਂ ਨਿਕਲ ਕੇ ਆ ਕੇ ਇੱਥੇ ਬਿਲਕੁਲ ਥੱਲੇ ਦੇ ਇੱਥੇ ਐਂ ਲੱਗਿਆ ਵੀ ਅਸੀਂ ਜ਼ੀਰੋ ਹੀ ਹੋ ਗਏ। ਬੜਾ ਉਹ ਟਾਈਮ ਬੜਾ ਔਖਾ ਸੀ, ਪਰ ਉਹ ਕੱਢਿਆ ਕਿਸੇ ਨਾਲ। ਸਾਰੇ ਕਈ ਵਾਰੀ ਲੋਕਾਂ ਤੋਂ ਵੀ ਸੁਣਨ ਨੂੰ ਮਿਲਣਾ, ਤੂੰ ਇੰਨੀ ਪੜ੍ਹਾਈ ਉੱਥੇ ਕਰਕੇ ਆਈ ਨੇ, ਇੱਥੇ ਤੇਰੇ ਕਿਸੇ ਕੰਮ ਨਹੀਂ, ਪਰ ਆਪਦੇ ਆਪਣੀ ਹਿੰਮਤ ਨਹੀਂ ਹਾਰੀ। ਤੇ ਜਦੋਂ ਤੁਸੀਂ ਇੱਥੇ ਆਏ ਹੋ ਵਿਆਹ ਤੋਂ ਬਾਅਦ, ਵਿਆਹ ਕਰਵਾ ਕੇ ਆਏ ਤੁਸੀਂ ਕੈਨੇਡਾ? ਨਹੀਂ, ਫੈਮਿਲੀ ਦੇ ਨਾਲ ਆਏ ਸੀਗੇ। ਤੇ ਜਦੋਂ ਤੁਸੀਂ ਇੱਥੇ ਆ ਕੇ ਪੜ੍ਹਾਈ ਨਹੀਂ ਕੀਤੀ ਪਹਿਲਾਂ ਆ ਕੇ, ਕਿਉਂਕਿ ਤੁਹਾਡੀ ਪੜ੍ਹਾਈ ਪਹਿਲਾਂ ਕੀਤੀ ਹੋਈ ਸੀ ਉੱਥੋਂ ਹੀ, ਤੇ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਜਿਵੇਂ ਆਪਾਂ ਸਰਵਾਈਵਲ ਇੱਕ ਜੌਬ ਲੱਭਦੇ ਹਾਂ, ਤੇ ਸਭ ਤੋਂ ਪਹਿਲਾਂ ਇਹੀ ਸੋਚਿਆ ਸੀਗਾ ਕਿ ਬੱਸ ਡਰਾਈਵਰ ਬਣਨਾ, ਜਾਂ ਇਸ ਤੋਂ ਪਹਿਲਾਂ ਤੁਸੀਂ ਕੁਝ ਹੋਰ ਵੀ ਪ੍ਰੋਫੈਸ਼ਨਸ ਦੇ ਵਿੱਚ ਤੁਸੀਂ ਟਰਾਈ ਕੀਤਾ ਸੀ? ਨਹੀਂ, ਬਹੁਤ ਛੋਟੇ ਬਹੁਤ ਕੰਮ ਕੀਤੇ। ਸਕੂਲ ਦੇ ਗ੍ਰੈਜੂਏਸ਼ਨ ਦੇ ਉਹਦੇ 'ਚ ਪਾਰਟ ਟਾਈਮ ਕਲਾਸਿਸ ਮਿਲ ਗਈਆਂ ਸੀਗੀਆਂ ਤੇ ਉਹ ਇੱਥੋਂ ਦੀ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਮਿਲਣ ਵਾਸਤੇ, ਤੇ ਉਹਦੇ ਨਾਲ ਫਿਰ ਪਾਰਟ ਟਾਈਮ ਤੇ ਬਹੁਤ ਕੰਮ ਕੀਤੇ ਛੋਟੇ ਜਿਹੇ। ਉਦੋਂ ਇੰਨੇ ਕੰਮ ਮਿਲਦੇ ਹੀ ਨਹੀਂ ਸੀ, ਬਹੁਤ ਘੱਟ ਮਿਲਦੇ। ਜਿਹਨੂੰ ਆਵਰਲੀ ਘੰਟਿਆਂ ਤੇ ਕੰਮ ਮਿਲ ਜਾਂਦਾ ਸੀ ਉਹ ਸਮਝਿਆ ਜਾਂਦਾ ਸੀ ਬਹੁਤ ਕਿਸਮਤ ਵਾਲਾ। 20 ਸਾਲ ਪਹਿਲਾਂ ਦੀ ਗੱਲ ਹੈ? ਹਾਂਜੀ, 20 ਸਾਲ ਪਹਿਲਾਂ ਦੀ, 20 ਤੋਂ 25 ਸਾਲ ਪਹਿਲਾਂ ਦੀ ਗੱਲ ਹੈ। ਠੀਕ ਹੈ। ਤੇ ਉਹ ਬੜਾ ਜਿਹੜਾ ਵੀ ਮਿਲਣਾ, ਪੀਸ ਵਰਕ ਵੀ ਕੀਤਾ, ਫਾਰਮਾਂ 'ਚ ਵੀ ਕੀਤਾ, ਬਹੁਤ ਕੰਮ ਕੀਤਾ ਸਾਰਿਆਂ ਤੋਂ। ਇਹ ਮੇਨ ਇੱਧਰ ਨੂੰ ਤਾਂ ਸੋਚਿਆ ਵੀ ਨਹੀਂ ਸੀਗਾ ਅਸਲ 'ਚ। ਆਫਟਰ ਮੈਰਿਜ ਇਹ ਮੇਰੇ ਹਸਬੈਂਡ ਦਾ ਡ੍ਰੀਮ ਸੀਗਾ ਐਕਚੁਅਲੀ। ਠੀਕ ਹੈ। ਤੇ ਉਹ ਕਹਿੰਦੇ ਵੀ ਮੈਂ ਤੈਨੂੰ ਬਰਾਬਰ ਰੱਖਣਾ, ਤੇ ਜਿਹੜਾ ਮੈਨੂੰ ਮਾਣ ਮਹਿਸੂਸ ਹੋਇਆ ਵੀ ਹਾਂ
ਮੋਸਟਲੀ ਆਪਣੀ ਪੰਜਾਬੀ ਕਮਿਊਨਿਟੀ 'ਚ ਸਾਰੇ ਤਾਂ ਨਹੀਂ ਇੱਕੋ ਜਿਹੇ ਹੁੰਦੇ, ਪਰ ਫਿਰ ਵੀ ਮੋਸਟਲੀ ਜੇ ਆਪਾਂ ਕਹੀ ਜਾਈਏ ਇਹ ਕਹਿੰਦੇ ਵੀ ਆਪਾਂ ਇੱਕ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਦੀ ਹਿੰਮਤ ਨਹੀਂ ਕਰਦੇ। ਬਿਲਕੁਲ ਬਿਲਕੁਲ। ਪੰਜਾਬ ਦੇ ਪੰਜਾਬੀ ਅਸੀਂ ਕਹਿਣ ਨੂੰ ਤਾਂ ਥੋੜੀ ਜਿਹੀ ਗੱਲ ਤਿੱਖੀ ਵੀ ਆ, ਇਹ ਕਹਿਣ ਨੂੰ ਅਸੀਂ ਗੱਲਾਂ ਕਰਨ ਨੂੰ ਬਹੁਤ ਸ਼ੇਰ ਆ, ਤੇ ਪਰ ਜਿਹੜਾ ਇਹ ਹੈਗਾ ਸਾਡੇ ਭਾਵੇਂ ਗੁਰੂਆਂ ਪੀਰਾਂ ਨੇ ਸਾਨੂੰ ਇਹ ਚੀਜ਼ ਸਿਖਾਈ ਆ, ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ ਦੇ ਵਿੱਚ ਆਵਾਜ਼ ਉਠਾਈ, ਪਰ ਫਿਰ ਵੀ ਜੇ ਜ਼ਮੀਨੀ ਪੱਧਰ ਦੇ ਉੱਤੇ ਦੇਖੀਏ ਤਾਂ ਔਰਤ ਨੂੰ ਅਜੇ ਵੀ ਕਿਤੇ ਨਾ ਕਿਤੇ ਇਹੋ ਜਿਹੇ ਕਿੱਤਿਆਂ ਦੇ ਵਿੱਚ ਤਾਂ ਖਾਸ ਕਰਕੇ ਹੀ ਹੈ ਨਾ, ਇਹ ਕਿਹਾ ਜਾਂਦਾ ਵੀ ਉਹ ਕਰ ਨਹੀਂ ਸਕਦੀ ਕੰਮ, ਔਰ ਤੁਸੀਂ ਉਹ ਕਰਕੇ ਦਿਖਾਇਆ। ਤੇ ਤੁਸੀਂ ਫਿਰ ਸਿੱਧਾ ਹੀ ਬੱਸ ਡਰਾਈਵਿੰਗ ਕਿਵੇਂ ਆਏ ਇਸ ਕਿੱਤੇ ਵੱਲ ਨੂੰ, ਕਿਵੇਂ ਮਤਲਬ ਕੀ ਕਰਨਾ ਪਿਆ ਤੁਹਾਨੂੰ, ਕਿਹੜੇ ਪ੍ਰੋਸੀਜਰ ਕੀ ਸੀਗਾ, ਕਿਵੇਂ ਲੰਘਣਾ ਪਿਆ, ਕਿਹੜੇ ਸਟੈਪਸ? ਪਹਿਲਾਂ ਲਾਇਸੈਂਸ ਦਾ ਸੀਗਾ, ਉਦੋਂ ਟਾਈਮ 'ਚ ਵੀ ਬਹੁਤ ਔਖਾ ਹੁੰਦਾ ਸੀ ਲਾਇਸੈਂਸ ਲੈਣਾ, ਤੇ ਉਦੋਂ ਵੀ ਇੰਸਟ੍ਰਕਟਰ ਕੋਲੇ ਵੀ ਮੈਂ ਪਹਿਲੀ ਪੰਜਾਬੀ ਕੁੜੀ ਸੀ ਜਿਹਨੇ ਲਾਇਸੈਂਸ ਲੈਣ ਗਈ, ਤੇ ਉਹ ਵੀ ਹੈਰਾਨ ਸੀ। ਉਹ ਪਹਿਲਾਂ ਕੌਨਫੀਡੈਂਟ ਹੈ ਨਹੀਂ ਸੀਗਾ ਵੀ ਉਹ ਕਹਿੰਦਾ ਤੂੰ ਚਲਾਏਂਗੀ ਸ਼ੋਰ, ਤੇ ਉਹਨੇ ਇਕੱਲੇ ਬਾਪ ਟੇਰ ਤੇ ਪਹਿਲਾਂ ਲੈਸਨ ਦੇਣੇ ਸ਼ੁਰੂ ਕੀਤੇ, ਤੇ ਫਿਰ ਜਦੋਂ ਉਹਨੇ ਦੇਖਿਆ ਵੀ ਹਾਂ ਇਹਦਾ ਰੀਅਲੀ ਕੌਨਫੀਡੈਂਸ ਹੈ, ਸ਼ੀ ਇਜ਼ ਰੀਅਲੀ ਹੈਗੀ ਆ ਆਪਦੇ ਲੈ ਕੇ ਲੈਣਾ ਹੀ ਆ ਲਾਇਸੈਂਸ, ਤੇ ਫਿਰ ਬਣਨਾ ਐਕਚੁਅਲੀ ਉਹ ਤੋਂ ਬਾਅਦ ਮੈਂ ਰਾਈਟ ਤੇ ਅਸੀਂ ਟਰੱਕ ਤੇ ਗਏ, ਆਪਣੇ ਹਸਬੈਂਡ ਨਾਲ ਟੀਮ ਨਾਲ ਟਰੱਕ ਚਲਾਇਆ। ਅੱਛਾ, ਤੁਹਾਡੇ ਹਸਬੈਂਡ ਟਰੱਕ ਚਲਾਉਂਦੇ ਸੀ? ਟਰੱਕ ਤੇ ਤੁਸੀਂ ਟਰੱਕ ਵੀ ਚਲਾਇਆ? ਟਰੱਕ ਚਲਾਇਆ। ਉਹਦੇ ਲਈ ਫਿਰ ਵੱਖਰਾ ਪਹਿਲਾਂ ਲਾਇਸੈਂਸ? ਹਾਂਜੀ, ਕਲਾਸ 1 ਦਾ ਲਾਇਸੈਂਸ ਉਹਦੇ ਲਈ ਲੈਣਾ ਪੈਂਦਾ, ਤੇ ਤੁਸੀਂ ਕਲਾਸ 1 ਦਾ ਲਾਇਸੈਂਸ ਜਿਹੜਾ ਉਹ ਲਿਆ ਉਦੋਂ ਲਿਆ, ਤੇ ਫਿਰ ਉਸ ਤੋਂ ਬਾਅਦ ਤੁਸੀਂ ਬੱਸ ਡਰਾਈਵਰ? ਉਸ ਤੋਂ ਬਾਅਦ ਹਾਂਜੀ, ਉਦੋਂ ਚਲਾਇਆ। ਉਹ ਤੋਂ ਬਾਅਦ ਫਿਰ ਦਸਮੇਸ਼ ਪੰਜਾਬੀ ਸਕੂਲ ਦੀ ਬੱਸ ਚਲਾਈ, ਉੱਥੇ ਵੀ ਮੈਂ ਪਹਿਲੀ ਪੰਜਾਬੀ ਕੁੜੀ ਸੀ। ਮਿਸਟਰ ਦਲੀਪ ਸਿੰਘ ਗਿੱਲ, ਉਹ ਹੁਣ ਦੁਨੀਆ 'ਚ ਨਹੀਂ ਰਹੇ, ਬੜੀ ਨਾਮਵਰ ਸ਼ਖਸੀਅਤ ਸੀ ਹੈ ਨਾ, ਉਹਨਾਂ ਨੇ ਸਟਾਰਟ ਕੀਤਾ। ਉਹਨਾਂ ਨੇ ਆਪਣੀ ਲਾਈਫ 'ਚ ਕਦੇ ਕਾਰ ਨਹੀਂ ਚਲਾਈ, ਉਹਨਾਂ ਨੇ ਲਾਇਸੈਂਸ ਨਹੀਂ ਸੀ ਲਿਆ। ਉਹ ਉਹਨਾਂ ਨੇ ਮੈਨੂੰ ਬੁਲਾਇਆ, ਉਹ ਮੈਨੂੰ ਆਫਰ ਕਰਦੇ ਸੀ ਆਫਿਸ 'ਚ ਦੀ ਜੌਬ, ਪਰ ਫਿਰ ਕਹਿੰਦੇ ਨਹੀਂ ਤੂੰ ਆਈਆਂ, ਤੂੰ ਇਹ ਨਵੀਂ ਚੀਜ਼ ਆ, ਅਸੀਂ ਕਿਸੇ ਕੁੜੀ ਨੂੰ ਇਹ ਦਿੱਤਾ ਨਹੀਂ। ਅੱਜ ਕੱਲ੍ਹ 2 ਮੁੰਡੇ ਚਲਾਉਂਦੇ ਸੀਗੇ ਬੱਸਾਂ, ਤੇ ਉਹ ਕਹਿੰਦੇ ਮੈਂ ਚਾਹੁੰਦਾ ਵਾ ਤੇਰੇ 'ਚ ਤੇਰੀ ਡੈਡੀਕੇਸ਼ਨ ਦੇਖ ਕੇ, ਤੇਰੀ ਹਿੰਮਤ ਦੇਖ ਕੇ, ਮੈਂ ਚਾਹੁੰਦਾ ਵੀ ਤੂੰ ਸ਼ੁਰੂ ਕਰ, ਇਹ ਤੇਰੇ ਪਿੱਛੇ ਹੋਰ ਕੁੜੀਆਂ ਫਿਰ ਆਉਣਗੀਆਂ। ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ, ਤੇ ਉਹੀ ਗੱਲ ਹੋਈ, ਤੇ 2 ਕੁੜੀਆਂ ਮੇਰੇ ਪਿੱਛੇ ਫਿਰ ਉੱਥੇ ਆਈਆਂ। ਅੱਛਾ, ਜਦੋਂ 20 ਸਾਲ ਪਹਿਲਾਂ ਜਦੋਂ ਤੁਸੀਂ ਗੱਲ ਕਰਦੇ ਹੋ, ਇੰਨਾ ਟਾਈਮ ਪਹਿਲਾਂ ਡਰਾਈਵਿੰਗ ਦੇ ਵਿੱਚ, ਬੱਸ ਖਾਸ ਕਰਕੇ ਇਹਦੇ ਵਿੱਚ ਟ੍ਰਾਂਜ਼ਿਟ ਦੇ ਵਿੱਚ ਕਿੰਨੀਆਂ ਕੁੜੀਆਂ ਡਰਾਈਵਰ ਸੀਗੀਆਂ ਉਦੋਂ, ਤੇ ਹੁਣ ਕਿੰਨਾ ਕੁ ਫਰਕ ਪਿਆ ਹੋਇਆ ਇੰਨੇ ਟਾਈਮ ਤੋਂ ਬਾਅਦ? ਉਦੋਂ ਕੋਈ ਮੈਂ ਪਹਿਲੀ ਸੀ, ਮੈਂ ਪਹਿਲੀ ਪੰਜਾਬੀ ਕੁੜੀ ਸੀ ਜਿਹਨੇ ਸਟਾਰਟ ਕੀਤਾ, ਤੇ ਉਸ ਤੋਂ ਬਾਅਦ ਬਹੁਤ ਕੁੜੀਆਂ ਨੇ ਮੈਨੂੰ ਵੀ ਅਪਰੋਚ ਕੀਤੀ ਸੀਗੀ, ਉਹਨਾਂ ਨੇ ਕਿਵੇਂ ਲਾਇਸੈਂਸ ਲੈਣਾ, ਕੀ ਸਟੈਪਸ ਨੇ ਇਹਦੇ, ਕਿੰਨਾ ਔਖਾ, ਕਿਵੇਂ ਡੀਲਿੰਗ ਕਰਨੀ, ਸਾਰਾ ਕੁਛ ਉਹਨਾਂ ਦੀ ਗਾਈਡ ਵੀ ਕਰਦੀਆਂ ਹੁੰਦੀਆਂ ਸੀ। ਫਿਰ ਉਹ ਪਾਸੇ ਆ ਕੇ ਤੇ ਗਾਈਡ ਕੀਤਾ, ਤੇ ਉਹਨਾਂ ਨੇ ਹੁਣ 5 ਕੁੜੀਆਂ, 5 ਪੰਜਾਬੀ। ਹਾਲੇ ਵੀ 5 ਕੁੜੀਆਂ ਨੇ? ਮੈਨੂੰ ਇਹ ਲੱਗਦਾ ਸੀਗਾ ਵੀ ਸ਼ਾਇਦ ਹੁਣ ਕੁੜੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੋਊਗੀ। ਨਹੀਂ, ਪੰਜਾਬੀ ਮੇਨ ਸਟ੍ਰੀਮ ਕਮਿਊਨਿਟੀ ਦੇ ਹੈਗੀਆਂ 20 ਲੇਡੀਜ਼ ਹੈਗੀਆਂ ਨੇ 20, ਪਰ ਪੰਜਾਬੀ ਕੁੜੀਆਂ ਫਿਰ ਠੀਕ ਆ, ਪੰਜਾਬੀ ਕੁੜੀਆਂ ਦੀਆਂ 5 ਕੁੜੀਆਂ ਹੈਗੀਆਂ ਨੇ ਪੰਜਾਬੀ ਨੂੰ, ਮਤਲਬ ਫਰਕ ਤਾਂ ਪੈ ਰਿਹਾ ਕੁਝ। ਭਾਵੇਂ ਦੇਖੋ ਸੋਚ ਏਦਾਂ ਹੈ ਕਿ ਚਾਹੇ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ, ਚਾਹੇ ਇੱਥੇ ਆ ਜਾਂਦੇ ਹਾਂ, ਗੱਲ ਹੁੰਦੀ ਹੈ ਸਾਡੀ ਸੋਚ ਬਦਲਣੀ ਹੈ ਨਾ। ਜੇ ਸਾਡੀ ਸੋਚ ਨਹੀਂ ਬਦਲਦੀ, ਜੇ ਅਸੀਂ ਉਹਨੂੰ ਸੋਚ ਦੇ ਵਿੱਚ ਬਦਲਾ ਨਹੀਂ ਲਿਆ ਸਕਦੇ, ਤਾਂ ਫਿਰ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਰਹੀ ਜਾਓ ਨਾ। ਤੇ ਪਰ ਠੀਕ ਆ, ਵਧੀਆ ਗੱਲ ਆ ਕਿ ਇੱਥੇ ਤੱਕ ਕੁੜੀਆਂ ਹੁਣ ਇਸ ਪਾਸੇ ਨੂੰ ਆਉਣ ਲੱਗ ਪਈਆਂ। ਰੁਪਿੰਦਰ, ਮੈਂ ਤੁਹਾਡੇ ਨਾਲ ਨਾ ਇੱਕ ਗੱਲ ਮੇਰੇ ਦਿਮਾਗ 'ਚ ਆ ਰਹੀ, ਇੱਕ ਕਹਾਣੀ ਸ਼ੇਅਰ ਕਰਨਾ ਚਾਹੁੰਦੀ ਹਾਂ ਦਰਸ਼ਕਾਂ ਨਾਲ ਵੀ। ਕੁਲਵੰਤ ਸਿੰਘ ਵਿਰਕ ਦੀ ਸ਼ਾਇਦ ਕਹਾਣੀ ਆ ਸ਼ੇਰਨੀਆਂ, ਹੈ ਨਾ। ਉਸ ਕਹਾਣੀ ਦੇ ਵਿੱਚ ਉਹਨਾਂ ਨੇ ਪਹਿਲਾਂ ਸ਼ੁਰੂ ਦੇ ਵਿੱਚ ਦੇਖੋ ਔਰਤ ਜਿਹੜੀ ਆ ਕਿਵੇਂ ਹੌਲੀ ਹੌਲੀ ਔਰਤ ਨੇ ਇਹ ਦਿਖਾਇਆ, ਆਪਣੀ ਹਿੰਮਤ ਦਿਖਾਈ ਹਰ ਖੇਤਰ ਦੇ ਵਿੱਚ, ਕਿ ਨਹੀਂ ਇਹ ਕਿੱਤੇ ਕੇਵਲ ਮਰਦਾਂ ਦੇ ਲਈ ਨਹੀਂ, ਇਕੱਲਾ ਡਰਾਈਵਿੰਗ ਵਾਲਾ ਨਹੀਂ, ਹੋਰ ਕਿੱਤੇ ਵੀ, ਇਹ ਸਿਰਫ ਮਰਦਾਂ ਦੇ ਲਈ ਨਹੀਂ ਹੈਗੇ ਕਿੱਤੇ, ਅਸੀਂ ਵੀ ਇਹਨਾਂ ਦੇ ਵਿੱਚ ਹਿੰਮਤ ਦੇ ਨਾਲ ਆ ਸਕਦੇ ਹਾਂ ਅੱਗੇ, ਤੇ ਸਫਲ ਹੋ ਸਕਦੇ ਹਾਂ। ਸੋ ਉਹਦੇ ਵਿੱਚ ਕੀ ਸੀਗਾ, ਸ਼ੁਰੂ ਦੇ ਵਿੱਚ ਜਦੋਂ ਔਰਤਾਂ ਨੇ ਨਾ ਮੁੱਖ ਕਿੱਤਾ ਜਿਹੜਾ ਮੰਨਿਆ ਜਾਂਦਾ ਵੀ ਚਲੋ ਠੀਕ ਆ, ਜਦੋਂ ਕੰਮ ਕਰਨਾ, ਘਰ ਤੋਂ ਬਾਹਰ ਨਿਕਲਣਾ ਸ਼ੁਰੂ ਕੀਤਾ ਔਰਤਾਂ ਨੇ, ਤਾਂ ਜਿਹੜਾ ਸਭ ਤੋਂ ਪਹਿਲਾਂ ਸੀਗਾ ਉਹ ਸੀਗਾ ਟੀਚਿੰਗ ਲਾਈਨ ਦੇ ਵਿੱਚ, ਮਾਸਟਰਨੀਆਂ ਬਣਦੀਆਂ ਸੀ ਕੁੜੀਆਂ, ਹਨਾ। ਤੇ ਉਹਦੇ ਵਿੱਚ ਉਹਨੇ ਕਹਾਣੀਕਾਰ ਨੇ ਔਰਤਾਂ ਨੂੰ ਜਿਹੜੀਆਂ ਉਹ ਉਦੋਂ ਹਿੰਮਤ ਦੇ ਨਾਲ, ਹਿੰਮਤ ਕਰਕੇ ਟੀਚਰ ਲੱਗੀਆਂ, ਤੇ ਉਹ ਸਾਈਕਲਾਂ ਦੇ ਉੱਤੇ ਆਪਣੇ ਸਕੂਲਾਂ ਦੇ ਵਿੱਚ ਪੜ੍ਹਾਉਣ ਜਾਂਦੀਆਂ ਸੀ। ਪਹਿਲਾਂ ਘਰਾਂ ਦਾ ਸਾਰਾ ਕੰਮਕਾਰ ਕਰਕੇ, ਪਸ਼ੂ ਸੰਭਾਲ ਕੇ, ਬੱਚੇ ਸੰਭਾਲ ਕੇ, ਸਾਰਾ ਕੰਮ ਕਰਕੇ ਫਿਰ ਉਹ ਕੁੜੀਆਂ ਜਦੋਂ ਉਹਨੇ ਦੇਖਦਾ ਸੀ, ਉਹ ਸਾਈਕਲਾਂ ਦੇ ਉੱਤੇ ਜਾ ਕੇ ਆਪਣੇ ਸਕੂਲਾਂ ਦੇ ਵਿੱਚ ਪਹੁੰਚ ਕੇ ਸਕੂਲ ਸੰਭਾਲਦੀਆਂ ਸੀ। ਉਹਨਾਂ ਮਾਸਟਰਨੀਆਂ ਨੂੰ ਉਹਨੇ ਸ਼ੇਰਨੀਆਂ ਕਿਹਾ। ਉਹ ਕਹਿੰਦਾ ਵੀ ਇਹ ਮੈਨੂੰ ਲੱਗਦਾ ਵੀ ਇਹ ਸ਼ੇਰਨੀਆਂ ਨੇ ਜਿਹੜੀਆਂ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਹਿੰਮਤ ਦੇ ਨਾਲ ਅੱਗੇ ਵਧ ਰਹੀਆਂ ਨੇ। ਸੋ ਮੈਨੂੰ ਲੱਗਦਾ ਵੀ ਕੁੜੀਆਂ ਉਹਨਾਂ ਖੇਤਰਾਂ ਦੇ ਵਿੱਚ ਜਿਹੜੀਆਂ, ਚਾਹੇ ਉਹ ਬੱਸ ਡਰਾਈਵਿੰਗ ਵਾਲਾ ਕਿੱਤਾ, ਤੇ ਚਾਹੇ ਜਿਹੜਾ ਮਰਜ਼ੀ ਆ, ਉਹਦੇ ਵਿੱਚ ਉਹ ਸ਼ੇਰਨੀਆਂ ਵਾਂਗ ਹਿੰਮਤ ਦੇ ਨਾਲ ਜੀ ਉਹ ਚਾਹੁਣ ਤਾਂ ਕਰ ਸਕਦੀਆਂ ਨੇ। ਭਾਵੇਂ ਪੰਜਾਬ 'ਚ ਹਾਲੇ ਵੀ, ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ, ਤੁਹਾਨੂੰ ਕੀ ਲੱਗਦਾ ਕਿ ਕੁਝ ਹੈਗੀਆਂ ਕੁੜੀਆਂ ਡਰਾਈਵਰ ਹੋਣਗੀਆਂ, ਪਰ ਬਹੁਤ ਗਿਣਤੀ ਨਹੀਂ। ਹੁਣ ਪੰਜਾਬ ਛੱਡੇ ਨੂੰ ਵੀ ਬਹੁਤ ਚਿਰ ਹੋ ਗਿਆ, ਪਰ ਮੈਨੂੰ ਨਹੀਂ ਲੱਗਦਾ। ਵੱਡੀ ਗੱਲ ਉੱਥੇ
ਮੈਂ ਆਲਵੇਸ ਕਹਿੰਦੀ ਹੁੰਦੀ ਆ ਵੀ ਪ੍ਰਮਾਤਮਾ ਨੇ ਬਹੁਤ ਸੋਹਣਾ ਮੌਕਾ ਬਖਸ਼ਿਆ। ਆਪਾਂ ਇਹੋ ਜਿਹੇ ਵਿਕਸਿਤ ਦੇਸ਼ਾਂ ਦੇ ਵਿੱਚ ਆਏ ਆ ਜਿੱਥੇ ਆਪਾਂ ਨੂੰ ਮਰਦ ਦੇ ਬਰਾਬਰ ਚੱਲਣ ਦੀ ਹਿੰਮਤ ਪੈਦਾ ਹੋਈ ਆਪਦੇ ਆਪ 'ਚ। ਪੰਜਾਬ 'ਚ ਚਾਹੇ ਹੋਵੇ ਵੀ, ਪਰ ਉਹ ਉੱਥੇ ਆਪਾਂ ਰਿਸਪੈਕਟ, ਉਹਨਾਂ ਸਤਿਕਾਰਿਆ ਨਹੀਂ ਜਾਂਦਾ ਹਲੇ ਵੀ। ਸਾਰਿਆਂ ਦੀ ਗੱਲ ਨਹੀਂ ਕਰਦੀ, ਪਰ ਬਹੁਤ ਹੈਗੇ ਸ਼ਖਸੀਅਤਾਂ। ਆਪਾਂ ਕੋਈ ਵੀ ਕੁੜੀ ਉੱਥੇ ਇਕੱਲੀ ਆਪਦੀ ਹਿੰਮਤ ਨਾਲ ਬਾਹਰ ਤੁਰਨ ਦੀ ਹੌਸਲਾ ਨਹੀਂ ਰੱਖ ਸਕੂਗੀ, ਕਿਉਂਕਿ ਉਹਨੂੰ ਹਰੇਕ ਸਟੈਪ ਤੇ ਖਤਰਾ ਮਹਿਸੂਸ ਹੁੰਦਾ, ਹਰੇਕ ਸਟੈਪ ਤੇ ਉਹ ਫੀਲ ਕਰਦੀ ਆ, ਹਰੇਕ ਸਟੈਪ ਤੇ ਉਹ ਫੀਲ ਕਰਦੇ ਆ ਵੀ ਮੈਂ ਸੇਫ ਨਹੀਂ। ਆਸੇ ਪਾਸੇ ਉਹਨੂੰ ਪਤਾ ਨਹੀਂ ਕਿਵੇਂ ਦੇ ਲੋਕਾਂ ਦਾ ਸਾਹਮਣਾ ਕਰਨਾ ਪਊਗਾ। ਤਾਂ ਇੱਥੇ ਬਹੁਤ ਸੇਫਟੀ ਆ, ਇੱਥੇ ਕੋਈ ਖਤਰਾ ਨਹੀਂ। ਹਰੇਕ ਪੁਲਿਸ ਦਾ ਕੁਝ ਵੀ ਆ, ਸਹਿਯੋਗ ਮਿਲਦਾ, ਸਾਰੇ ਪਾਸੇ ਸਹਿਯੋਗ ਮਿਲਦਾ। ਕਿਸੇ ਦੀ ਕੋਈ ਐ ਹਿੰਮਤ ਨਹੀਂ ਹੁੰਦੀ ਵੀ ਉਹਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਜਾਵੇ। ਰੁਪਿੰਦਰ, ਤੁਸੀਂ ਉੱਥੇ ਬੱਸਾਂ 'ਚ ਬਹੁਤ ਸਫ਼ਰ ਕੀਤਾ ਪੰਜਾਬ ਦੇ ਵਿੱਚ? ਹਾਂਜੀ ਹਾਂਜੀ, ਇੱਥੇ ਵੀ ਮੈਨੂੰ ਵੀ ਮੌਕਾ ਮਿਲਿਆ ਥੋੜਾ ਜਿਹਾ ਬੱਸ ਦੇ ਵਿੱਚ ਸਫ਼ਰ ਕਰਨ ਦਾ। ਤੁਸੀਂ ਜਦੋਂ ਲੁਧਿਆਣੇ, ਮੈਂ ਵੀ ਆਪਣੇ ਪਿੰਡ ਤੋਂ ਜਦੋਂ ਜਾਂਦੀ ਹੁੰਦੀ ਸੀ, 40 ਕਿਲੋਮੀਟਰ ਦੂਰ ਪੈਂਦਾ ਸੀ ਮੇਰਾ ਪਿੰਡ ਵੀ ਲੁਧਿਆਣੇ ਤੋਂ। ਤੇ ਜਦੋਂ ਕਾਲਜ ਦੇ ਵਿੱਚ ਪੜ੍ਹਨ ਜਾਂਦੇ ਸੀ, ਉੱਥੇ ਬੜੀਆਂ ਵੱਖਰੀਆਂ ਬੜੇ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਸਮੱਸਿਆਵਾਂ ਦੀ ਵੀ ਗੱਲ ਕਰਦੇ ਹਾਂ, ਥੋੜਾ ਜਿਹਾ ਕੰਪੇਅਰ ਵੀ ਕਰਦੇ ਹਾਂ, ਇਹਨਾਂ ਦੀ ਤੁਲਨਾ ਵੀ ਕਰਦੇ ਹਾਂ ਭਾਰਤ ਤੇ ਪੰਜਾਬ ਦੇ ਵਿੱਚ, ਤੇ ਇੱਥੋਂ ਦੀਆਂ ਬੱਸਾਂ ਦੇ ਵਿੱਚ ਵੀ ਸਾਨੂੰ ਕੀ ਫਰਕ ਤੁਸੀਂ ਉਹਦੇ 'ਚ ਮਹਿਸੂਸ ਕਰਦੇ ਹੋ। ਪਹਿਲਾਂ ਮੈਨੂੰ ਇਹ ਦੱਸੋ ਕਿ ਇੱਥੋਂ ਜਿਹੜੀਆਂ ਤੁਸੀਂ ਹੁਣ ਗੱਲ ਕਰ ਵੀ ਰਹੇ ਸੀਗੇ ਕਿ ਇੱਥੇ ਕੁੜੀਆਂ ਹੋਣ ਦੇ ਨਾਤੇ, ਇਹ ਨਹੀਂ ਕਿ ਮਤਲਬ ਇੱਕ ਵੱਖਰਾ ਕਿੱਤਾ ਹੋਣ ਦੇ ਨਾਤੇ, ਕੁੜੀ ਹੋਣ ਕਰਕੇ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਆ ਕਿ ਬੱਸ ਡਰਾਈਵਰ ਦੇ ਵਜੋਂ? ਨਹੀਂ, ਇੱਥੇ ਕੋਈ ਨਹੀਂ। ਈਵਨ ਜਿਵੇਂ ਜਦੋਂ ਮੈਂ ਸਟਾਰਟ ਕੀਤਾ, ਮੈਂ ਪਹਿਲੀ ਪੰਜਾਬੀ ਕੁੜੀ ਸੀ। ਹਰੇਕ ਨੇ, ਸਾਰੇ ਮੇਰੇ ਕੋਵਰਕਰ ਬੜੇ ਹੈਲਪਫੁਲ ਸੀ। ਮੈਨੇਜਮੈਂਟ, ਹਰੇਕ ਥਾਂ ਤੇ ਮੈਨੂੰ ਪੂਰੀ ਹੈਲਪ ਮਿਲੀ। ਕਿਤੇ ਮੈਨੂੰ ਨਹੀਂ, ਕਿਤੇ ਨਾ ਕਿਤੇ ਆਪਾਂ ਨਵੀਂ ਥਾਂ ਤੇ ਜਾਣ ਨੂੰ, ਨਵੀਂ ਖੋਜ ਕਰਨ ਨੂੰ, ਨਵਾਂ ਕੰਮ ਸ਼ੁਰੂ ਕਰਨ ਨੂੰ, ਨਵੀਆਂ ਪੈੜਾਂ ਪਾਉਣ ਨੂੰ ਬਹੁਤ ਹਿੰਮਤ ਚਾਹੀਦੀ ਹੁੰਦੀ ਹੈ ਤੇ ਬਹੁਤ ਸਾਰਾ ਸਹਿਯੋਗ ਚਾਹੀਦਾ ਹੁੰਦਾ, ਜਿਹੜਾ ਮੈਨੂੰ ਬਹੁਤ ਮਿਲਿਆ। ਬਹੁਤ ਹਿੰਮਤ ਮਿਲੀ, ਬਹੁਤ ਪਿਆਰ ਮਿਲਿਆ ਸਾਰਿਆਂ ਤੋਂ। ਸਹਿਯੋਗ ਦੀ ਗੱਲ ਤੁਸੀਂ ਕਰ ਰਹੇ ਸੀ, ਸਹਿਯੋਗ ਦੇ ਵਿੱਚ ਇੱਕ ਚੀਜ਼ ਦੱਸਿਓ। ਅਕਸਰ ਇਹ ਕਿਹਾ ਜਾਂਦਾ ਵੀ ਜੇ ਕੋਈ ਆਦਮੀ ਸਫਲ ਆ ਤਾਂ ਉਹਦੇ ਪਿੱਛੇ ਇੱਕ ਔਰਤ ਦਾ ਹੱਥ ਆ, ਤੇ ਇੱਕ ਜਿਹੜੀ ਸਫਲ ਔਰਤ ਆ ਉਹਦੇ ਪਿੱਛੇ ਕਿਹਦਾ ਹੱਥ ਆ ਤੇ ਸਹਿਯੋਗ ਹੋਰ ਕਿਹਦਾ ਹੈ? ਹਾਂਜੀ, ਇਹਦਾ ਸਿਹਰਾ ਮੈਂ ਜ਼ਰੂਰ ਆਪਣੇ ਹਸਬੈਂਡ ਨੂੰ ਦਊਂਗੀ, ਕਿਉਂਕਿ ਉਹਨਾਂ ਦਾ ਪੂਰਾ ਸਹਿਯੋਗ ਮਿਲਿਆ, ਤਾਂ ਹੀ ਉਹਨਾਂ ਨੇ ਬੱਚਿਆਂ ਨੂੰ ਪੂਰਾ ਟਾਈਮ ਦਿੱਤਾ, ਮੇਰੀ ਹੈਲਪ ਕੀਤੀ। ਕਿਉਂਕਿ ਜਦੋਂ ਸਟਾਰਟ ਕਰਦੇ ਆ ਕੋਈ ਵੀ ਜੌਬ, ਤਾਂ ਸਾਰੇ ਤਰ੍ਹਾਂ ਦੀਆਂ ਸ਼ਿਫਟਾਂ ਤੁਹਾਨੂੰ ਕਵਰ ਕਰਨੀਆਂ ਪੈਂਦੀਆਂ, ਈਵਨਿੰਗਸ ਵੀ ਮਿਲਦੀਆਂ, ਡੇ ਵੀ, ਮਾਰਨਿੰਗ, ਅਰਲੀ ਮਾਰਨਿੰਗ, ਲੇਟ ਨਾਈਟ। ਘਰੇ ਸਾਰਾ ਮਾਹੌਲ ਉਹ ਕਰਦੇ ਸੀ, ਉਹਨਾਂ ਨੇ ਪੂਰਾ ਹੌਸਲਾ ਦਿੱਤਾ। ਜੇ ਮੈਂ ਕਹਿ ਵੀ ਦੇਣਾ ਕਈ ਵਾਰੀ ਕੁਛ ਵੀ ਮੈਂ ਗਿਵ ਅਪ ਕਰਨ ਵਾਸਤੇ ਰਹਿੰਦੀ ਹਾਂ, ਉਹ ਕਹਿੰਦਾ ਨਹੀਂ, ਪੋਜ਼ਿਟਿਵਲੀ ਜਿਵੇਂ ਹੌਸਲਾ ਦੇਣਾ ਅਸੀਂ ਹੈਗੇ ਆ ਇੱਥੇ। ਈਵਨ ਮੇਰੇ ਬੱਚੇ ਵੀ, ਪ੍ਰਮਾਤਮਾ ਉਹ ਜਿਹੀ ਕਿਰਪਾ ਕਰ ਦਿੰਦਾ, ਬੱਚਿਆਂ ਨੇ ਵੀ ਪੂਰਾ ਸਹਿਯੋਗ ਦਿੱਤਾ। ਬੱਚੇ ਵੀ ਪੂਰਾ ਰੈਡੀ ਹੁੰਦੇ ਸੀਗੇ ਵੀ ਮੰਮਾ ਤੁਸੀਂ ਜਾਓ, ਕੰਮ ਤੇ ਜਾਓ। ਉਹਨਾਂ ਨੂੰ ਵੀ ਵਧੀਆ ਲੱਗਦਾ ਸੀਗਾ, ਪਰ ਥੋੜਾ ਜਿਹਾ ਮੈਂ ਉਹਨਾਂ ਵਾਸਤੇ ਵੀ ਜਿਵੇਂ ਕਹੀਏ ਰੋਲ ਮਾਡਲ, ਤੇ ਕਿਉਂਕਿ ਉਹਨਾਂ ਨੂੰ ਇੰਟਰਨਲੀ, ਅੰਦਰੋਂ ਉਹਨਾਂ ਨੂੰ ਅੰਦਰੂਨੀ ਤੌਰ ਤੇ ਇੰਨਾ ਕੁ ਮਜ਼ਬੂਤ ਬਣਾ ਦੇਣਾ ਚਾਹੁੰਦੇ ਸੀਗੇ ਵੀ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਕਿਸੇ ਵਿੱਚ ਤੁਹਾਡੇ 'ਚ ਇੰਨੀ ਹਿੰਮਤ ਹੈਗੀ ਆ, ਤੁਸੀਂ ਜਿਹੜਾ ਕੁਝ ਚਾਹੋ ਕਰ ਸਕਦੇ ਹੋ ਦੁਨੀਆ ਤੇ। ਪਰਮਾਤਮਾ ਤੁਹਾਡੇ 'ਚ ਹਿੰਮਤ ਦਿੱਤੀ ਆ, ਤੁਹਾਨੂੰ ਮਦਦ ਦੀ ਜ਼ਰੂਰਤ ਨਹੀਂ। ਹਰੇਕ ਸਟੈਪ ਤੇ ਵੀ ਐਂ ਝਾਕਣਾ ਨਹੀਂ ਪੈਂਦਾ ਵੀ ਹਾਂ ਇਹ ਬੰਦਾ ਹੀ ਕਰ ਸਕਦਾ, ਤੁਸੀਂ ਆਪ ਕਰ ਸਕਦੇ। ਸੋ ਚਲੋ, ਇਹ ਤਾਂ ਗੱਲ ਹੈਗੀ ਵੀ ਜਿੰਨੀ ਦੇਰ ਤੱਕ ਤੁਹਾਡੇ ਪਰਿਵਾਰ ਵੱਲੋਂ ਤੁਹਾਨੂੰ ਨਾਲ ਸਪੋਰਟ ਨਹੀਂ ਮਿਲਦੀ, ਉਨੀ ਦੇਰ ਤੱਕ ਥੋੜਾ ਜਿਹਾ ਮੁਸ਼ਕਲ ਹੋ ਸਕਦਾ। ਇਹ ਨਹੀਂ ਕਿ ਕੁੜੀਆਂ ਕੰਮ ਕਰ ਨਹੀਂ ਸਕਦੀਆਂ, ਪਰ ਉਹ ਅੱਗੇ ਵਧਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ, ਕਿਉਂਕਿ ਘਰ ਦੀਆਂ ਹੋਰ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ। ਤੇ ਰੁਪਿੰਦਰ, ਤੁਸੀਂ ਜੇ ਕੁੜੀਆਂ ਇੱਥੇ ਕੁਝ ਮੰਨ ਲਓ ਡਰਾਈਵਿੰਗ ਦੇ ਵਿੱਚ ਹੀ ਜਾਣਾ ਚਾਹੁੰਦੀਆਂ ਨੇ, ਕਿਉਂਕਿ ਹਾਲੇ ਵੀ ਬਹੁਤ ਕੁੜੀਆਂ ਨਹੀਂ ਹੈਗੀਆਂ, ਜੇ ਹੈਗੀਆਂ ਵੀ ਤਾਂ ਦੂਸਰੀ ਕਮਿਊਨਿਟੀਜ਼ ਦੇ ਵਿੱਚੋਂ, ਪੰਜਾਬੀ ਕਮਿਊਨਿਟੀ ਦੇ ਵਿੱਚੋਂ ਨਹੀਂ। ਤੇ ਜੇ ਹੁਣ ਕੀ ਹਾਲਾਤ ਨੇ, ਹੁਣ ਇੱਥੇ ਜਿਹੜੀ ਹਾਇਰਿੰਗ ਕਰਦੇ ਆ BC ਟ੍ਰਾਂਜ਼ਿਟ ਦੇ ਵਿੱਚ, ਕਿਵੇਂ ਦਾ ਮਾਹੌਲ ਚੱਲ ਰਿਹਾ ਤੇ ਕੁੜੀਆਂ ਨੂੰ ਕੀ ਕਰਨਾ ਚਾਹੀਦਾ ਜੇ ਉਹ ਇਸ ਪਾਸੇ ਨੂੰ ਆਉਣਾ ਚਾਹੁਣ ਤਾਂ? ਕਰੰਟਲੀ ਥੋੜਾ ਜਿਹਾ ਆਪਣਾ ਜਿਵੇਂ ਇਹਦੇ ਕਰਕੇ COVID-19 ਕਰਕੇ ਉਹਨਾਂ ਨੇ ਫ੍ਰੀਜ਼ ਕੀਤੀ ਹੋਈ ਹਾਇਰਿੰਗ, ਹਲੇ ਕਰ ਨਹੀਂ ਰਹੇ ਕਿਉਂਕਿ ਥੋੜਾ ਫਿਜ਼ੀਕਲ ਡਿਸਟੈਂਸ ਹੋ ਜਾਂਦਾ ਉਹਦੇ ਕਰਕੇ। ਪਰ ਦੇ ਆਲਵੇਜ਼ ਸਟਿਲ ਲੁਕਿੰਗ ਫॉर ਅ ਡਰਾਈਵਰ, ਤੇ ਕੁੜੀਆਂ ਨੂੰ ਹਿੰਮਤ ਕਰਨੀ ਚਾਹੀਦੀ ਆ। ਕਲਾਸ 2 ਦਾ ਲਾਇਸੈਂਸ ਚਾਹੀਦਾ ਇਹਦੇ ਵਾਸਤੇ, 1 ਦਾ ਜ਼ਰੂਰੀ ਨਹੀਂ ਹੈਗਾ, ਪਰ ਜੇ ਉਹ ਚਾਹਣ ਤਾਂ 1 ਦਾ ਲੈ ਕੇ ਉਹਦੇ 'ਚ ਸਾਰਾ ਕੁਝ ਹੀ ਕਵਰ ਹੋ ਜਾਂਦਾ ਹੈ ਨਾ ਫਿਊਚਰ 'ਚ, ਜੇ ਉਹਨਾਂ ਨੇ ਕੁਝ ਵੀ ਕਰਨਾ ਹੋਵੇ। ਉਹਦੇ ਵਾਸਤੇ BC ਟ੍ਰਾਂਜ਼ਿਟ ਤੇ ਸਰੀ ਵੈਨਕੂਵਰ 'ਚ ਕੋਸਟ ਮਾਊਂਟੇਨ ਤੇ ਟ੍ਰਾਂਸਲਿੰਕ ਹੈਗੀ ਆ, ਐਬਸਫੋਰਡ, ਫਰੇਜ਼ਰ ਵੈਲੀ ਏਰੀਆ ਦੇ ਵਿੱਚ BC ਟ੍ਰਾਂਜ਼ਿਟ।
ਡੀਸੀ ਟ੍ਰਾਂਜ਼ਿਟ ਦੀ ਵੈਬਸਾਈਟ ਤੇ ਜਾ ਕੇ ਉਹਦੇ ਫਰੇਜ਼ਰ ਵੈਲੀ ਏਰੀਆ ਤੇ ਜਾ ਕੇ ਉਹਨਾਂ ਦੀ ਐਪਲੀਕੇਸ਼ਨ ਕਰਨੀ ਪੈਂਦੀ ਹੈ। ਅੱਜ ਕੱਲ ਆਨਲਾਈਨ ਹੀ ਲੈਂਦੇ ਆ ਉਹ ਪਰਸਨਲ ਆਪਾਂ ਰੈਜ਼ਮੇ ਜਿਹੜੇ ਉਹ ਤੁਸੀਂ ਆਨਲਾਈਨ ਹੀ ਫਿਲ ਕਰਨੀ ਪੈਂਦੀ ਹੈ ਐਪਲੀਕੇਸ਼ਨ, ਤੇ ਉਹਦੇ ਤੇ ਜਾ ਕੇ ਆਪਣੀ ਰਿਕੁਆਇਰਮੈਂਟਸ ਪੂਰੀਆਂ ਕਰੋ। ਤੁਹਾਡਾ ਐਬਸਟ੍ਰੈਕਟ ਕਲੀਅਰ ਹੋਣਾ ਚਾਹੀਦਾ, ਉਹਦੇ ਤੇ ਕੋਈ ਟਿਕਟ ਨਹੀਂ ਹੋਣੀ ਚਾਹੀਦੀ। ਐਕਸਪੀਰੀਅੰਸ ਉਹ ਹੁਣ ਕਾਊਂਟ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਚਾਹੀਦੇ ਨੇ, ਉਹ ਆਪ ਸਿਖਾਉਂਦੇ ਨੇ। ਵੈਰੀ ਹੈਲਪਫੁਲ ਆ ਪੂਰੀ ਟੀਮ ਆ ਜਿਹੜੀ। ਮੈਂ ਵੀ ਲਾਈਨ ਟ੍ਰੇਨਰ ਆ, ਮੈਂ ਲਾਈਨ ਟ੍ਰੇਨ ਕਰਦੀ ਹਾਂ ਪਹਿਲੀ ਕਲਾਸਿਸ ਤੋਂ ਬਾਅਦ, ਫਿਰ ਟ੍ਰੇਨਿੰਗ ਤੇ ਮੇਰੇ ਨਾਲ ਆਉਂਦੇ ਬੰਦੇ। ਸਾਰੀ ਟੀਮ ਵੀ ਫੁੱਲ ਹੈਲਪਫੁਲ ਆ, ਕਿਤੇ ਵੀ ਤੁਹਾਨੂੰ ਪੁਸ਼ ਨਹੀਂ ਕਰਦਾ ਕੋਈ ਵੀ, ਕਿਸੇ ਵੀ এনवायरमेंट ਦੇ ਵਿੱਚ ਤੁਹਾਨੂੰ ਪੈਨਿਕ ਹੋਣ ਨਹੀਂ ਦਿੰਦੇ। ਸਾਰਿਆਂ ਨੇ ਪੂਰੀ ਹੈਲਪ ਕਰਦੇ ਆ। ਠੀਕ ਹੈ, ਬਹੁਤ ਵਧੀਆ ਗੱਲ ਹੈ ਰੁਪਿੰਦਰ। ਪਰ ਗੱਲ ਇਹ ਆ ਵੀ ਜਿਹੜੀਆਂ ਕੁੜੀਆਂ, ਜਿਵੇਂ ਮੈਨੂੰ ਆਪ ਨੂੰ ਡਰ ਲੱਗਦਾ ਹੈ ਨਾ ਬੱਸ ਚਲਾਉਂਦੇ, ਮੈਨੂੰ ਇਹ ਲੱਗਦਾ ਵੀ ਮੈਂ ਪਾਸ ਨਹੀਂ ਹੋ ਸਕਣਾ, ਮੇਰੇ ਕੋਲ ਟੈਸਟ ਨਹੀਂ ਪਾਸ ਕਰ ਹੋਣਾ। ਤੇ ਕਿੰਨੀਆਂ ਕੁ ਅਟੈਂਪਟਸ ਦੇ ਵਿੱਚ ਤੁਸੀਂ ਉਹ ਕੀਤਾ ਸੀਗਾ ਟੈਸਟ ਆਪਣਾ? ਮੈਂ ਪਹਿਲੀ ਵਾਰੀ ਪਾਸ ਹੋ ਗਈ ਸੀ। ਤੇ ਪਰ ਤੁਸੀਂ ਉੱਥੇ ਤਾਂ ਕੁਛ ਨਹੀਂ ਸੀ ਚਲਾਇਆ ਹੋਇਆ ਭਾਰਤ ਦੇ ਵਿੱਚ, ਤੁਸੀਂ ਇੰਡੀਆ ਦੇ ਵਿੱਚ ਕੋਈ ਕੁਛ ਨਹੀਂ ਡਰਾਈਵ ਕੀਤਾ ਹੋਇਆ? ਮੈਨੂੰ ਇੰਨਾ ਕਿ ਯਾਦ ਹੈ ਵੀ ਤੁਸੀਂ ਸਾਈਕਲ ਚਲਾ ਕੇ ਸਾਈਕਲ ਡੈਡੀ ਦਾ ਸਕੂਟਰ ਹੁੰਦਾ ਸੀਗਾ ਤੇ ਉਹਦੇ 'ਚ ਹੀ ਬੜਾ ਸ਼ੌਕ ਹੁੰਦਾ ਸੀ। ਵਿਹੜਾ ਬਹੁਤ ਵੱਡਾ ਸੀਗਾ ਇੰਡੀਆ ਦਾ, ਉਹਦੇ ਵਿਹੜੇ 'ਚ ਹੀ ਗੇੜੇ ਕੱਢਣੇ, ਕਿਉਂਕਿ ਇੰਨਾ ਅਲਾਉ ਨਹੀਂ ਸੀ ਹੁੰਦਾ ਵੀ ਘਰ ਦੇ ਇਕੱਲੀ ਕੁੜੀ ਨੂੰ ਕਹਿ ਦੇਣ ਚਲੇ ਜਾ, ਹਨਾ। ਉਹਦੇ ਸ਼ੌਕ ਦੇ ਨਾਲ ਹੀ ਉਹਦੇ ਕਿਹੜੇ ਅੰਦਰੋਂ ਜਾਣੀ ਦੀ ਸੀਗਾ ਕੁਛ ਡਰਾਈਵਿੰਗ ਦਾ ਥੋੜਾ ਜਿਹਾ, ਪਰ ਨਹੀਂ ਉਦੋਂ ਉਹਨਾਂ ਟਾਈਮਾਂ 'ਚ ਕਾਰ ਹਰੇਕ ਘਰ 'ਚ ਨਹੀਂ ਸੀ ਹੁੰਦੀ, ਤੇ ਹੋਰ ਕੁਛ ਨਹੀਂ ਸੀ ਚਲਾਇਆ। ਹਾਂਜੀ, ਪਹਿਲਾਂ ਗੱਲ ਹੁੰਦੀ ਆ ਮਤਲਬ ਮੌਕਾ ਮਿਲਣ ਦੀ, ਹਨਾ। ਜੇ ਸਾਡੇ ਕਈ ਵਾਰੀ ਸਾਡੇ ਅੰਦਰ ਉਹ ਯੋਗਤਾ ਹੁੰਦੀ ਆ ਪਰ ਸਾਨੂੰ ਉਹ ਮੌਕਾ ਨਹੀਂ ਮਿਲਦਾ, ਹਨਾ। ਵੈਸੇ ਵੀ ਜੇ ਉਦਾਂ ਵੀ ਦੇਖੀਏ ਨੇਚਰ ਦੇ ਵਿੱਚ ਵੀ, ਕੁਦਰਤ ਦਾ ਵੀ ਇਹ ਅਸੂਲ ਆ, ਜੇ ਕੋਈ ਫੁੱਲ ਅਸੀਂ ਕੁਝ ਚੀਜ਼ ਬੀਜਦੇ ਆ, ਜੇ ਉਹਨੂੰ ਸਹੀ ਵਾਤਾਵਰਨ, ਸਹੀ ਉਹਨੂੰ ਜਿਹੜੀ ਮਿੱਟੀ ਆ, ਉਹਨੂੰ ਪਾਣੀ ਆ, ਜੇ ਉਹਨੂੰ ਪੁੰਗਰਨ ਦਾ ਫੁੱਲਣ ਫੈਲਣ ਦਾ ਸਹੀ ਮੌਕਾ, ਵਾਤਾਵਰਨ ਸਹੀ ਨਾ ਮਿਲੇ ਤਾਂ ਫਿਰ ਉਹ ਨਹੀਂ ਫੁੱਲ ਖਿੜ ਸਕਦੇ, ਹਨਾ। ਸੋ ਜੇ ਤੁਹਾਨੂੰ ਮਤਲਬ ਇੱਥੇ ਆ ਕੇ ਤੁਹਾਨੂੰ ਲੱਗਿਆ ਕਿ ਵਾਤਾਵਰਨ ਸਹੀ ਸੀਗਾ, ਜਾਂ ਮਤਲਬ ਕੁਝ ਤੁਹਾਡੇ ਹੱਕ ਦੇ ਵਿੱਚ ਸੀਗੇ ਕੁਝ ਚੀਜ਼ਾਂ ਜਿਨ੍ਹਾਂ ਦੇ ਕਰਕੇ ਤੁਹਾਨੂੰ ਮੌਕਾ ਮਿਲਿਆ ਤੇ ਤੁਸੀਂ ਇੱਥੇ ਇਸ ਖਿੱਤੇ ਦੇ ਵਿੱਚ ਆ ਸਕੇ। ਰੁਪਿੰਦਰ, ਜਦੋਂ ਤੁਸੀਂ ਗੱਲ ਕੀਤੀ ਮੈਨੂੰ ਮੇਰੀ ਅੱਖਾਂ ਦੇ ਸਾਹਮਣੇ ਉਹ ਨਜ਼ਾਰਾ ਆ ਗਿਆ ਪਿੰਡ ਵਾਲਾ, ਜਦੋਂ ਅਸੀਂ ਘਰਾਂ ਦੇ ਵਿੱਚ ਬੈਠੇ ਹੁੰਦੇ ਸੀ, ਆਪਣੇ ਵੱਡਾ ਵਿਹੜਾ ਹੁੰਦਾ ਸੀ, ਤੇ ਜਦੋਂ ਅਸੀਂ ਸਾਈਕਲ ਵੀ ਸਿੱਖਦੇ ਸੀ ਜਾਂ ਸਕੂਟਰ ਸਿੱਖਣਾ ਸ਼ੁਰੂ ਕਰਦੇ ਸੀ ਤਾਂ ਘਰਾਂ ਦੇ ਵਿੱਚ ਅੰਦਰ ਗੇੜੇ ਦਿੰਦੇ ਸੀ। ਉਸ ਤੋਂ ਬਾਅਦ ਸਾਡੇ ਕੋਲ ਉਸ ਟਾਈਮ ਤੇ ਇੰਨੇ ਸਾਧਨ ਵੀ ਨਹੀਂ ਸੀਗੇ ਕਿ ਅਸੀਂ ਜੇ ਕਾਲਜ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ 40 ਕਿਲੋਮੀਟਰ ਦੂਰ ਜਾਂਦੇ ਹੁੰਦੇ ਸੀ ਕਾਲਜ ਦੇ ਵਿੱਚ ਪੜ੍ਹਨ ਦੇ ਲਈ, ਤੇ ਜਦੋਂ ਕਾਲਜ ਜਾਣਾ ਹੁੰਦਾ ਸੀਗਾ ਉਦੋਂ ਵੀ ਬੱਸ ਦੇ ਵਿੱਚ ਸਫ਼ਰ ਕਰਨਾ। ਅੱਜ ਮੈਂ ਜਦੋਂ ਸੋਚ ਰਹੀ ਸੀ ਨਾ ਤੁਹਾਡਾ ਇੱਥੋਂ ਬੱਸ ਦਾ, ਕਿ ਤੁਸੀਂ ਬੱਸ ਇੱਥੇ ਚਲਾ ਰਹੇ ਹੋ ਕੈਨੇਡਾ ਦੇ ਵਿੱਚ, ਕਈ ਵਾਰੀ ਕੈਨੇਡਾ ਦੇ ਵਿੱਚ ਮੈਨੂੰ ਬੱਸ ਦੇ ਵਿੱਚ ਸਫ਼ਰ ਕਰਨ ਦਾ ਮੌਕਾ ਮਿਲਿਆ, ਹਨਾ। ਤਾਂ ਮੇਰੇ ਮਨ ਦੇ ਵਿੱਚ ਉਹ ਜਿਹੜਾ ਅੰਤਰ ਆ, ਇੰਨਾ ਵੱਡਾ ਅੰਤਰ ਆ, ਕਾਫੀ ਸਾਰਾ, ਹਨਾ। ਤੇ ਉਹਦੇ ਵਿੱਚ ਮੈਂ ਨਾ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਪਹਿਲਾਂ ਕਿ ਕੁੜੀਆਂ ਜਿਹੜੀਆਂ ਨੇ ਉੱਧਰ ਜਦੋਂ ਅਸੀਂ ਸਫ਼ਰ ਕਰਦੇ ਹੁੰਦੇ ਸੀ ਨਾ ਕਾਲਜ ਨੂੰ ਜਾਣਾ, ਤੇ ਬੱਸ ਵੀ ਭੱਜ ਕੇ ਲੈਣੀ ਪਹਿਲਾਂ ਤਾਂ, ਹਨਾ, ਬੱਸਾਂ ਦਾ ਟਾਈਮ ਜਿਹੜਾ, ਤੇ ਫਿਰ ਉਸ ਤੋਂ ਬਾਅਦ ਹੱਥ 'ਚ ਕਿਤਾਬਾਂ ਫੜੀਆਂ ਹੁੰਦੀਆਂ ਸੀ, ਬੱਸਾਂ 'ਚ ਭੀੜ ਬਹੁਤ ਜ਼ਿਆਦਾ ਹੁੰਦੀ ਸੀ, ਇੱਕ ਹੱਥ ਨਾਲ ਕਿਤਾਬਾਂ ਫੜੀਆਂ ਹੁੰਦੀਆਂ ਸੀ, ਇੱਕ ਹੱਥ ਨਾਲ ਬੱਸ ਦਾ ਡੰਡਾ ਫੜਿਆ ਹੁੰਦਾ ਸੀ, ਤੇ ਕਿਤਾਬਾਂ ਹੱਥ ਦੇ ਵਿੱਚੋਂ ਖਿਸਕਦੀਆਂ ਹੁੰਦੀਆਂ ਸੀ, ਕਦੇ ਆਪਣੇ ਆਪ ਨੂੰ ਸੰਭਾਲਦੇ ਸੀ, ਕਦੇ ਕਿਤਾਬਾਂ ਨੂੰ, ਕਦੇ ਆਪਣੀਆਂ ਚੁੰਨੀਆਂ ਨੂੰ, ਤੇ ਇਦਾਂ ਹੀ ਅਸੀਂ ਧੱਕੇ ਦੌੜੇ ਜੇ ਖਾਂਦੇ ਆਪਣੇ ਸਿਰੇ ਦੇ ਉੱਤੇ ਪਹੁੰਚਦੇ ਸੀ। ਪਰ ਉੱਥੇ ਕੁੜੀਆਂ ਨੂੰ ਸੱਚਮੁੱਚ ਮੈਨੂੰ ਨਹੀਂ ਲੱਗਦਾ ਕਿ ਹਲੇ ਵੀ ਸਾਡੀ ਸੋਚ ਨਹੀਂ ਬਦਲੀ ਹੋਈ, ਕੁੜੀਆਂ ਨੂੰ ਸੱਚੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਮੈਂ ਤੁਹਾਨੂੰ ਵੀ ਸ਼ਾਇਦ ਕੁਝ ਯਾਦ ਹੋਵੇ ਕੋਈ ਗੱਲ, ਤੇ ਮੈਂ ਤੁਹਾਨੂੰ ਆਪਣਾ ਇੱਕ ਉਸ ਟਾਈਮ ਦੀ ਇੱਕ ਯਾਦ ਸਾਂਝੀ ਕਰਨਾ ਚਾਹੁੰਦੀ ਤੁਹਾਡੇ ਨਾਲ। ਜਦੋਂ ਬੱਸ ਦੇ ਵਿੱਚ ਚੜ੍ਹਦੇ ਹੁੰਦੇ ਸੀ ਨਾ, ਕਈ ਵਾਰੀ ਇੱਦਾਂ ਡਰ ਲੱਗਦਾ ਹੁੰਦਾ ਸੀਗਾ ਵੀ ਕੁੜੀਆਂ ਨੂੰ ਨਾ, ਜਿਵੇਂ ਉੱਥੇ ਕੁਝ ਸ਼ਬਦ ਇਹੋ ਜਿਹੇ ਲੋਕ ਬੋਲਦੇ ਸੀਗੇ ਸੁਣਨ ਨੂੰ, ਜਿਹੜੇ ਅਸੱਭਿਅਕ ਜੇ ਹੋਣ, ਜਿਹੜੇ ਸਹੀ ਤਰੀਕੇ ਦੇ ਨਾਲ ਕੁੜੀਆਂ ਨੂੰ, ਮਤਲਬ ਉਹਨਾਂ ਨੂੰ ਬਹੁਤ ਸ਼ਰਮ ਆਉਂਦੀ ਸੀ ਕੁੜੀਆਂ ਨੂੰ ਸੁਣ ਕੇ, ਤੇ ਬੈਠਣਾ ਮੁਸ਼ਕਲ ਹੋ ਜਾਂਦਾ ਸੀ ਕਈ ਵਾਰੀ ਬੱਸਾਂ ਦੇ ਵਿੱਚ। ਇੱਕ ਵਾਰੀ ਮੇਰੇ ਨਾਲ ਇੱਕ ਕੁੜੀ ਸੀ, ਡਰਦੇ ਰਹੀਦਾ ਸੀਗਾ, ਬੋਲਦੇ ਨਹੀਂ ਸੀ, ਬਹੁਤ ਡਰ ਲੱਗਦਾ ਸੀਗਾ ਵੀ ਕਿਸੇ ਨੂੰ ਕੁਝ ਕਵਾਂਗੇ ਤਾਂ ਜੇ ਕਿਸੇ ਨੂੰ ਸਾਰੇ ਲੋਕ ਦੇਖਣਗੇ ਆਸੇ ਪਾਸੇ, ਉਹ ਖਾਲੀ ਕਹਿਣਗੇ ਆਪ ਗਲਤ ਆ ਕੁੜੀ, ਬਹੁਤ ਕੁਝ ਉੱਥੇ ਬੱਸਾਂ ਦੇ ਵਿੱਚ ਉਹਨਾਂ ਟਾਈਮਾਂ 'ਚ ਵੀ। ਕੀ ਮੈਨੂੰ ਲੱਗਦਾ ਜਦੋਂ ਸਾਡੀ ਸੋਚ ਨਹੀਂ ਬਦਲਦੀ ਤਾਂ ਸ਼ਾਇਦ ਅੱਜ ਵੀ ਕੁੜੀਆਂ ਨੂੰ ਸਫ਼ਰ ਕਰਨਾ ਬੱਸਾਂ ਦੇ ਵਿੱਚ ਬਹੁਤ ਮੁਸ਼ਕਲ ਹੁੰਦਾ। ਤੇ ਇੱਕ ਵਾਰੀ ਕੀ ਹੋਇਆ ਕਿ ਉਹ ਇੱਕ ਸਰਦੀਆਂ ਦੇ ਦਿਨ ਸੀਗੇ, ਇੱਕ ਕੋਈ ਜਿਹਨੂੰ ਆਪਾਂ ਕੀ ਕਹੀਏ, ਉਹ ਮੈਨੂੰ ਸ਼ਬਦਾਵਲੀ ਵੀ ਨਹੀਂ ਆਪਾਂ ਉਹਨਾਂ ਦੇ ਲਈ ਕੋਈ ਇਦਾਂ ਦੀ ਯੂਜ਼ ਕਰ ਸਕਦੇ, ਭੂੰਡਾਸ਼ਕ ਜਿਹੜੇ ਹੁੰਦੇ ਨੇ, ਉਹ ਆ ਕੇ ਬੈਠ ਗਿਆ ਨਾਲ ਬੱਸ ਦੇ ਵਿੱਚ ਨਾ। ਇੱਕ ਕੁੜੀ ਸਾਡੇ 'ਚ ਬਹੁਤ ਹਿੰਮਤ ਵਾਲੀ ਸੀ, ਅਸੀਂ ਬਹੁਤ ਡਰਦੀਆਂ ਸੀ। ਉਹ ਬੈਠੇ, ਉਹ ਥੋੜਾ ਜਿਹਾ ਕਹਿੰਦਾ ਪਾਸਾ ਮਾਰ ਕੇ ਨਾਲ ਬੈਠ ਗਿਆ, ਤੇ ਥੋੜੀ ਜਿਹੀ ਦੇਰ ਬਾਅਦ ਉਹ ਫਿਰ ਅੱਗੇ ਨੂੰ ਹੋਈ ਜਾਵੇ, ਫਿਰ ਅੱਗੇ ਨੂੰ ਆਪਣੀ ਕੂਹਣੀ ਕਰ ਲਿਆ ਕਰੇ, ਬਾਂਹ ਅੱਗੇ ਨੂੰ ਕਰ ਲਿਆ ਕਰੇ, ਉਹ ਫਿਰ ਇੱਧਰ ਨੂੰ ਖਿਸਕਣ ਵਾਲੀ ਵੱਲ ਨੂੰ, ਉਹ ਫਿਰ ਅੱਗੇ ਨੂੰ ਵੱਧ ਜਾਇਆ ਕਰੇ। ਉਹ ਥੋੜਾ ਚਿਰ ਤੱਕ ਖਿਸਕਦੀਆਂ ਰਹੀਆਂ, ਫਿਰ ਉਹ ਕੁੜੀ ਇੱਕ ਉਹਨੂੰ ਮੁੰਡੇ ਕਹਿੰਦੀ, ਭਾਈ ਸਾਹਿਬ, ਕਹਿੰਦੀ ਸਰਦੀਆਂ ਦੇ ਵਿੱਚ ਲੋਕ ਸੁੰਗੜਦੇ ਹੁੰਦੇ ਆ ਤੇ ਤੂੰ ਕਹਿੰਦੀ ਫੈਲੀ ਤੁਰਿਆ ਜਾਣਾ। ਸੋ ਇਦਾਂ ਦੀਆਂ ਚੀਜ਼ਾਂ, ਪਰ ਡਰ ਲੱਗਦਾ ਹੁੰਦਾ ਸੀ, ਪਰ ਕਹਿ ਨਹੀਂ ਸੀ ਹੁੰਦਾ ਏਦਾਂ ਸਫ਼ਰ ਕਰਦੇ ਆ। ਸੋ ਇੱਧਰ ਤੁਸੀਂ ਕੀ ਮਹਿਸੂਸ ਕਰਦੇ ਹੋ, ਜੇ ਕੁੜੀਆਂ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ, ਔਰਤਾਂ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ, ਉਹਨਾਂ ਨੂੰ ਕੋਈ ਇਹੋ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ?
ਨਹੀਂ ਇੱਥੇ ਇਹੀ ਗੱਲ ਹੈ, ਇੱਥੇ ਹਰ ਇੱਕ ਐਵਰੀ ਪਰਸਨ ਨੂੰ ਪੈਸੇਂਜਰ ਸਮਝਦੇ ਆ। ਡਸਨਟ ਮੈਟਰ ਉਹ ਬੱਚਾ, ਉਹ ਬੁੱਢਾ, ਉਹ ਜਵਾਨ ਆ, ਉਹ ਕੁੜੀ ਆ, ਉਹ ਮੁੰਡਾ, ਕੀ ਉਹਦਾ ਸੈਕਸ ਆ ਜਾਂ ਕੀ ਉਹਦੀ ਨੈਸ਼ਨੈਲਿਟੀ ਆ ਜਾਂ ਕੁਝ ਵੀ ਆ, ਪੈਸੇਂਜਰ ਐਜ਼ ਅ ਪੈਸੇਂਜਰ ਜਿਹੜਾ ਵੀ ਪੈਸੇਂਜਰ ਬੱਸ ਦੇ ਵਿੱਚ ਸਟੈਪ ਇਨ ਕਰ ਗਿਆ ਉਹ ਬਹੁਤ ਸੇਫ ਆ, ਬਹੁਤ ਜ਼ਿਆਦਾ ਸੇਫ ਆ। ਉਹਨੂੰ ਕਿਸੇ ਵੀ ਤਰ੍ਹਾਂ ਦੀ ਬਾਹਰ ਵੀ ਜ਼ਰੂਰਤ ਹੈ, ਜੇ ਅਸੀਂ ਬਾਹਰ ਵੀ ਕਈ ਵਾਰ ਦੇਖਦੇ ਹਾਂ, ਇਹ ਸਾਡੀ ਜੌਬ ਆ, ਕੋਈ ਰੋਡ ਤੇ ਸਾਈਡ ਵਾਕ ਤੇ ਡਿੱਗਿਆ ਪਿਆ ਜਾਂ ਅਸੀਂ ਸਟਾਪ ਕਰਕੇ ਦੇ ਬੇਸ ਨੂੰ ਕਾਲ ਕਰਦੇ ਹਾਂ ਵੀ ਉੱਥੇ ਕੋਈ ਐਂਬੂਲੈਂਸ ਭੇਜੋ ਹਨਾ। ਸੋ ਇਹ ਤੁਹਾਡੀ ਟ੍ਰੇਨਿੰਗ ਦੇ ਵਿੱਚ ਹੁੰਦਾ ਕਿ ਤੁਸੀਂ ਜਿਹੜੇ ਪੈਸੇਂਜਰ ਨੇ ਉਹਨਾਂ ਦੀ ਸੇਫਟੀ ਤੇ ਸਿਕਿਉਰਿਟੀ ਦਾ ਜਿਹੜਾ ਖਿਆਲ ਉਹ ਤੁਸੀਂ ਰੱਖਣਾ? ਪੈਸੇਂਜਰ ਦੀ ਸੇਫਟੀ ਫਰਸਟ, ਸਾਰਿਆਂ ਤੋਂ ਪਹਿਲਾਂ ਪੈਸੇਂਜਰ ਦੀ ਸੇਫਟੀ ਆ, ਡਰਾਈਵਿੰਗ ਸੇਫ ਆ, ਪੈਸੇਂਜਰ ਦੀ ਸੇਫਟੀ ਆ। ਇੱਥੇ ਹੁਣ ਅੱਜ ਕੱਲ੍ਹ ਜਿਵੇਂ ਸਟੂਡੈਂਟ ਬਹੁਤ ਆ ਰਹੇ ਨੇ, ਉਹਨਾਂ ਨੂੰ ਮੈਂ ਦੱਸ ਦਿੰਦੀ ਆ, ਕੁੜੀਆਂ ਨੂੰ ਮੁੰਡਿਆਂ ਨੂੰ ਵੀ ਦੱਸ ਦਿੰਦੀ ਆ, ਉੱਥੇ ਵੀ ਤੁਸੀਂ ਬੱਸਾਂ ਦੇ ਮਗਰ, ਬੱਸਾਂ ਵਾਲੇ ਕਈ ਵਾਰੀ ਪਾਸਾਂ ਵਾਲਿਆਂ ਨੂੰ ਦੇਖ ਕੇ ਭਜਾ ਲੈ ਕੇ ਲੈ ਜਾਂਦੇ, ਸਾਡੇ ਨਾਲ ਬਹੁਤ ਹੋਇਆ ਸੀ ਕਾਲਜ ਦੇ ਵਿੱਚ। ਜਦੋਂ ਇਹ ਹੁੰਦਾ ਸੀ ਵੀ ਇਹਨਾਂ ਨੇ ਪੈਸੇ ਨਹੀਂ ਦੇਣੇ, ਇਹਨਾਂ ਕੋਲ ਈਅਰਲੀ ਜਾਂ ਮੰਥਲੀ ਪਾਸ, ਕਿੰਨੀਆਂ ਬੱਸਾਂ ਸਾਡੀਆਂ ਇਦਾਂ ਹੀ ਲੰਘ ਜਾਂਦੀਆਂ ਸੀਗੀਆਂ ਤੇ ਉਹਨਾਂ ਨੇ ਕੋਲ ਦੀ ਭਜਾ ਕੇ ਲੈ ਜਾਣੇ, ਜਾਂ ਪਿੱਛੇ ਆਪਣੇ ਮੁੰਡੇ ਤਾਂ ਭੱਜ ਕੇ ਬੱਸਾਂ ਦੇ ਨਾਲ ਲਟਕ ਜਾਂਦੇ ਸੀ ਤੇ ਕੁੜੀਆਂ ਫੇਰ ਖੜੀਆਂ ਰਹਿ ਜਾਂਦੇ, ਖਾਸ ਕਰਕੇ ਜਿਹੜੇ ਪ੍ਰਾਈਵੇਟ ਬੱਸ ਵਾਲੇ ਸੀ ਉਹ ਤਾਂ ਉਹੀ ਨਹੀਂ ਸੀ ਚੜਾਉਂਦੇ। ਇੱਥੇ ਮੈਂ ਕਹਿੰਦੀ ਹਾਂ ਵੀ ਤੁਹਾਨੂੰ ਕਿੰਨੇ ਰਿਸਪੈਕਟਫੁਲੀ ਹੌਲੀ ਕਰਕੇ, ਸਲੋ ਕਰਕੇ, ਜਿੰਨਾ ਚਿਰ ਬਹਿੰਦੇ ਨਹੀਂ ਉਹਨਾਂ ਚਿਰ ਅਸੀਂ ਮੂਵ ਨਹੀਂ ਕਰਦੇ ਹਨਾ, ਬੜਾ ਰਿਸਪੈਕਟ। ਮੈਂ ਉਹਨਾਂ ਨੂੰ ਬਹੁਤ ਕਹਿੰਦੀ ਹੁੰਦੀ ਵੀ ਤੁਹਾਨੂੰ ਇੰਨਾ ਰਿਸਪੈਕਟਫੁਲੀ এনवायरमेंट ਇੱਥੇ ਮਿਲਿਆ ਵਾ, ਪਲੀਜ਼ ਇਹਦੀ ਵੀ ਆਪਾਂ ਵੀ ਰਿਸਪੈਕਟ ਕਰੀਏ ਹਨਾ, ਇਹਦਾ ਮਿਸਯੂਜ਼ ਨਾ ਕਰੀਏ ਤੇ ਤੁਹਾਨੂੰ ਬਹੁਤ ਕੁਝ ਮਿਲੂਗਾ। ਇਹ ਦੇਸ਼ ਜੇ ਤੁਸੀਂ ਆਨੈਸਟ ਹੋ, ਹਾਰਡ ਵਰਕ ਕਰਾਓ ਹਨਾ, ਤੁਹਾਨੂੰ ਇਹ ਦੇਸ਼ ਬਹੁਤ ਕੁਝ ਦਿੰਦਾ। ਜੇ ਸਾਨੂੰ ਕੁਝ ਹੱਕ ਮਿਲੇ ਨੇ ਤਾਂ ਅਸੀਂ ਆਪਦੇ ਫਰਜ਼ਾਂ ਨੂੰ ਵੀ ਪਛਾਣੀਏ, ਫਰਜ਼ਾਂ ਨੂੰ ਪਿੱਛੇ ਸੱਟ ਕੇ। ਕਈ ਵਾਰੀ ਸਾਰੇ ਨਹੀਂ ਇਹੋ ਜਿਹੇ ਹੁੰਦੇ ਤੇ ਕਈ ਥੋੜੇ ਜਿਹੇ ਬੱਚੇ ਹੈਗੇ ਨੇ, ਉਹ ਥੋੜਾ ਜਿਹਾ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਨਾਲ ਦੇ ਹੀ ਕਈ ਵਾਰੀ ਦੱਸ ਦਿੰਦੇ ਨੇ। ਬਹੁਤ ਸਟੂਡੈਂਟਸ ਨੇ ਬਹੁਤ ਹਾਰਡ ਵਰਕ ਹੈਗੇ ਨੇ ਹਨਾ, ਉਹਨਾਂ ਨੇ ਕਰਦੇ ਨੇ, ਪਰ ਉਹਨਾਂ ਨੂੰ ਜਾਂ ਉਹ ਮੈਚੁਰ ਨਹੀਂ ਹੋਏ ਹਲੇ, ਸਿਰਫ ਮੋਸਟ ਆਫ ਦੈਮ ਉਹ ਗ੍ਰੇਡ 12 ਕਰਕੇ ਆ ਜਾਂਦੇ ਨੇ। ਮੈਂ ਉਹਨਾਂ ਨਾਲ ਇਹ ਵੀ ਸ਼ੇਅਰ ਕਰਦੀ ਹੁੰਦੀ ਆ ਵੀ ਤੁਸੀਂ ਆਪਣੀ ਲਾਈਫ ਦਾ 골ਡਨ ਟਾਈਮ ਆ ਜਿਹੜਾ ਕਾਲਜ ਯੂਨੀਵਰਸਿਟੀ ਦਾ, ਤੁਸੀਂ ਉਹ ਮਿਸ ਕਰ ਦੇਣਾ। ਇੱਥੇ ਆ ਕੇ ਸਾਡਾ 골ਡਨ ਟਾਈਮ ਕਿੱਦਾਂ ਲੰਘਿਆ, ਬਹੁਤ ਵਧੀਆ। ਉਹ ਮੈਮਰੀਜ਼ ਨੇ ਜਿਹੜੀਆਂ ਉਹ ਉਹੀ ਰਹਿੰਦੀਆਂ, ਉਹਨਾਂ ਨੂੰ ਆਪਾਂ ਬਿਆਨ ਨਹੀਂ ਕਰ ਸਕਦੇ, ਉਹਨਾਂ ਨੂੰ ਮਹਿਸੂਸ ਕਰ ਸਕਦੇ ਆ ਤੇ ਜੇ ਉਹ ਆਪਣੇ ਸੁਪਨੇ ਬਣ ਕੇ ਰਹਿ ਜਾਂਦੇ। ਬਿਲਕੁਲ। ਸੋ ਕੁੜੀਆਂ ਦੇ ਲਈ ਤਾਂ ਹੋ ਗਿਆ ਕਿ ਕੁੜੀਆਂ ਉਧਰ ਨਾਲੋਂ ਜ਼ਿਆਦਾ ਤੁਸੀਂ ਮਹਿਸੂਸ ਕਰਦੇ ਹੋਗੇ ਇੱਧਰ ਸੇਫ ਆ। ਇੱਕ ਹੋਰ ਫਰਕ ਜਿਹੜਾ ਮੈਂ ਪਹਿਲੀ ਵਾਰੀ ਆ ਕੇ ਦੇਖਿਆ ਸੀ, ਉੱਥੇ ਇੱਕ ਕੰਡਕਟਰ ਹੁੰਦਾ ਸੀਗਾ, ਉਹ ਝੋਲਾ ਲੈ ਕੇ ਤੇ ਉਹ ਪੈਸੇ ਟਿਕਟਾਂ ਵੀ ਕੱਟਦਾ ਹੁੰਦਾ ਸੀ ਤੇ ਉਹ ਕਹਿੰਦਾ ਹੁੰਦਾ ਸੀ ਵੀ ਰਾਹ ਦੀ ਸਵਾਰੀ ਕੋਈ ਨਾ ਹੋਵੇ ਤੇ ਖੁੱਲੇ ਪੈਸੇ ਲੈ ਕੇ ਚੜਿਓ। ਇੱਥੇ ਕਿਵੇਂ? ਇਹ ਮੁਲਕ ਕੰਮ ਬਹੁਤ ਲੈਂਦਾ। ਹਾਂਜੀ, ਨਹੀਂ, 2 ਬੰਦਿਆਂ ਦੀ ਜੌਬ ਇਕੱਲਾ ਡਰਾਈਵਰ ਹੀ ਕਰਦਾ। ਹਾਂਜੀ, ਕਿਵੇਂ ਕਰਦੇ ਹੋ? ਉਹਨਾਂ ਨੇ ਆਉਣਾ, ਫੇਅਰ ਪੈਸੇ ਪਾਉਣੇ, ਫਿਰ ਬਾਕਸ ਲੱਗਿਆ ਹੁੰਦਾ ਤੇ ਪੈਸੇ ਉੱਤੇ ਪਹਿਲਾਂ ਹੀ ਲਿਖਿਆ ਹੋਇਆ ਫੇਅਰ ਪੇਡ ਜ਼ੋਨ ਆ। ਇਹ ਜਦੋਂ ਅੰਦਰ ਵੜ ਗਏ ਤੁਸੀਂ, ਤੁਹਾਨੂੰ ਪੈਸੇ ਪਾਉਣੇ ਹੀ ਪੈਣੇ। ਪਰ ਅਸੀਂ ਇਹ ਵੀ ਟ੍ਰੇਨਿੰਗ ਦੇ ਵਿੱਚ ਹੈਗਾ ਵੀ ਕਿਸੇ ਨੂੰ ਐਨਫੋਰਸ ਨਹੀਂ ਕਰਦੇ, ਉਹਨੂੰ ਦੱਸਣਾ ਵੀ ਤੁਸੀਂ ਆ ਗਏ ਪੈਸੇ, ਇੰਨੇ ਪੈਸੇ ਪਾਉਣੇ ਆ। ਬੜੇ ਹਾਸੇ ਹੁੰਦੇ ਆ ਕਈ ਵਾਰੀ। ਆਪਣੇ ਪੰਜਾਬੀ ਆਂਟੀ ਅੰਕਲ ਉਹ ਦੇਖ ਲੈਂਦੇ ਆ ਵੀ ਹਾਂ ਪੰਜਾਬੀ ਕੁੜੀ ਆ, ਇਹਦੀ ਐਡਵਾਂਟੇਜ ਲੈ ਲਈਏ, ਉਹ ਤੇ ਮੁੱਠੀ 'ਚ ਲੈ ਕੇ ਲੰਘ ਹੀ ਜਾਂਦੇ ਆ। ਨਹੀਂ, ਰਿਮਾਈਂਡ ਜ਼ਰੂਰ ਕਰਾਉਂਦੇ ਆ, ਫੋਰਸ ਨਹੀਂ ਕਰਦੇ ਪਰ ਰਿਮਾਈਂਡ ਕਰਾਉਂਦੇ ਆ, ਆਂਟੀ ਜੀ $75 ਨਾਲ ਤੁਸੀਂ ਕਿੰਨੀ ਬੱਚਤ ਕਰ ਦੋਗੇ, ਪਲੀਜ਼ ਤੁਸੀਂ ਪੇ ਕਰਿਓ, ਚੰਗਾ ਲੱਗਦਾ। ਕਿਉਂਕਿ ਆਪਾਂ ਦੂਜੇ ਦੇਸ਼ 'ਚ ਆਏ, ਆਪਾਂ ਆਪਣੀ ਪਛਾਣ ਬਣਾਉਣੀ ਆ ਟੂ ਬੀ ऑनेस्ट ने। ये बंदे पंजाबी बंदे ने, खास करके भी ये ऑनेस्ट ने, कोई गलत काम नहीं करते, कोई बेईमानी नहीं करते। ਇਹੋ ਜਿਹੀ ਪਛਾਣ ਬਣਾਉਣੀ ਆ, ਨਾ ਕਿ ਆਪਾਂ ਸਨੀਕ ਪੈਸੇ ਲੈ ਕੇ ਅੱਗੇ ਲੰਘ ਜੂ ਤੇ ਲਾਈ ਤੇ ਜੀ। ਤੇ ਫਿਰ ਜਦੋਂ ਇੱਕ ਹੋਰ ਮੇਰੇ ਮਨ 'ਚ ਖਿਆਲ ਆਉਂਦਾ ਹੁੰਦਾ ਸੀ, ਜਦੋਂ ਉਧਰ ਹੁੰਦੇ ਸੀ ਤੇ ਆਰਾਮ ਨਾਲ ਬੈਠੇ ਰਹਿੰਦੇ ਹੁੰਦੇ ਸੀ, ਜਦੋਂ ਆਪਦਾ ਪਿੰਡ ਆਉਂਦਾ ਸੀ ਤੇ ਕੰਡਕਟਰ ਸੀਟੀ ਮਾਰ ਕੇ ਬੱਸ ਰੁਕਵਾਉਂਦਾ ਹੁੰਦਾ ਸੀ ਤੇ ਫਿਰ ਉੱਤਰ ਜਾਈਦਾ ਸੀ। ਇੱਥੇ ਫਿਰ ਉਹ ਕੰਡਕਟਰ ਹੈ ਨਹੀਂ ਤੇ ਫਿਰ ਤੁਸੀਂ ਕਿਵੇਂ ਧਿਆਨ ਰੱਖਦੇ ਹੋ? ਕਿਵੇਂ ਪਤਾ ਲੱਗਦਾ ਵੀ ਕਿਹੜੀ ਸਵਾਰੀ ਨੇ ਕਿੱਥੇ ਉਤਰਨਾ, ਜਾਂ ਕਿ ਤੁਸੀਂ ਹਰੇਕ ਸਟਾਪੇਜ ਦੇ ਉੱਤੇ ਹੀ ਬੱਸ ਰੋਕਦੇ ਹੋ? ਕਿਵੇਂ? ਨਹੀਂ, ਉਹਨਾਂ ਨੂੰ ਥੋੜਾ ਜਿਹਾ ਆਪ ਵੀ ਧਿਆਨ ਰੱਖਣਾ ਪੈਂਦਾ ਵੀ ਅਸੀਂ ਕਿੱਥੇ ਜਾਣਾ, ਜਾਂ ਕਈ ਵਾਰ ਜਿਹੜੇ ਨਵੇਂ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹ ਸਟਰੀਟ ਦੱਸ ਦਿੰਦੇ ਆ, ਅਸੀਂ ਆਹ ਸਟਰੀਟ ਤੇ ਜਾਣਾ, ਫਿਰ ਉੱਥੇ ਜਾ ਕੇ ਆਪ ਹੀ ਰੋਕ ਦਿੰਦੇ ਆ। ਸਾਰੇ ਸਟਾਪੇਜ ਤੇ ਨਹੀਂ ਰੋਕਦੀ, ਜੇ ਕੋਈ ਉੱਥੇ ਕਿਸੇ ਵੀ ਸਟਾਪੇਜ ਤੇ ਚੜ੍ਹਨ ਜਾਂ ਉਤਰਨ ਵਾਲਾ ਨਹੀਂ ਹੈਗਾ ਫੇਰ ਨਹੀਂ ਰੁਕਦੀ। ਫਿਰ ਇੱਕ ਇਹਦੇ ਚ ਬੱਸ ਦੇ ਵਿੱਚ ਉਹ ਖਿੱਚਦੇ ਹੁੰਦੇ ਆ ਜਿਹੜੀ ਉਹ, ਹਾਂਜੀ, ਰਿੰਗ ਬੈਲ ਬਟਨ ਵੀ ਹੁੰਦਾ, ਪੁਸ਼ ਬਟਨ ਵੀ ਹੁੰਦਾ ਤੇ ਕੋਡ ਵੀ ਹੁੰਦੀ ਆ, ਤੇ ਉਹਨੂੰ ਖਿੱਚਦੇ ਆ ਤੇ ਉਹ ਡਰਾਈਵਰ ਕੋਲੇ ਚਾਈਮ ਵੱਜਦੀ ਤੇ ਜਾ ਕੇ ਉਹਨੂੰ ਪਤਾ ਲੱਗ ਜਾਂਦਾ ਵੀ ਕੋਈ ਕਿਸੇ ਨੂੰ ਨੈਕਸਟ ਸਟਾਪ ਰਿਕੁਐਸਟ ਕੀਤਾ ਕਿਸੇ ਨੇ। ਠੀਕ ਹੈ। ਇੱਕ ਰੁਪਿੰਦਰ ਹੋਰ ਮੈਨੂੰ ਫਰਕ ਜਿਹੜਾ ਲੱਗਦਾ ਹੁੰਦਾ ਸੀ ਨਾ, ਉੱਥੇ ਬੱਸਾਂ ਦੇ ਵਿੱਚ ਭੀੜ ਬਹੁਤ ਹੁੰਦੀ ਸੀ ਨਾ, ਜਿੰਨੇ ਮਰਜ਼ੀ ਬੱਸਾਂ ਦੇ ਵਿੱਚ ਚੜ੍ਹੀਓ, ਪ੍ਰਾਈਵੇਟ ਬੱਸਾਂ ਵਾਲੇ ਬਹੁਤ ਚੜਾਉਂਦੇ ਹੁੰਦੇ ਸੀ। ਕਈ ਵਾਰੀ ਕਿਸੇ ਨੂੰ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਥੋੜਾ ਜਿਹਾ, ਬੇਬੇ ਨੇ ਕਹਿਣਾ ਮਾੜਾ ਜਿਹਾ ਪਾਸਾ ਜਿਹਾ ਮਾਰੀ ਗੁੱਡੀ
ਹਨਾ, ਤੇ ਉਹਨਾਂ ਨੇ ਆ ਕੇ ਬੇਬੇ ਨੇ ਤੁਹਾਡੀ ਗੋਦੀ 'ਚ ਹੀ ਬੈਠ ਜਾਣਾ ਤੇ ਬੜਾ ਔਖਾ ਲੱਗਦਾ ਸੀ, ਪਰ ਉਹ ਬਹੁਤ ਧੱਕ ਕੇ ਤੁੰਨ ਕੇ ਬੱਸ ਨੂੰ ਭਰ ਲੈਂਦੇ ਸੀਗੇ ਹਨਾ। ਤੇ ਕਈ ਵਾਰੀ ਜਦੋਂ ਸਾਉਣ ਦਾ ਮਹੀਨਾ ਹੁੰਦਾ ਸੀ ਤੇ ਬੇਬਿਆਂ ਦੇ ਕੋਲੇ ਜਿਹੜੇ ਸੰਧਾਰੇ ਵਾਲੇ ਪੀਪੇ ਵੀ ਹੁੰਦੇ ਸੀ, ਉਹ ਉਹਨਾਂ ਦੇ ਨਾਲ ਵੀ ਸਾਡੇ ਗਿੱਟੇ ਛਿੱਲੇ ਜਾਂਦੇ ਹੁੰਦੇ ਸੀ। ਤੇ ਉਹ ਚੀਜ਼ਾਂ ਜਿਹੜੀਆਂ ਨੇ ਇੱਥੇ ਬੱਸ ਦੇ ਵਿੱਚ ਕਿੰਨੀਆਂ ਸਵਾਰੀਆਂ ਚੜਾਉਂਦੇ ਹੋ ਤੇ ਕਿਵੇਂ, ਜੇ ਬੱਸ ਦੇ ਵਿੱਚ ਜ਼ਿਆਦਾ ਸਵਾਰੀਆਂ ਹੋ ਜਾਣ ਖੜੇ ਵੀ ਰਹਿੰਦੇ ਆ ਜਾਂ ਬੈਠੇ ਹੋਣਾ ਹੁੰਦਾ, ਕੀ ਉਹਦਾ ਪ੍ਰੋਸੈਸ? ਹਾਂਜੀ, ਇੱਥੇ ਜਿਵੇਂ ਦੇਖਣਾ ਪੈਂਦਾ, ਮੈਂ ਜਿਹੜਾ ਮੋਸਟਲੀ ਰਨ ਕਰਦੀ, ਮੈਂ ਯੂਨੀਵਰਸਿਟੀ ਵਾਲਾ ਕਰਦੀ ਸੀ, ਉੱਥੇ ਦੇ ਤੇ ਸਟੂਡੈਂਟ ਹੁੰਦੇ ਸੀ ਕਿ ਫਿਰ ਆਏ ਦੇਖ ਲਈਦਾ ਸੀ, ਥੋੜੀ ਲਿਮਿਟ ਹੁੰਦੀ ਆ ਕਿਉਂਕਿ ਉਹਨਾਂ ਦੀ ਵੀ ਲਿਮਿਟ ਆ, ਤੁਸੀਂ ਓਵਰ ਲਿਮਿਟ ਜਾ ਨਹੀਂ ਸਕਦੇ। ਰੈੱਡ ਲਾਈਨ ਡਰਾਈਵਰ ਤੋਂ 3 ਫੁੱਟ ਦੀ ਦੂਰੀ ਤੇ ਲਾਈ ਹੁੰਦੀ ਆ ਉਹਨਾਂ ਨੇ, ਤੇ ਉਹ ਤੋਂ ਉਹਨੂੰ ਪਾਸ ਨਹੀਂ ਕਰ ਸਕਦੇ। ਪਿੱਛੇ ਵੀ ਦੇਖਣਾ ਹੁੰਦਾ, ਇਹ ਸਟੂਡੈਂਟਸ ਸੀ ਹੁੰਦੇ ਆ ਜਿਹੜੇ ਚਾਹੇ ਯੰਗ ਹੁੰਦੇ ਆ, ਇਹਨਾਂ ਨੂੰ ਐ ਸੋਚੀਦਾ ਵੀ ਸਾਰਿਆਂ ਨੇ ਕਲਾਸ ਸੇਮ ਟਾਈਮ ਤੇ ਲਾਉਣੀ ਆ, ਉਹਨਾਂ ਨੂੰ ਕਾਫੀ ਓਵਰਲੋਡ ਹੋ ਜਾਂਦੀਆਂ ਨੇ ਉਹ ਬੱਸਾਂ। ਪਰ ਜਦੋਂ ਜਿਹੜੇ ਹੋਰ ਬਾਕੀ ਰਨ ਹੁੰਦੇ, ਉਹਨਾਂ ਸੀਨੀਅਰਸ ਹੁੰਦੇ ਨੇ, ਵਾਕਰ ਹੁੰਦਾ ਉਹਨਾਂ ਕੋਲ, ਜਾਂ ਕੋਈ ਵੀਲ ਚੇਅਰ ਹੁੰਦੀ ਆ, ਜਾਂ ਕੋਈ ਬਾਈਕ ਵਾਲਾ ਹੁੰਦਾ, ਜਾਂ ਕੋਈ ਐਵੇਂ ਦਾ ਹੁੰਦਾ, ਉਹਨੂੰ ਐਕਸਟਰਾ ਸਪੇਸ ਚਾਹੀਦੀ ਹੁੰਦੀ ਆ, ਉਦੋਂ ਫਿਰ ਅਸੀਂ ਨਹੀਂ, ਜਸਟ ਡ੍ਰੌਪ ਆਫ ਓਨਲੀ ਕਰ ਦਿੰਦੇ ਆ ਵੀ ਅਸੀਂ ਜਿੰਨੇ ਹੈਗੇ ਨੇ ਉਹਨਾਂ ਚੋਂ 4-5 ਜਣੇ ਉਤਰਨਗੇ ਫਿਰ ਹੀ ਨੈਕਸਟ ਆ ਸਕਦੇ ਆ। ਯੂਨੀਵਰਸਿਟੀ ਵਾਲੇ ਰਨ ਥੋੜੇ ਜਿਹੇ ਓਵਰਲੋਡ ਹੋ ਜਾਂਦੇ ਆ। ਠੀਕ ਹੈ, ਪਰ ਉਹਦਾ ਥੋੜਾ ਜਿਹਾ ਅੱਗੇ ਨਾਲੋਂ ਤੁਸੀਂ ਕੀ ਮਹਿਸੂਸ ਕਰਦੇ ਹੋ, ਜਿਹੜਾ 20 ਸਾਲ ਪਹਿਲਾਂ ਜਦੋਂ ਥੋੜੀ ਗਿਣਤੀ ਵੀ ਘੱਟ ਹੋਊਗੀ, ਜਨਸੰਖਿਆ ਵੀ ਘੱਟ ਹੋਊਗੀ ਇੱਥੇ, ਉਦੋਂ ਨਾਲ ਹੁਣ ਬੱਸਾਂ ਦੇ ਵਿੱਚ ਕੁਝ ਫਰਕ ਪਿਆ, ਭੀੜ ਵਧਣ ਲੱਗੀ? ਬਹੁਤ ਜ਼ਿਆਦਾ, ਹਾਂਜੀ, ਕਿਉਂਕਿ ਸਾਡੀ ਸਰਵਿਸ ਵੀ ਹੁਣ ਵਧੀਆ, ਤਾਂ ਕਰਕੇ 15 ਮਿੰਟ ਦੀ ਸਰਵਿਸ ਕੀਤੀ ਹੈ, ਪਹਿਲਾਂ ਪੌਣੇ ਘੰਟੇ ਦੀ 45 ਮਿੰਟ ਦੀ ਸਰਵਿਸ ਹੁੰਦੀ ਸੀਗੀ, ਬਿਕੋਜ਼ ਰਾਈਡਰਸ਼ਿਪ ਬਹੁਤ ਵਧੀਆ। ਅੱਜ ਕੱਲ੍ਹ ਹੁਣ ਲਾਸਟ 4 ਤੋਂ 5 ਸਾਲਾਂ ਦੇ ਸਟੂਡੈਂਟਸ ਬਹੁਤ ਆਉਣ ਲੱਗੇ ਆ, ਸਟੂਡੈਂਟਸ ਕਰਕੇ, ਵਰਕ ਪਰਮਿਟ ਵਾਲੇ ਕਰਕੇ, ਤੇ ਉਹਨਾਂ ਨੇ ਸਟਾਰਟਿੰਗ ਬੱਸਾਂ ਤੋਂ ਕਰਨੀ ਹੁੰਦੀ ਆ, ਉਹਦੇ ਕਰਕੇ ਰਾਈਡਰਸ਼ਿਪ ਬਹੁਤ ਵਧੀਆ। ਹਾਂਜੀ, ਉਹਨਾਂ ਨੂੰ ਫਿਰ ਸਹੂਲਤ ਵੀ ਆ, ਬਹੁਤ ਜ਼ਿਆਦਾ ਸਹੂਲਤ ਆ ਇਹਦੀ, ਉਹ ਕਿਉਂਕਿ ਉਹਨਾਂ ਦੀ ਯੂਨੀਵਰਸਿਟੀ ਫੀਸ ਦੇ ਵਿੱਚ ਹੀ ਪਾਸ ਇਨਕਲੂਡਡ ਹੁੰਦਾ, ਸਮੈਸਟਰ ਪਾਸ 3 ਮਹੀਨੇ ਦਾ। ਠੀਕ ਹੈ, ਤੇ ਇੱਕ ਇਹਦੇ 'ਚ ਇਹ ਵੀ ਹੁੰਦਾ ਹੈ ਕਿ ਜਿੱਦਾਂ ਜਿਹਦੇ ਕੋਲੇ ਕੋਈ ਟੁੱਟੇ ਪੈਸੇ ਨਹੀਂ ਹੁੰਦੇ, ਮੰਨ ਲਓ ਉਹ ਕਈ ਵਾਰੀ ਉਹਦੇ 'ਚ ਉਹੀ ਪਾਉਣੇ ਹੁੰਦੇ ਆ, ਤਾਂ ਉਹਦੇ 'ਚ ਕੁਛ ਕਾਰਡ, ਕੰਪਸ ਕਾਰਡ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ, ਜਾਂ ਉਹ ਆਪਣਾ ਦੂਸਰਾ ਕਾਰਡ ਉਹਨੂੰ ਟੈਪ ਕਰਕੇ ਜਾਂ ਕਿਸੇ ਤਰੀਕੇ ਦੇ ਨਾਲ, ਹੋਰ ਜੇ ਕਿਸੇ ਕੋਲੇ ਖੁੱਲੇ ਪੈਸੇ ਨਾ ਹੋਣ, ਜਿਵੇਂ ਉੱਥੇ ਤਾਂ ਕਹਿੰਦੇ ਸੀਗੇ ਵੀ ਖੁੱਲੇ ਪੈਸੇ ਲੈ ਕੇ ਚੜਿਓ, ਤੇ ਪਰ ਤੁਸੀਂ ਉਹਨੂੰ ਇੱਕ ਪੈਸਿਆਂ ਦੇ ਲਈ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨੂੰ ਏਦਾਂ ਨਹੀਂ ਕਿ ਉਹਨੂੰ ਨਹੀਂ ਰਾਈਡ ਦਿੰਦੇ, ਸੋ ਉਦੋਂ ਨਹੀਂ ਆ ਜਾਂਦੇ ਆ, ਕਈ ਕਹਿ ਦਿੰਦੇ ਸਾਡੇ ਕੋਲੇ $10 ਆ, ਤੇ ਫਿਰ ਉਹਨੂੰ ਕਹਿੰਦੇ ਵੀ ਨਹੀਂ ਤੇਰੇ, ਮੈਂ $10 ਨਹੀਂ ਵੇਸਟ ਕਰਾਉਣੇ, $2 ਪਿੱਛੇ ਵੀ, ਦੈਟਸ ਓਕੇ, ਜਸਟ ਨੈਕਸਟ ਟਾਈਮ ਬ੍ਰਿੰਗ ਯੂਰ ਲਾਈਕ ਐਗਜ਼ੈਕਟ ਫੇਅਰ, ਹਨਾ। ਤੇ ਉਹ ਫਿਰ ਕਈ ਪਾ ਵੀ ਦਿੰਦੇ ਆ, ਬਿਨਾਂ ਪੁੱਛੇ ਕੁਝ ਵੀ, $5 ਵੀ ਪਾ ਦਿੰਦੇ ਨੇ, ਹਨਾ। ਜਿਵੇਂ ਹਰੇਕ ਨੂੰ ਜਾਣੀ ਦੀ ਉਹ ਕਹਿੰਦੇ ਵੀ ਤੁਸੀਂ ਆਪਣੀ ਜੌਬ ਕਰਨੀ ਆ, ਹਰੇਕ ਨੂੰ ਰਿਮਾਈਂਡ ਕਰਾਉਣਾ ਵੀ ਹਾਂ ਤੁਸੀਂ ਪੇ ਕਰਨੇ ਆ, ਪਰ ਐਨਫੋਰਸ ਨਹੀਂ ਕਰਦੇ, ਜੇ ਨਹੀਂ ਹੈਗੇ ਤਾਂ ਦੈਟਸ ਫਾਈਨ, ਦੇ ਕੈਨ ਗੈਟ ਅ ਫ੍ਰੀ ਰਾਈਡ। ਪਰ ਇੱਕ ਚੀਜ਼ ਹੋਰ ਸੀਗੀ ਜਿਹੜੀ ਆ ਉੱਥੇ ਹੁੰਦਾ ਸੀ ਵੀ ਇੱਥੇ ਜਦੋਂ ਨਾ ਬੱਸ ਦੇ ਵਿੱਚ ਚੜ੍ਹਦੇ ਸੀ, ਜਦੋਂ ਮੈਂ ਸ਼ੁਰੂ ਚੜ੍ਹਨ ਲੱਗੀ ਤਾਂ ਹੈਲੋ ਕਹਿੰਦੇ ਆ, ਤੇ ਜਦੋਂ ਉਤਰਦੇ ਆ ਬੱਸ ਦੇ ਵਿੱਚੋਂ ਤਾਂ ਡਰਾਈਵਰ ਨੂੰ ਬਹੁਤ ਜ਼ੋਰ ਦੀ, ਕਈ ਵਾਰੀ ਬੈਕ ਸਾਈਡ ਤੋਂ ਪਿਛਲੇ ਗੇਟ ਦੇ ਵਿੱਚੋਂ ਜਦੋਂ ਉਤਰਦੇ ਆ ਨਾ ਐਗਜ਼ਿਟ ਕਰਦੇ, ਤਾਂ ਉੱਥੋਂ ਬੜੀ ਜ਼ੋਰ ਦੀ ਥੈਂਕ ਯੂ ਕਹਿ ਕੇ ਜਾਂਦੇ ਆ, ਹਨਾ। ਤੇ ਪਹਿਲਾਂ ਜਦੋਂ ਸ਼ੁਰੂ 'ਚ ਕਿਉਂਕਿ ਆਪਾਂ ਨੂੰ ਆਦਤ ਨਹੀਂ ਹੁੰਦੀ ਉੱਥੋਂ ਆਇਆਂ ਨੂੰ, ਹਨਾ, ਤੇ ਬੱਸ ਚੜ੍ਹਦਿਆਂ ਹੋਇਆਂ ਤਾਂ ਮੈਂ ਸਿਰ ਹਿਲਾ ਦੇਣਾ, ਤੇ ਪਰ ਜਦੋਂ ਉਤਰਨਾ ਹੁੰਦਾ ਸੀ ਉਹ ਮੈਨੂੰ ਬੜਾ ਥੋੜਾ ਜਿਹਾ ਔਖਾ ਲੱਗਦਾ ਹੁੰਦਾ ਸੀ, ਤੇ ਪਰ ਪਿੱਛੋਂ ਮੈਨੂੰ ਲੱਗਦਾ ਹੁੰਦਾ ਸੀ ਵੀ ਇਹ ਕਹਿੰਦੇ ਵੀ ਬੜਾ ਰੂਡ ਜਿਹਾ ਕੰਮ ਕੀਤਾ, ਹਨਾ, ਵੀ ਉੱਤਰ ਕੇ ਚਲੇ ਗਏ ਤੇ ਕਿਆ ਕੁਛ ਐਪਰੀਸ਼ੀਏਟ ਵੀ ਨਹੀਂ ਕੀਤਾ। ਤੁਹਾਨੂੰ ਕੀ ਲੱਗਦਾ, ਤੁਸੀਂ ਹਰੇਕ ਸਵਾਰੀ ਜਿਹੜੀ ਚੜ੍ਹਦੀ ਆ ਉਹਨੂੰ ਹਾਈ ਹੈਲੋ ਕਹਿਣਾ ਹੁੰਦਾ ਤੇ ਐਕਸਪੈਕਟ ਕਰਦੇ ਆ, ਹਨਾ, ਵੀ ਕਿਉਂਕਿ ਆਦਤ ਪੈ ਜਾਂਦੀ ਆ। ਜਿਹੜੇ ਬਾਕੀ ਗੋਰੇ ਲੋਕ ਨੇ ਉਹਨਾਂ ਨੇ ਥੈਂਕ ਯੂ ਜਾਂ ਕੁਛ ਵੀ ਜਿਵੇਂ ਮਰਜ਼ੀ, ਉਹ ਥੋੜਾ ਐਪਰੀਸ਼ੀਏਟ ਕਰਦੇ ਆ ਵੀ ਤੁਸੀਂ ਸਾਨੂੰ ਪਲੇਸਿਸ ਤੇ ਲੈ ਕੇ ਜਾਂਦੇ ਹੋ, ਹਨਾ। ਆਪਣੇ ਆਉਂਦੀ ਹੈ ਪ੍ਰੋਬਲਮ ਜਦੋਂ ਪੰਜਾਬ ਤੋਂ ਆਉਂਦੇ ਆ, ਥੋੜਾ ਸ਼ਾਈ ਹੁੰਦੇ ਆ, ਜਾਂ ਹੌਲੀ ਹੌਲੀ ਦੇਖ ਕੇ ਸਿੱਖ ਵੀ ਜਾਂਦੇ ਆ। ਪਹਿਲਾਂ ਕੋਈ ਨਹੀਂ ਕਹਿੰਦਾ, ਕੋਈ ਉਤਰਨ ਲੱਗੇ ਇਹਦੇ ਨਾਲ ਡਰਾਈਵਰ ਦਾ ਕੁਛ ਨਹੀਂ ਘਟਦਾ, ਉਹਨੂੰ ਤਾਂ ਸੇਮ ਹੀ ਪੈਸੇ ਮਿਲਦੇ ਆ, ਸਾਰਾ ਕੁਛ ਮਿਲਦਾ। ਪਰ ਇੱਕ ਸਾਲ ਲੈ ਹੈਲੋ ਨਗਾਰਾ ਟੀਵੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੌਣ ਬੋਲ ਰਹੇ ਹੋ? ਮੈਂ ਸਿਮਰਨ ਬੋਲ ਰਹੀ ਹਾਂ ਜੀ। ਹਾਂਜੀ ਸਿਮਰਨ। ਸਰੀ ਤੋਂ ਹੀ ਮੈਂ ਸਟੂਡੈਂਟ ਆ, ਮੈਂ ਪੜ੍ਹਦੀ ਹਾਂ, ਹਾਂਜੀ, ਇੱਥੇ ਸਰੀ 'ਚ ਹੀ ਰਹਿੰਦੀ ਹਾਂ ਮੈਂ। ਤੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਸੀ ਤੁਹਾਡਾ, ਤਾਂ ਮੈਂ ਸੋਚਿਆ ਕਿ ਕਾਲ ਕਰਕੇ ਮੈਂ ਤੁਹਾਨੂੰ ਕੁਝ ਕੁਐਸਚਨ ਪੁੱਛਾਂ ਜਿਹੜੇ ਆਪਣੇ ਨਾਲ ਅੱਜ ਗੈਸਟ ਨੇ। ਹਾਂਜੀ ਜੀ, ਸਵਾਗਤ ਤੁਹਾਡਾ, ਪੁੱਛੋ ਸਵਾਲ। ਤੇ ਜਿਵੇਂ ਕਈ ਵਾਰੀ ਅਸੀਂ ਨਾ ਬੱਸਿਸ ਦੇ ਵਿੱਚ ਚੜ੍ਹਦੇ ਹਾਂ ਤਾਂ ਕਈ ਡਰਾਈਵਰਸ ਬਹੁਤ ਜ਼ਿਆਦਾ ਰੂਡ ਹੁੰਦੇ ਆ, ਕਈ ਜਿਵੇਂ ਰੂਡ ਹੁੰਦੇ ਆ, ਕਹਿ ਲਓ ਕਿ ਜਿਵੇਂ ਅਗਰ ਮਤਲਬ ਮੇਰੇ ਸਾਹਮਣੇ ਦੇਖਿਆ ਹੋਇਆ ਇੱਕ ਸੀਨ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਉਹਦੇ ਵਿੱਚ ਕੀ ਹੁੰਦਾ ਹੈ,
ਇੱਕ ਲੇਡੀ ਹੈ ਉਹ ਚੜ੍ਹਦੇ ਆ ਹਨਾ, ਉਹਨਾਂ ਦਾ ਬਹੁਤ ਛੋਟਾ ਬੱਚਾ ਆ, ਬਹੁਤ ਜ਼ਿਆਦਾ ਮਤਲਬ ਕਹਿ ਲਓ ਵੀ, ਤੇ ਉਹ ਆ ਰਿਹਾ ਆ, ਉਹਨਾਂ ਦੇ 3 ਬੱਚੇ ਆ, 2 ਆ ਗਏ, 2 ਥੋੜੇ ਵੱਡੇ ਆ, ਤੀਜਾ ਬਹੁਤ ਛੋਟਾ ਆ, ਤੇ ਉਹਦੇ ਨਾਲ ਆਰਗੂ ਕਰਨ ਲੱਗ ਗਿਆ ਕਿ ਤੂੰ ਤੀਜੇ ਜਿਹੜਾ ਛੋਟਾ ਬੱਚਾ ਹੈ ਉਹਦਾ ਫੇਅਰ ਭਰ, ਉਹ ਤਾਂ ਹੈਂਡਲ ਨਹੀਂ ਹੋ ਰਿਹਾ, ਉਹਦੀ ਮਤਲਬ ਉਹਦੇ ਤੇ ਕੋਈ ਕਰਟਸੀ ਨਹੀਂ ਕੀਤੀ, ਉਹਨੇ ਬਹੁਤ ਰੂਡਲੀ ਉਹਨੂੰ ਬੋਲਿਆ ਹਨਾ ਕਿ ਤੈਨੂੰ ਫੇਅਰ ਭਰਨਾ ਹੀ ਪੈਣਾ। ਪਿੱਛੋਂ ਬੱਸ ਦੇ ਜਿਹੜੇ ਆਪਣੇ ਪੈਸੇਂਜਰ ਬੈਠੇ ਆ ਉਹ ਲੇਡੀ ਨੂੰ ਸਪੋਰਟ ਕਰਨ ਦੇ ਲਈ ਬੋਲ ਰਹੇ ਨੇ ਕਿ ਵੀ ਉਹ ਰੂਡ ਆ ਡਰਾਈਵਰ, ਉਹ ਸਾਰਿਆਂ ਨਾਲ ਹੀ ਬੜਾ ਰੂਡ ਬੋਲ ਰਿਹਾ ਤੇ ਡਰਾਈਵਿੰਗ ਵੀ ਬੜੀ ਸਹੀ ਨਹੀਂ ਕਰ ਰਿਹਾ। ਤਾਂ ਇਹਦਾ ਕੀ ਸਿਸਟਮ ਹੁੰਦਾ, ਆਪਾਂ ਕੰਪਲੇਂਟ ਕਰ ਸਕਦੇ ਆ ਜਾਂ ਆਈ ਡੋਂਟ ਨੋ, ਮੈਨੂੰ ਨਹੀਂ ਪਤਾ ਸੀ, ਤਾਂ ਮੈਂ ਸੋਚਿਆ ਕਿ ਸ਼ਾਇਦ ਇਹਨਾਂ ਨੂੰ ਟ੍ਰੇਨਿੰਗ 'ਚ ਕੁਝ ਦੱਸਦੇ ਹੋਣਗੇ ਜਾਂ ਕੁਝ। ਸਿਮਰਨ ਬਹੁਤ ਵਧੀਆ ਸਵਾਲ ਆ ਤੁਹਾਡਾ, ਮੈਨੂੰ ਵੀ ਲੱਗਿਆ, ਮੈਂ ਤਾਂ ਸੋਚਦੀ ਸੀਗੀ ਕਿ ਇੱਥੇ ਕੋਈ ਇਸ ਤਰ੍ਹਾਂ ਮਤਲਬ ਹੁੰਦਾ ਹੀ ਨਹੀਂ ਹੋਣਾ ਕੋਈ ਇਹੋ ਜਿਹਾ ਕੇਸ ਕਿ ਜਿਹਦੇ ਵਿੱਚ ਕੋਈ ਡਰਾਈਵਰ ਇਸ ਤਰ੍ਹਾਂ ਨਹੀਂ ਬਸ ਬਹੁਤ ਕੇਸਿਸ ਹੁੰਦੇ ਆ ਇਦਾਂ ਦੇ। ਤਾਂ ਇਵਨ ਮਤਲਬ ਕਿ ਮੈਂ ਟਰਾਈ ਕਰਿਆ ਵੀ ਕਿਸੇ ਨੂੰ ਕੰਟੈਕਟ ਕਰਾਂ ਜਾਂ ਹੁਣ ਉਹ ਕਿਉਂਕਿ ਉਹ ਇੱਕ ਬੱਸ ਹੈ, ਉਹ ਕਿੱਥੇ ਚਲੇ ਜਾਂਦੀ ਹੈ ਕੋਈ ਪਤਾ ਨਹੀਂ ਹੈ, ਜਾਂ ਤਾਂ ਉਹਦਾ ਮੈਂ ਨੰਬਰ ਨੋਟ ਕਰਦੀ ਆ, ਡਰਾਈਵਰ ਦਾ ਨੇਮ ਤਾਂ ਮੈਨੂੰ ਪਤਾ ਨਹੀਂ ਸੀ, ਤਾਂ ਆਈ ਡੋਂਟ ਨੋ ਕਿਵੇਂ ਰਿਪੋਰਟ ਕਰੀਦਾ ਸੀਨ, ਜਾਂ ਇਸ ਕਰਕੇ ਮੈਂ ਪੁੱਛਣਾ ਚਾਹੁੰਦੀ ਸੀ। ਜੀ ਉਹ ਇਹ ਟ੍ਰੇਨਿੰਗ ਤਾਂ ਹੁੰਦਾ ਆਈ ਨਹੀਂ ਪਤਾ ਵੀ ਹੁਣ ਕਿਹੜੇ ਸਰਕਮਸਟੈਂਸਸ 'ਚ ਉਹ ਡਰਾਈਵਰ ਹੋਊਗਾ ਜਾਂ ਉਹ ਪੈਸੇਂਜਰ ਦੇ ਨਾਲ ਉਹਨਾਂ ਦਾ ਪਹਿਲਾਂ ਦਾ ਕਈ ਵਾਰੀ ਹੋਊਗਾ ਰੈਗੂਲਰ ਪੈਸੇਂਜਰ ਹੋ ਸਕਦਾ ਹਨਾ, ਆਪਾਂ ਉਹਦੇ ਬਾਰੇ ਨਹੀਂ ਜਾਣਦੇ। ਪਰ ਜੇ ਤੁਸੀਂ ਕੋਈ ਵੀ ਕੰਪਲੇਨ ਕਰਨੀ ਆ, ਕਮੈਂਟ ਕਰਨੀ ਆ, ਤਾਂ ਆਲਵੇਜ਼ ਜਿਹੜੇ ਬੱਸ ਸਟਾਪਸ ਹੁੰਦੇ ਆ, ਬੱਸ ਸਟਾਪ ਦੇ ਉੱਤੇ ਛੋਟਾ ਕਰਕੇ ਫੋਨ ਨੰਬਰ ਲਿਖਿਆ ਹੁੰਦਾ ਸਾਰੇ ਬੱਸ ਸਟਾਪਸ ਤੇ, ਜਾਂ ਜਿਹੜੇ ਤੁਹਾਡੇ ਰਾਈਡਰਸ ਗਾਈਡ ਹੁੰਦੇ ਆ, ਸਕੈਜੂਅਲ ਹੁੰਦੇ ਆ, ਸਕੈਜੂਅਲ ਦੇ ਉੱਤੇ ਫੋਨ ਨੰਬਰ ਜ਼ਰੂਰ ਦਿੱਤਾ ਹੁੰਦਾ, ਉਹਦੇ ਤੇ ਕਰਕੇ ਤੁਸੀਂ ਜਾਂ ਆਨਲਾਈਨ ਤੁਸੀਂ ਈਮੇਲ ਕਰ ਸਕਦੇ ਹੋ। ਤੁਸੀਂ ਇੱਥੇ ਟ੍ਰਾਂਸਲਿੰਕ ਦੀ ਗੱਲ ਕਰਦੇ ਹੋ ਹਨਾ? ਹਾਂਜੀ ਟ੍ਰਾਂਸਲਿੰਕ। ਹਾਂਜੀ, ਤੁਸੀਂ ਉਹਨਾਂ ਨੂੰ ਈਮੇਲ, ਉਹਨਾਂ ਦੀ ਵੈਬਸਾਈਟ ਤੇ ਜਾ ਕੇ ਈਮੇਲ ਕਰ ਸਕਦੇ ਹੋ ਕੰਪਲੇਂਟ ਐਂਡ ਕਮੈਂਟਸ ਵਾਲੇ ਸੈਕਸ਼ਨ ਦੇ ਵਿੱਚ ਜਾ ਕੇ, ਜਾਂ ਫਿਰ ਉਹ ਜਿਹੜਾ ਤੁਸੀਂ ਸਕੈਜੂਅਲ ਚੱਕੋਗੇ ਜਾਂ ਕਿਸੇ ਵੀ ਬੱਸ ਸਟਾਪ ਤੋਂ ਨੋਟ ਕਰੋਗੇ ਫੋਨ ਨੰਬਰ ਹੁੰਦਾ, ਤੇ ਉੱਥੇ ਜਾ ਕੇ ਉਹਨਾਂ ਦੀ ਕੰਪਲੇਂਟ ਫਾਈਲ ਕਰ ਸਕਦੇ ਹੋ ਤੁਸੀਂ। ਕਿਵੇਂ, ਜਿਵੇਂ ਆਪਾਂ ਨੂੰ ਤਾਂ ਡਰਾਈਵਰ ਦਾ ਨੇਮ ਨਹੀਂ ਨਾ ਪਤਾ ਹੈਗਾ, ਤੁਸੀਂ ਆਪਾਂ ਕਿਵੇਂ ਉਹਨਾਂ ਨੂੰ ਸਪੈਸੀਫਾਈ? ਨਹੀਂ, ਤੁਹਾਨੂੰ ਉਹਨਾਂ ਨੇ ਆਪੇ ਹੀ ਪਤਾ ਹੁੰਦਾ ਉਹਨਾਂ ਨੂੰ ਸਾਰਾ ਕੁਝ, ਤੁਸੀਂ ਡਰਾਈਵਰ ਦਾ ਨੇਮ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਰੂਟ ਨੰਬਰ ਤੇ ਟਾਈਮਿੰਗ ਤੇ ਲੋਕੇਸ਼ਨ, ਕਿਹੜੀ ਲੋਕੇਸ਼ਨ ਤੇ ਸੀ, ਕਿਹੜਾ ਰੂਟ ਸੀਗਾ ਤੇ ਕਿਹੜੇ ਨੰਬਰ ਬੱਸ ਦੇ ਵਿੱਚ ਸੀਗੇ, ਉਹਨਾਂ ਨੇ ਆਪੇ ਫਾਈਂਡ ਆਊਟ ਕਰ ਲੈਣਾ। ਥੈਂਕ ਯੂ ਸੋ ਮਚ ਜੀ, ਤੁਹਾਡਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ। ਥੈਂਕ ਯੂ। ਮੈਨੂੰ ਇੱਕ ਚੀਜ਼ ਹੋਰ ਲੱਗੀ ਰੁਪਿੰਦਰ, ਤੁਸੀਂ ਕਿਹਾ ਵੀ ਇਹਦੇ ਵਿੱਚ ਜਿਵੇਂ ਹੋ ਸਕਦਾ ਕਿ ਉਹ ਡੇਲੀ ਪੈਸੇਂਜਰ ਹੋਵੇ ਜਿਹੜਾ ਉਹ, ਤੇ ਡਰਾਈਵਰ ਨੂੰ ਉਹਦੇ ਬਿਹੇਵੀਅਰ ਦੇ ਬਾਰੇ ਪਤਾ ਹੋਵੇ, ਹੋ ਸਕਦਾ ਕਿ ਉਹਦਾ ਜਿਹੜਾ ਬਿਹੇਵੀਅਰ ਆ ਉਹ ਹਮੇਸ਼ਾ ਹੀ ਉਹਦਾ ਵਰਤਾਓ ਇਦਾਂ ਦਾ ਹੁੰਦਾ ਹੋਵੇ, ਜਾਂ ਉਹ ਹਮੇਸ਼ਾ ਪੈਸੇ ਲੈ ਕੇ ਨਾ ਚੜ੍ਹਦੇ ਹੋਣ, ਜਾਂ ਫਿਰ ਡਰਾਈਵਰ ਕੋਲੇ ਵੀ ਕੋਈ ਇਦਾਂ ਦਾ ਹੱਕ ਹੈਗਾ ਕਿ ਉਹ ਜੇ ਉਹ ਡੇਲੀ ਪੈਸੇਂਜਰ ਆ ਜਾਂ ਉਹਦੇ ਕੋਲੇ ਕੋਈ ਸਬੂਤ ਹੋਣਾ ਚਾਹੀਦਾ ਇਦਾਂ ਦਾ, ਜੇ ਮੰਨ ਲਓ ਉਹ ਕੰਪਲੇਂਟ ਕੋਈ ਜਿਹੜਾ ਦੂਸਰਾ ਬੰਦਾ ਦੇਖ ਰਿਹਾ, ਕੋਈ ਜਿਵੇਂ ਸਿਮਰਨ ਨੇ ਹੁਣ ਕਿਹਾ ਸੀਗਾ ਵੀ ਕੋਈ ਤੀਸਰਾ ਜਿਹੜਾ ਪੈਸੇਂਜਰ ਆ ਉਹ ਦੇਖ ਰਿਹਾ ਤੇ ਉਹ ਉਸ ਡਰਾਈਵਰ ਦੀ ਕੰਪਲੇਂਟ ਕਰ ਦਿੰਦਾ, ਤਾਂ ਉਹਦੇ ਵਿੱਚ ਫਿਰ ਡਰਾਈਵਰ ਦੇ ਕੋਲੇ ਵੀ ਕੁਝ ਇਸ ਤਰ੍ਹਾਂ ਦਾ ਹੈ, ਜਾਂ ਜੇ ਉਹਦਾ ਬਿਹੇਵੀਅਰ ਚਲੋ ਮੰਨ ਲਿਆ ਕਿ ਉਹ ਸੱਚਮੁੱਚ ਹੀ ਉਹਦੀ ਗਲਤੀ ਆ ਤਾਂ ਉਹ ਗਲਤੀ ਦੀ ਸਜ਼ਾ ਜ਼ਰੂਰ ਭੁਗਤੂਗਾ, ਪਰ ਜੇ ਉਹਦੀ ਗਲਤੀ ਨਹੀਂ ਹੁੰਦੀ ਤੇ ਦੇਖਣ ਵਾਲਾ ਕੋਈ ਤੀਜਾ ਬੰਦਾ ਜਿਹੜਾ ਉਹਨੂੰ ਲੱਗਦਾ ਕਿ ਆਹ ਚੀਜ਼ ਦਾ, ਉਹ ਜੋ ਦੇਖਦਾ ਉਹ ਐਕਸਪਲੇਨ ਕਰ ਦਿੰਦਾ, ਤੇ ਡਰਾਈਵਰ ਕੋਲੇ ਕੀ ਅੱਗੇ ਹੈਗਾ ਫਿਰ ਕੰਮ? ਹਾਂਜੀ, ਇਹ ਵੀ ਜਿਵੇਂ ਰੈਗੂਲਰ ਕੋਈ ਰਾਈਡਰ ਚੱਲਦਾ ਉਹ ਆਲਵੇਜ਼ ਕੁਝ ਵੀ ਹੋ ਸਕਦਾ। ਪਰਸਨਲੀ ਤੁਸੀਂ, ਮੈਂ ਡਰਾਈਵ ਕਰਦੀ ਆ, ਤੁਸੀਂ ਮੈਨੂੰ ਲਾਈਕ ਨਹੀਂ ਕਰ ਸਕਦੇ, ਤੁਸੀਂ ਪਰਸਨਲੀ ਕਹਿੰਦੇ ਆਹ ਡਰਾਈਵਰ ਨੂੰ ਮੈਂ ਲਾਈਕ ਨਹੀਂ, ਕੁਝ ਵੀ ਨੈਸ਼ਨੈਲਿਟੀ ਆ, ਰੰਗ ਆ, ਜਾਂ ਕੋਈ ਵੀ ਰੀਜ਼ਨ ਹੋ ਸਕਦਾ ਨਾ, ਕੋਈ ਪਰਸਨੈਲਿਟੀ ਸਭ ਦੀ ਅਲੱਗ-ਅਲੱਗ ਆ, ਕੋਈ ਚੁੱਪ ਕੀਤਾ ਜ਼ਿਆਦਾ ਕੁਆਇਟ ਆ, ਕੋਈ ਹਸਮੁਖ ਆ, ਕੋਈ ਕਿਸੇ ਐਵਰੀ ਗ੍ਰੀਟ ਕਰਦਾ ਐਵਰੀ ਪੈਸੇਂਜਰ ਨੂੰ ਹਨਾ, ਕੋਈ ਕੁਆਇਟ এনवायरमेंट ਦੇ ਵਿੱਚ ਡਰਾਈਵ ਕਰਦਾ, ਸਭ ਦੀ ਆਪੋ ਆਪਣੀ ਪਰਸਨੈਲਿਟੀ ਆ। ਇਹ ਜੌਬ ਰਿਲੇਟਡ ਨਹੀਂ ਹੈਗਾ ਵੀ ਤੁਹਾਨੂੰ ਹੈਵ ਟੂ ਗੁੱਡ ਮਾਰਨਿੰਗ ਕਹਿਣਾ ਪੈਣਾ ਹਨਾ। ਤੇ ਸੈਕੰਡਲੀ ਪੈਸੇਂਜਰ ਵੀ ਹੋ ਸਕਦਾ ਤੇ ਉਹ ਡਰਾਈਵਰ ਨੂੰ ਰਿਪੋਰਟ ਕਰਨੀ ਪੈਂਦੀ ਹੈ। ਅੱਜ ਕਿਸੇ ਨੇ ਮੈਨੂੰ ਹਰਾਸ ਕੀਤਾ ਜਾਂ ਉਹਨੇ, ਜਿਵੇਂ ਮੈਂ ਆਫਿਸ ਨੂੰ ਦੱਸਣਾ ਵੀ ਉਹ ਚੜਿਆ, ਪਰ ਮੈਂ ਉਹਨੂੰ ਵਾਰਨਿੰਗ ਦੇਤੀ, ਨੈਕਸਟ ਟਾਈਮ ਤੇ ਤੂੰ ਆਪਦੇ ਬੱਚਿਆਂ ਦੇ ਸਭ ਦੇ ਫੇਅਰ ਪੇ ਕਰਨੇ, ਓਵਰ 8 ਈਅਰ ਤੋਂ ਓਵਰ ਆ ਜਿਹੜਾ ਬੱਚਾ, ਉਹਦੇ ਫੇਅਰ ਪੇ ਕਰਨੇ ਆ, ਉਹਨੇ ਕੀਤੇ ਨੇ, ਉਹ ਰੈਗੂਲਰ ਆ ਰਹੀ ਹੈ ਐਵਰੀ ਡੇ ਹਨਾ। ਦੂਸਰੀ ਵਾਰੀ ਆਫਿਸ 'ਚ ਦੱਸਣਾ, ਵਰਬਲੀ ਦੱਸਣਾ, ਤੇ ਫਿਰ ਥਰਡ ਟਾਈਮ ਆਪਾਂ ਰਿਪੋਰਟ ਭਰਦੇ ਹਾਂ, 2 ਰਿਪੋਰਟਾਂ ਭਰਦੇ ਹਾਂ, ਤੇ ਆਫਿਸ ਆਲਰੇਡੀ ਨੋ ਵੀ ਇਹ ਐਵਰੀ ਟਾਈਮ ਸੇਮ ਡਰਾਈਵਰ ਡਰਾਈਵ ਕਰਦਾ, ਉਹ ਰੋਡ ਤੇ ਮੇ ਵੀ ਸਕੂਲ ਜਾਂਦੇ ਆ, ਡੇ ਕੇਅਰ ਛੱਡਣ ਜਾਂਦੇ ਆ ਜਾਂ ਕੁਝ ਵੀ, ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਆ, ਤੇ ਉਹਨਾਂ ਨੂੰ ਪਤਾ ਆਲਰੇਡੀ ਵੀ ਰਿਪੋਰਟ ਆਲਰੇਡੀ ਇਹਨੇ ਕੀਤੀ ਹੋਈ ਆ। ਜੇ ਪੈਸੇਂਜਰ ਕੰਪਲੇਨ ਵੀ ਕਰਦਾ ਜਾਂ ਬਾਕੀ ਲੋਕ ਕੰਪਲੇਨ ਕਰਦੇ ਆ ਤਾਂ ਆਫਿਸ ਵਾਲਿਆਂ ਨੂੰ ਪਤਾ ਵੀ ਕੀ ਸਿਚੁਏਸ਼ਨ ਚੱਲ ਰਹੀ ਆ। ਤੇ ਇਹੋ ਜਿਹੀ ਇੱਕ ਸਿਚੁਏਸ਼ਨ ਹੋਰ, ਜੇ ਕਦੇ ਪਿੱਛੇ ਮੰਨ ਲਓ ਤੁਸੀਂ ਅੱਗੇ ਬੱਸ ਚਲਾ ਰਹੇ ਹੋ ਤੇ ਸਵਾਰੀਆਂ ਆਪਸ ਦੇ ਵਿੱਚ ਕਿਸੇ ਗੱਲੋਂ ਖੈਬੜ ਪੈਂਦੀਆਂ ਨੇ, ਕੋਈ ਲੜਾਈ ਹੋ ਜਾਂਦੀ ਹੈ ਜਾਂ ਕੋਈ ਇਹੋ ਜਿਹੀ ਘਟਨਾ ਹੋਈ ਹੈ, ਤੇ ਉਹਦੇ ਵਿੱਚ ਡਰਾਈਵਰ ਨੂੰ ਉੱਠ ਕੇ ਰੁਕ ਕੇ ਕਰਨਾ ਪੈਂਦਾ, ਜਾਂ ਕਿਵੇਂ ਤੁਸੀਂ ਉਸ ਆਪ ਸੁਲਝਾਉਂਦੇ ਹੋ ਮਸਲਾ, ਜਾਂ ਕਦੇ ਤੁਹਾਨੂੰ ਇਹੋ ਜਿਹੀ ਸਮੱਸਿਆ ਆਈ ਹੈ? ਹਾਂਜੀ, ਜਿਵੇਂ ਉਹੀ ਗੱਲ ਹੈ ਜੀ, ਪੈਸੇਂਜਰ ਦੀ ਸੇਫਟੀ ਪਹਿਲਾਂ, ਉਹ ਆਪਸ 'ਚ ਲੜਾਈ ਨਹੀਂ ਕਰ ਸਕਦੇ, ਕਿਉਂਕਿ ਕਈ ਵਾਰੀ ਹੋ ਜਾਂਦੇ ਕੋਈ ਫੋਨ ਤੇ ਬਹੁਤ ਉੱਚੀ ਗੱਲਾਂ ਕਰ ਰਿਹਾ ਤੇ ਦੂਜਾ ਨੈਕਸਟ ਪਰਸਨ ਕਹਿੰਦਾ, ਉਹ ਤਾਂ ਉਹਨਾਂ ਨੂੰ ਅਲਾਉਡ ਨਹੀਂ ਹੈਗਾ ਫੋਨ ਤੇ ਉੱਚੀ ਗੱਲਾਂ ਕਰਨਾ, ਆਪਣਾ ਮਿਊਜ਼ਿਕ ਲਾਊਡ ਪਲੇ ਕਰਨਾ ਨਹੀਂ ਅਲਾਉਡ ਹੈਗਾ।
ਫਿਰ ਉਹ ਕਹਿੰਦੇ ਅਸੀਂ ਤੇਰੀ ਕਨਵਰਸੇਸ਼ਨ ਨਹੀਂ ਸੁਣਨੀ, ਉਹ ਆਪਸ 'ਚ ਬਹਿਸਣ ਲੱਗ ਜਾਂਦੇ ਆ। ਹਾਂਜੀ, ਫਿਰ ਆਫਿਸ ਕਾਲ ਕਰੀਏ, ਸੁਪਰਵਾਈਜ਼ਰ ਨੂੰ ਕਾਲ ਕਰੀਏ, ਸਾਡੇ ਸੁਪਰਵਾਈਜ਼ਰ ਰੋਡ ਸੁਪਰਵਾਈਜ਼ਰ ਹੁੰਦੇ ਆ, ਜਸਟ 5 ਮਿੰਟ ਦੀ ਕਾਲ ਤੇ ਹੁੰਦੇ ਆ। ਜੇ ਪਹਿਲਾਂ ਆਪ ਵਾਰਨਿੰਗ ਦੇਈਏ ਉੱਤਰ ਕੇ ਵੀ ਵਨ ਆਫ ਯੂ ਹੈਵ ਟੂ ਗੈਟ ਆਊਟ, ਹਨਾ, ਜੇ ਕੋਈ ਇਹੋ ਜਿਹੀ ਸਿਚੁਏਸ਼ਨ ਹੁੰਦੀ ਹੈ। ਕਈ ਤਾਂ ਬਹੁਤ ਨਾਈਸ ਹੁੰਦੇ ਆ, ਚੰਗੇ ਹੁੰਦੇ ਆ, ਇੱਕ ਜਣਾ ਉੱਤਰ ਜਾਂਦਾ, ਕਈ ਵਾਰੀ ਦੋਨੇ ਹੀ ਅੜ ਕੇ ਬੈਠ ਜਾਂਦੇ ਆ, ਉਹ ਜ਼ਿਆਦਾ ਆਰਗਿਊ ਕਰ ਲੈਂਦੇ ਜੇ, ਤੇ ਤੁਸੀਂ ਗਲਤ ਲੈਂਗੁਏਜ ਵੀ ਯੂਜ਼ ਨਹੀਂ ਕਰ ਸਕਦੇ ਉਹਦੇ 'ਚ। ਤੇ ਫਿਰ ਆਪਾਂ ਸਾਈਡ ਤੇ ਲਾ ਕੇ, ਹਾਂਜੀ, ਤੇ ਫਿਰ ਸੁਪਰਵਾਈਜ਼ਰ ਆਉਂਦਾ, ਤੇ ਸੁਪਰਵਾਈਜ਼ਰ ਆਪਦੀ ਕਰ, ਜੇ ਉਹ ਤੋਂ ਵੀ ਨਹੀਂ ਕਾਬੂ ਹੁੰਦੇ ਪੁਲਿਸ ਨੂੰ ਕਾਲ ਕਰਦੇ ਆ। ਫਿਰ एनवायरनमेंट पूरा सेफ रखते सारे। ਤੁਹਾਨੂੰ ਇਹੋ ਜਿਹੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ? नहीं, परमात्मा की कृपा नाल ਬਹੁਤੀ ਵਾਰੀ ਨਹੀਂ, ਕਿਉਂਕਿ ਬਹੁਤੀ ਵਾਰੀ ਲੋਕ ਆਪ ਵੀ ਸਮਝਦਾਰ ਹੁੰਦੇ ਆ, ਆਪ ਸਮਝਦਾਰ ਹੁੰਦੇ ਆ, ਤੇ ਬਾਕੀ ਥੋੜਾ ਜਿਹਾ ਜਿਵੇਂ ਕਹਿੰਦੇ ਆਪਾਂ ਦੇਖ ਕੇ ਡੀਲ ਕਰ ਲੈਂਦੇ ਆ, ਤੇ ਉਹਨਾਂ ਨੂੰ ਕਹਿ ਦਿੰਦੇ ਜਾਂ ਮੈਂ ਚੇਂਜ ਕਰ ਲੈਂਦੇ, ਤੁਸੀਂ ਇੱਕ ਜਣਾ ਮੂਹਰੇ ਆ ਜਾਓ, ਇੱਕ ਜਣਾ ਪਿੱਛੇ ਬੈਠ ਜਾਓ, ਤੇ ਮੋਸਟ ਆਫ ਦੇ ਕੇਸਿਸ ਸੁਲਝਾਏ ਜਾਂਦੇ ਆ, ਸਾਡੇ ਵੱਲੋਂ ਵੀ ਸੁਲਝਾਏ ਜਾ ਸਕਦੇ ਆ ਤੁਹਾਡੇ ਵੱਲੋਂ ਵੀ। ਤੇ ਕੁਝ ਕੁ ਗੱਲਾਂ ਮੈਂ ਪੁੱਛਣੀਆਂ ਨੇ ਹੁਣ ਕੋਵਿਡ-19 ਦੇ ਕਰਕੇ, ਇਹਦੇ ਵਿੱਚ ਹੁਣ ਕੀ ਫਰਕ ਪਿਆ? ਪਹਿਲਾਂ ਬੱਸਾਂ ਦੇ ਵਿੱਚ ਕਿੰਨੀਆਂ ਕੁ ਸਵਾਰੀਆਂ ਆਉਂਦੀਆਂ ਸੀ, ਹੁਣ ਕਿੰਨੇ ਕੁ ਲੋਕ ਚੜ੍ਹਦੇ ਆ, ਤੇ ਕੋਵਿਡ-19 ਦੇ ਨਾਲ ਕਿਹੜੇ ਜਿਹੜੇ ਤੁਸੀਂ ਉਹਦੇ 'ਚ ਚੇਂਜਸ ਲਿਆਂਦੀਆਂ ਹੋਈਆਂ ਨੇ? ਹਾਂਜੀ, ਹੁਣ ਅਨਫੋਰਚੂਨੇਟਲੀ ਆਪਣਾ ਸਾਰਾ ਵਰਲਡ ਹੀ ਅਫੈਕਟਡ ਹੈ ਇਹਦੇ ਨਾਲ। ਕਾਫੀ ਰਾਈਡਰਸ਼ਿਪ ਦਾ ਬਹੁਤ ਫਰਕ ਪਿਆ, ਕਿਉਂਕਿ ਮੋਸਟਲੀ ਕਾਲਜ ਯੂਨੀਵਰਸਿਟੀਆਂ ਬੰਦ ਨੇ, ਬਿਜ਼ਨੈਸਿਸ ਬੰਦ ਨੇ, ਕੰਮ ਬੰਦ ਨੇ। ਬਹੁਤ ਘੱਟ ਲੋਕ ਜਾਂ ਬੱਚੇ ਜਿਹੜੇ ਸਟੂਡੈਂਟਸ ਜਸਟ ਐਸੈਂਸ਼ੀਅਲ ਸਰਵਿਸਿਜ਼ ਤੇ ਗੈਸ ਸਟੇਸ਼ਨ ਤੇ ਜਾਂ ਟਿਮ ਹਾਰਟਨ ਵਗੈਰਾ ਤੇ ਵਰਕ ਕਰਦੇ ਬਹੁਤ ਚੜ੍ਹਦੇ ਆ, ਉਹਦੇ ਕਰਕੇ ਥੋੜੀ ਸਰਵਿਸ ਘੱਟ ਕਰ ਦਿੱਤੀ ਆ। ਸਾਡੇ ਸਮਰ ਸਕੈਜੂਅਲ ਹੁੰਦੇ ਸੀਗੇ ਜਿਹੜੇ, ਉਹ ਦੁਬਾਰਾ ਚੱਲਣ ਲੱਗੇ, ਤੇ ਬਹੁਤ ਥੋੜੇ ਜਿਹੇ 2 ਜਾਂ 3 ਬੰਦਿਆਂ ਨੂੰ ਦੀ ਲੇ ਆਫ ਵੀ ਹੋਈ ਆ, ਪਰ ਹੋਪਫੁਲੀ ਬੈਕ ਆ ਜਾਵੇ ਸਾਰਾ ਕੁਝ। ਗਵਰਨਮੈਂਟ ਵੱਲੋਂ ਬੱਸਾਂ ਦੀ ਗਿਣਤੀ ਜਾਂ ਬੱਸਾਂ ਦਾ ਟਾਈਮ ਵੀ ਕੁਝ ਘਟਾਇਆ ਗਿਆ? ਹਾਂਜੀ, ਬੱਸਾਂ ਘੱਟ ਕਰ ਦਿੱਤੀਆਂ। ਹੁਣ ਜਿਵੇਂ 15 ਮਿੰਟ ਦੀ ਸਰਵਿਸ ਤੇ ਚੱਲਦੀਆਂ ਸੀਗੀਆਂ, ਤੇ ਫਿਰ 45 ਮਿੰਟ ਦੀ ਸਰਵਿਸ ਤੇ ਚੱਲਣਗੇ, ਤੇ ਵਿੱਚੋਂ ਇੱਕ ਬੱਸ ਥੋੜਾ ਜਿਹਾ ਪਾਇਆ। ਤੇ ਇੱਕ ਉਹ ਜਿਹੜੀਆਂ ਸਵਾਰੀਆਂ ਸੀਟਾਂ ਹੁੰਦੀਆਂ, ਸੀਟਾਂ ਦੇ ਉੱਤੇ ਬੈਠਣ ਦਾ ਵੀ ਤੁਸੀਂ ਕੋਈ ਏਦਾਂ ਇੰਤਜ਼ਾਮ ਕੀਤਾ? ਕਿਉਂਕਿ ਹੁਣ ਜਿਹੜਾ ਉਹ ਫਾਸਲਾ ਉਹਨੂੰ ਮੇਨਟੇਨ ਰੱਖਣਾ। ਹਾਂਜੀ, ਇੱਕ ਸੀਟ ਛੱਡ ਕੇ ਤੇ ਉਹਨਾਂ ਤੇ ਸਾਈਨ ਲੱਗੇ ਹੋਏ ਆ ਵੀ ਉਹਦੇ ਤੇ ਨਹੀਂ ਬਹਿਣਾ, ਤੇ ਉਹ ਫਿਰ ਪੈਸੇਂਜਰ ਦੀ ਆਪਣੀ ਸਮਝ ਆ, ਹਨਾ। ਕਈ ਵਾਰੀ ਉਹ ਬਹਿੰਦੇ ਆ ਕੇ ਜਿਹੜੀ ਸੀਟ ਤੇ ਸਾਈਨ ਲੱਗਿਆ ਉਸੇ ਸੀਟ ਦੇ ਉੱਤੇ ਬਹਿੰਦੇ ਆ ਕੇ, ਹਨਾ, ਪਰ ਉਹਨਾਂ ਨੂੰ ਆਪੇ 6 ਫੀਟ ਦਾ ਫਾਸਲਾ ਰੱਖਣਾ। ਇੱਕ ਸੀਟ ਛੱਡ ਕੇ ਤੇ ਉਹਦੇ ਤੇ ਇੱਕ ਦੇ ਉੱਤੇ ਸੀਟ ਦੇ ਉੱਪਰ ਇੱਕ ਹੀ ਪਰਸਨ ਉਹਦੇ ਤੇ ਬੈਠਦਾ, ਤੇ ਜਦੋਂ ਬੱਸ ਫੁੱਲ ਹੋ ਜਾਂਦੀ ਆ ਉਸ ਤੋਂ ਬਾਅਦ ਤੁਸੀਂ ਉਹਨੂੰ, ਜੇ ਹੋ ਜਾਂਦੀ ਆ ਤਾਂ ਤੁਸੀਂ ਵੱਧ ਤੋਂ ਵੱਧ ਹੁਣ ਆਹ ਵਾਲੇ ਸਰਕਮਸਟੈਂਸਸ ਦੇ ਵਿੱਚ 14 ਬੰਦੇ ਚੱਕਦੇ ਆ। ਜਦੋਂ ਗਿਣਦੇ ਆ 13-14 ਹੋ ਗਏ, ਤੇ ਫਿਰ ਡ੍ਰੌਪ ਆਫ ਓਨਲੀ ਕਰਦੇ ਆ, ਜਿੰਨਾ ਚਿਰ ਤੱਕ 2-4 ਉੱਤਰ ਨਹੀਂ ਜਾਂਦੇ। ਰੁਪਿੰਦਰ, ਪ੍ਰੋਗਰਾਮ ਦੇ ਅਖੀਰ ਤੇ ਮੈਂ ਪੁੱਛਣਾ ਚਾਹੂੰਗੀ ਤੁਹਾਨੂੰ ਕਿ ਇਹ ਕਿੱਤਾ ਬੜਾ ਥੋੜਾ ਜਿਹਾ ਇਸ ਤਰ੍ਹਾਂ ਦਾ ਹੈਗਾ ਜਿਹਦਾ, ਕਿਉਂਕਿ ਔਰਤਾਂ ਨੇ ਘਰ ਦੇ ਕੰਮ ਵੀ ਬਹੁਤ ਕਰਨੇ ਹੁੰਦੇ ਆ, ਪਰਿਵਾਰ ਦੀ ਜ਼ਿੰਮੇਵਾਰੀ ਉਹਨਾਂ ਤੇ ਹੁੰਦੀ ਆ, ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਆ, ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਹੁੰਦੀ ਆ, ਤੇ ਜਦੋਂ ਤੁਸੀਂ ਇਹੋ ਜਿਹਾ ਕਿੱਤਾ ਜਿਹੜਾ ਇੱਕ ਬਹੁਤ ਹੀ ਵੱਖਰੀ ਕਿਸਮ ਦਾ ਹੈਗਾ, ਤੇ ਜਿਹਦੇ ਵਿੱਚ ਥਕਾਵਟ ਵੀ ਬਹੁਤ ਹੋ ਜਾਂਦੀ ਹੋਣੀ ਆ, ਤੇ ਅਖੀਰ ਦੇ ਉੱਤੇ ਜੇ ਕੋਈ ਸਮਾਜ ਦੇ ਵਿੱਚ ਇਹੋ ਜਿਹੀ ਕੋਈ ਘਟਨਾ ਵਾਪਰ ਜਾਂਦੀ ਆ, ਤੁਸੀਂ ਸਟ੍ਰੈਸ ਲੈ ਕੇ ਵੀ ਘਰ ਨੂੰ ਪਹੁੰਚਦੇ ਹੋਵੋਗੇ, ਤੇ ਉਦੋਂ ਤੁਸੀਂ ਸਾਰਾ ਕੁਝ ਕਿਵੇਂ ਡੀਲ ਕਰਦੇ ਹੋ ਉਹਦੇ ਨਾਲ? ਬਹੁਤ ਔਖਾ, ਇੱਕ ਲੇਡੀ ਹੋਣ ਦੇ ਨਾਤੇ ਤਾਂ ਬਹੁਤ ਔਖਾ, ਸਭ ਕੁਝ ਬੈਲੈਂਸ ਕਰਨਾ ਪੈਂਦਾ। ਬੱਚਿਆਂ ਨੂੰ ਵੀ ਇਨਫ ਟਾਈਮ, ਮੇਰੇ ਬੱਚੇ ਸਪੋਰਟਸ ਖੇਡਦੇ ਆ, ਪੂਰਾ ਟਾਈਮ ਕੋਸ਼ਿਸ਼ ਹੁੰਦੀ ਆ ਉਹਨਾਂ ਨੂੰ ਦਿੱਤਾ ਜਾਵੇ। ਜਿਵੇਂ ਪਹਿਲਾਂ ਜਦੋਂ ਸਟਾਰਟ ਕਰਦੇ ਆ, ਥੋੜਾ ਜਿਹਾ ਆਟੋਮੈਟਿਕਲੀ ਨੈਚੁਰਲੀ ਤੁਸੀਂ ਸਟ੍ਰੈਸ ਆ ਜਾਂਦੀ ਆ। ਕੋਈ ਵੀ ਸਾਰਾ ਦਿਨ ਤੁਹਾਡਾ ਬੜਾ ਵਧੀਆ ਗਿਆ, ਲਾਸਟ ਰਨ ਦੇ ਵਿੱਚ ਕੋਈ ਇਹੋ ਜਿਹਾ ਪੈਸੇਂਜਰ ਆ ਗਿਆ, ਤੁਹਾਨੂੰ ਕੋਈ ਗਲਤ ਸ਼ਬਦ ਕਹਿ ਗਿਆ ਜਾਂ ਕੁਝ ਕਹਿ ਗਿਆ, ਤੇ ਉਹਦੇ ਨਾਲ ਤੁਹਾਡਾ ਸਾਰਾ ਦਿਨ ਜਿਹੜਾ ਚੰਗਾ ਨਿਕਲਿਆ ਸੀ, ਹਾਂਜੀ, ਉਹ ਵੀ ਖਰਾਬ ਹੋ ਜਾਂਦਾ। ਪਰ ਕੋਸ਼ਿਸ਼ ਕਰੀ, ਈਵਨ ਸਾਡੀ ਮੈਨੇਜਮੈਂਟ ਕਾਉਂਸਲਿੰਗ ਮਿਲਦੀ ਆ, ਸਭ ਕੁਝ ਬਹੁਤ ਹੈਲਪ ਕਰਦੇ ਨੇ। ਉਹ ਕਹਿੰਦੇ ਆ, ਸਾਡੇ ਮੈਨੇਜਰ ਐਵਰੀ ਈਵਨਿੰਗ ਕਹਿੰਦਾ ਵੀ ਆਪਣਾ ਸਟ੍ਰੈਸ ਇੱਥੇ ਆਫਿਸ 'ਚ ਹੀ ਛੱਡ ਦਿਓ, ਤੁਸੀਂ ਫ੍ਰੀ ਮਾਈਂਡ ਹੋ ਕੇ ਘਰੇ ਜਾਣਾ, ਤੇ ਨੈਕਸਟ ਮਾਰਨਿੰਗ ਐਵਰੀ ਡੇ ਇਜ਼ ਨਿਊ ਡੇ, ਐਵਰੀ ਰਾਈਡ ਇਜ਼ ਨਿਊ ਰਾਈਡ, ਹਨਾ, ਤੇ ਤੁਸੀਂ ਆਪਦਾ ਆ ਕੇ ਨਾ ਫਰੈਸ਼ ਡੇ ਸਟਾਰਟ ਕਰਨਾ, ਨਵਾਂ ਦਿਨ ਤੇ ਵਧੀਆ ਦਿਨ। ਤੇ ਇੱਕ ਨਾ, ਮੈਨੂੰ ਜਿਹੜੀਆਂ ਕੁੜੀਆਂ ਚੁਣੌਤੀ ਭਰੇ ਇਹੋ ਜਿਹੇ ਕਿੱਤਿਆਂ ਨੂੰ ਕਰਦੀਆਂ ਨੇ, ਉਹਨਾਂ ਨੂੰ ਸਵੀਕਾਰ ਕਰਦੀਆਂ, ਚੁਣੌਤੀਆਂ ਨੂੰ, ਇਹੋ ਜਿਹੇ ਕਿੱਤਿਆਂ ਦੇ ਵਿੱਚ ਜਾਂਦੀਆਂ, ਉਹਨਾਂ ਦੇ ਵਿੱਚ ਪ੍ਰੋਗਰਾਮ ਦੇ ਅਖੀਰ ਦੇ ਉੱਤੇ ਨਾ ਮੈਂ ਇੱਕ ਸੁਖਿੰਦਰ ਅੰਮ੍ਰਿਤ ਦੀਆਂ ਲਾਈਨਾਂ ਮੈਨੂੰ ਯਾਦ ਆ ਰਹੀਆਂ, ਉਹਨਾਂ ਸਾਰੀਆਂ ਕੁੜੀਆਂ ਦੇ ਲਈ ਜਿਹੜੀਆਂ ਬੜੀ ਹਿੰਮਤ ਦੇ ਨਾਲ, ਹੌਸਲੇ ਦੇ ਨਾਲ ਕਿਸੇ ਵੀ ਚੁਣੌਤੀ ਵਾਲੇ ਕਾਰਜ ਨੂੰ ਸਵੀਕਾਰ ਕਰ ਲੈਂਦੀਆਂ ਨੇ। ਸੁਖਿੰਦਰ ਅੰਮ੍ਰਿਤ ਲਿਖਦੀ ਹੈ ਕਿ ਮੇਰੇ ਖੰਭਾਂ 'ਚ ਇੰਨੀ ਕੁ ਪਰਵਾਜ਼ ਹੈ, ਜੇ ਮੈਂ ਚਾਹਾਂ ਤਾਂ ਅੰਬਰ ਵੀ ਸਰ ਕਰ ਲਵਾਂ, ਜੇ ਮੈਂ ਚਾਹਾਂ ਤਾਂ ਚੰਨ ਮੇਰਾ ਗਹਿਣਾ ਬਣੇ, ਜੇ ਮੈਂ ਚਾਹਾਂ ਤਾਂ ਸੂਰਜ ਤੇ ਪੱਬ ਧਰ ਲਵਾਂ। ਸੋ ਉਹਨਾਂ ਸਾਰੀਆਂ ਕੁੜੀਆਂ ਦੀ ਨਜ਼ਰ ਇਹ ਸ਼ੇਅਰ ਜਿਹੜੀਆਂ ਹਿੰਮਤ ਤੇ ਚੁਣੌਤੀ ਦੇ ਨਾਲ ਅੱਗੇ ਵਧਦੀਆਂ ਨੇ। ਤੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਟਾਈਮ ਕੱਢਿਆ ਸਾਡੇ ਲਈ, ਤੇ ਸਾਡੇ ਦਰਸ਼ਕਾਂ ਦੇ ਲਈ ਇੰਨੀ
ਖੂਬਸੂਰਤ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਮੈਨੂੰ ਲੱਗਦਾ ਟੀਵੀ ਉੱਤੇ ਇੱਕ ਕਾਲ ਹੋ ਰਿਹਾ ਵੀ ਆਪਾਂ ਇੱਕ ਕਾਲ ਹੋ ਲੈਣੀ ਹੈ। ਹੈਲੋ ਨਗਾਰਾ ਟੀਵੀ, ਸਵਾਗਤ ਹੈ ਜੀ ਤੁਹਾਡੇ ਪ੍ਰੋਗਰਾਮ 'ਚ। ਸਤਿ ਸ੍ਰੀ ਅਕਾਲ ਜੀ। ਮੈਂ ਕਰਮਵੀਰ ਬੋਲ ਰਿਹਾ ਜੀ ਸਰੀ ਤੋਂ ਸੰਧੂ। ਹਾਂਜੀ ਕਰਮਵੀਰ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ, ਮੈਂ ਬਸ ਦੇਖ ਰਿਹਾ ਸੀ ਕਿ ਤੁਹਾਡਾ ਪ੍ਰੋਗਰਾਮ ਤੇ ਭੈਣ ਜੀ ਨਾਲ ਫਿਟ ਕਰਨਾ ਚਾਹੁੰਦਾ ਕਿ ਜਿਹੜੇ ਇਹਨਾਂ ਨੇ ਬੜਾ ਵਧੀਆ, ਇਹਨਾਂ ਦੇ ਹਸਬੈਂਡ ਨੂੰ ਵੀ ਤਾਰੀਫ ਕਰਾਂਗਾ ਉਹਨਾਂ ਦੀ ਕਿ ਇਹਨਾਂ ਨੇ ਬੜਾ ਵਧੀਆ ਸਟੈਪ ਲਿਆ ਤੇ ਇਹਨਾਂ ਨੂੰ ਇਸ ਫੀਲਡ ਦੇ ਵਿੱਚ ਪਾਇਆ, ਜਿਹੜਾ ਕਿ ਥੋੜਾ ਜਿਹਾ ਇੰਡੀਅਨ ਬੈਕਗ੍ਰਾਉਂਡ ਔਰ ਸਪੈਸ਼ਲੀ ਪੰਜਾਬੀ ਫੈਮਲੀਆਂ ਜਿਹੜੀਆਂ ਥੋੜਾ ਜਿਹਾ ਇੱਕ ਟੈਬੂ ਹੀ ਸੀ ਇੱਕ ਤਰੀਕੇ ਨਾਲ, ਹਨਾ। ਟਰੱਕ ਚਲਾਉਣਾ ਜਾਂ ਵੱਡੀ ਵਹੀਕਲ ਚਲਾਉਣਾ ਜਿਹੜਾ ਆਪਾਂ ਸੋਚ ਨਹੀਂ ਸਕਦੇ। ਤੇ ਬੜੀ ਵਧੀਆ ਤੁਹਾਡੀ ਗੱਲਬਾਤ ਸੀ, ਮੈਂ ਸੁਣ ਰਿਹਾ ਸੀ ਸਾਰੀ। ਜਿਹੜਾ ਤੁਸੀਂ ਸਵਾਲ ਪੁੱਛਿਆ ਇਹਨਾਂ ਨੂੰ, ਇੱਕ ਕਿ ਜਿਹੜੀ ਆਪਣੀ ਫਰਸਟ੍ਰੇਸ਼ਨ ਘਰ ਨਹੀਂ ਲੈ ਕੇ ਜਾਣੀ, ਜਿਹੜੀ ਦੱਸ ਰਹੇ ਸੀ ਕਿ ਬੈਲੈਂਸ, ਤੇ ਜਿਹੜੀ ਘਰ ਦੀ ਫਰਸਟ੍ਰੇਸ਼ਨ ਆ ਉਹ ਨਹੀਂ ਲੈ ਕੇ ਆਉਂਦੇ ਕਈ ਵਾਰੀ ਡਿਊਟੀ ਦੇ ਉੱਤੇ, ਕਈ ਵਾਰੀ ਉਲਟਾ ਵੀ ਹੋ ਜਾਂਦਾ ਕੰਮ। ਬਿਲਕੁਲ ਬਿਲਕੁਲ, ਬਹੁਤ ਸੋਹਣਾ ਸਵਾਲ ਹੈ ਕਿ ਘਰ ਦੀ ਫਰਸਟ੍ਰੇਸ਼ਨ, ਕਿਉਂਕਿ ਘਰੇ ਕੰਮ ਜਿਹੜਾ ਹਸਬੈਂਡ ਨੂੰ ਸਾਰਾ ਕਰਨਾ ਪੈਂਦਾ ਤੇ ਸੰਭਾਲਣਾ ਪੈਂਦਾ, ਤੇ ਫਿਰ ਬਿਲਕੁਲ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਕੋਸ਼ਿਸ਼ ਕਰੀਦੀ ਹੈ ਨਹੀਂ ਲੱਗੇ, ਕਿਉਂਕਿ ਮੈਂ ਨਾ ਇੱਕ ਤੁਹਾਨੂੰ ਛੋਟਾ ਜਿਹਾ ਵਾਕਿਆ ਸੁਣਨਾ। ਜਦੋਂ ਮੈਂ ਕੈਨੇਡਾ ਲੈਂਡ ਕੀਤਾ ਨਾ, ਬੜੀ ਜਗ੍ਹਾ ਸੁਣਾਇਆ। ਤੇ ਦੂਸਰਾ ਪਹਿਲਾ ਦਿਨ ਸੀ ਸ਼ਾਇਦ, ਫਸਟ ਡੇ ਕੈਨੇਡਾ ਸੀ ਤੇ ਅਸੀਂ 49 ਤੇ ਜਿਹੜੀ ਚੱਲਦੀ ਉਸ ਤੋਂ ਬਾਅਦ ਤੇ ਮੈਂ ਟਿਕਟ ਲੈ ਕੇ ਤੇ ਸੋਚਿਆ ਵੀ ਚਲੋ ਗੇੜਾ ਮਾਰ ਕੇ ਆਉਂਦੇ ਆ। ਤੇ ਆਪਾਂ ਵੱਧ ਤੋਂ ਵੱਧ ਇਹੋ ਜਿਹੀਆਂ ਬੱਸਾਂ ਤੇ ਚੜੇ ਸੀ ਦਿੱਲੀ ਜਾ ਕੇ, ਜਿੱਥੇ ਸਾਨੂੰ ਪਤਾ ਸੀ ਕਿ ਫਰੰਟ ਤੋਂ ਚੜ੍ਹਨਾ ਪਿੱਛੋਂ ਨਿਕਲਣਾ। ਹਾਂਜੀ। ਤੇ ਪਹਿਲਾ ਹੀ ਇੰਸੀਡੈਂਟ ਸੀ ਕਿਸੇ ਕੈਨੇਡੀਅਨ ਦੇ ਨਾਲ, ਪਹਿਲਾ ਹੀ ਵਾਰੀ ਵਾਹ ਪੈ ਗਈ, ਉਹਦਾ ਡਰਾਈਵਰ ਗੋਰਾ, ਤੇ ਉਹ ਮੈਨੂੰ ਪੈ ਗਿਆ। ਮੈਨੂੰ ਸਮਝ ਨਹੀਂ ਲੱਗੀ ਕਿ ਮੈਂ ਕਿਉਂ, ਮਤਲਬ ਮੈਂ ਗਲਤ ਕੀ ਕਰ ਰਿਹਾ, ਮੈਨੂੰ ਸਮਝ ਨਾ ਲੱਗੀ। ਉਹਨੂੰ ਵਿਚਾਰ ਨੂੰ ਕੀ ਪਤਾ ਸੀ ਕਿ ਪਹਿਲੇ ਦੇ ਉੱਤਰ ਏਅਰਪੋਰਟ ਤੋਂ 2 ਘੰਟੇ ਬਾਅਦ ਬੱਸ ਤੇ ਚੜ੍ਹ ਆ ਗਿਆ ਬੰਦਾ ਵਿਚਾਰਾ। ਹਾਂਜੀ, ਠੀਕ ਹੈ। ਮੈਂ ਆਪਣਾ ਦਿਮਾਗ ਲਿਆ, ਫਿਰ ਮੈਂ ਥੱਲੇ ਉਤਰ ਗਿਆ। ਫਿਰ ਮੈਂ ਸੋਚਿਆ ਵੀ ਚੜ੍ਹਨਾ ਤੇ ਅੱਗੋਂ ਦੀ ਆ, ਜੋ ਪੜ੍ਹਿਆ ਸੀ ਆਨਲਾਈਨ। ਤੇ ਫਿਰ ਮੈਂ ਦੁਬਾਰਾ ਚੜਿਆ ਤੇ ਉਹ ਉੱਠ ਕੇ ਖਲੋ ਗਿਆ ਤੇ ਉਹਨੇ ਮੈਨੂੰ ਵਾਹਵਾ ਸ਼ਾਊਟ ਕੀਤਾ। ਉਦੋਂ ਮੈਨੂੰ ਅੰਗਰੇਜ਼ੀ ਦੀ ਸਮਝ ਵੀ ਨਹੀਂ ਆਉਂਦੀ ਹੁੰਦੀ ਸੀ ਤੇ ਕਿਸੇ ਘੱਟ ਸੁਣਦੀ ਸੀ। ਤੇ ਉਹ ਮੈਨੂੰ ਅੱਧੀ ਕੁ ਗੱਲਾਂ ਸੁਣੀਆਂ, ਪਰ ਮੈਨੂੰ ਲੱਗਾ ਮੈਂ ਕੁਝ ਗਲਤ ਕਰ ਰਿਹਾ। ਮੈਂ ਡਰ ਕੇ ਪਿੱਛੇ ਖਲੋ ਗਿਆ। ਬਾਅਦ 'ਚ ਕੀ ਹੋਇਆ ਕਿ ਉਹਨੇ ਲੋਅਰ ਕੀਤਾ, ਉਹਨੂੰ ਜਿਹੜੀ ਹੁੰਦੀ ਹੈ ਲਿਫਟ ਜੀ, ਤੇ ਕੋਈ ਹੈਂਡੀਕੈਪ ਸੀ ਅੱਗੇ, ਹਨਾ। ਉਹਨੂੰ ਉਹਨੇ ਉਦੋਂ ਫਰੰਟ ਤੋਂ ਲਾਉਣਾ ਸੀ। ਹੁਣ ਇਸ ਗੱਲ ਦੀ ਮੈਨੂੰ ਸਮਝ ਨਹੀਂ ਹੈਗੀ ਸੀ। ਉਹ ਮੈਨੂੰ ਏਦਾਂ ਕੀ ਕਰ ਰਿਹਾ ਸੀ ਕਿ ਜਿੱਦਾਂ ਸ਼ਾਇਦ ਮੈਂ ਰੋਜ਼ ਚੜ੍ਹਦਾ, ਤੈਨੂੰ ਪਤਾ ਨਹੀਂ ਹੈ। ਮੈਨੂੰ ਇਹ ਸੁਪਨੇ ਖਿਆਬਾਂ 'ਚ ਨਹੀਂ ਅੱਗੋਂ ਦੀ ਉਤਰਦਾ ਵੀ ਹੈਗਾ। ਤੇ ਉਹ ਮੈਂ ਤੁਹਾਨੂੰ ਤਾਂ ਸੁਣਨਾ ਚਾਹੁੰਦਾ ਸੀ ਕਿ ਕਈ ਵਾਰੀ ਬੰਦਾ ਵਿਚਾਰਾ ਮੇਰੇ ਵਰਗਾ ਗਰੀਬ ਕਈ ਵਾਰੀ ਪਹਿਲੀ ਵਾਰੀ ਆਇਆ ਹੁੰਦਾ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਬੱਸ ਤੇ ਚੜ੍ਹਨਾ ਕਿੱਦਾਂ ਵਾ, ਜਾਂ ਡਾਇਰੈਕਸ਼ਨ ਦਾ ਬੜਾ ਭੁਲੇਖਾ ਪੈ ਜਾਂਦਾ। ਸਾਊਥ ਬਾਉਂਡ ਤੇ ਈਸਟ ਬਾਉਂਡ, ਬੰਦਾ ਦੂਜੇ ਬੰਨੇ ਖੜਾ ਰਹਿ ਜਾਂਦਾ ਤੇ ਬੱਸ ਦੂਜੇ ਬੰਨੇ ਨਿਕਲ ਜਾਂਦੀ ਆ। ਇਹ ਵੀ ਸਿਚੁਏਸ਼ਨ ਹੁੰਦੀ ਹੈ ਕਈ ਵਾਰੀ, ਕੋਈ ਆਪਣਾ ਲਾਸਟ ਰਨ ਹੁੰਦਾ, ਸਾਰੇ ਦਿਨ ਦੀ ਫਰਸਟ੍ਰੇਸ਼ਨ ਹੋਈ ਹੁੰਦੀ ਹੈ, ਟਾਇਰਡ ਹੋਇਆ ਹੁੰਦਾ, ਤੇ ਬੰਦਾ ਉਹ ਟੋਟਲੀ ਅੰਡਰਸਟੈਂਡ ਤੁਹਾਡੀ ਸਿਚੁਏਸ਼ਨ ਕੀ ਸੀ, ਹਨਾ। ਤੇ ਮੋਸਟਲੀ ਆਪਾਂ ਹੁਣ ਜਿਵੇਂ ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਅਸੀਂ ਸਮਝ ਜਾਂਦੇ ਆ, ਦੇਖ ਕੇ ਵੀ ਫੇਸ ਪਤਾ ਲੱਗ ਹੀ ਜਾਂਦਾ, ਹਨਾ। ਹੁਣ ਇੰਨੇ ਸਾਲ ਹੋ ਗਏ ਵੀ ਜਿਹੜਾ ਨਵਾਂ ਅੱਗੇ ਬੱਚੇ, ਮੈਨੂੰ ਕਈ ਸਟੂਡੈਂਟ ਪੁੱਛਦੇ ਹੁੰਦੇ ਆ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਸੀ ਨਵੇਂ ਆਏ ਆ। ਮੈਂ ਕਿਹਾ ਤੁਹਾਡੀ ਚਾਲ ਦੇਖ ਕੇ ਦੱਸ ਦਿੰਦੇ। ਪਰ ਪੰਜਾਬੀਆਂ ਨੂੰ ਕਈ ਵਾਰੀ ਇਹ ਨਹੀਂ ਪਤਾ ਲੱਗਦਾ, ਆਪਣੇ ਆਪ ਉਹਨਾਂ ਨੂੰ ਸਮਝ ਨਹੀਂ ਆਉਂਦੀ। ਠੀਕ ਆ, ਕੁਝ ਥਾਵਾਂ ਦੇ ਉੱਤੇ ਹੁੰਦਾ ਕਿ ਸਾਨੂੰ ਉਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ, ਪਹਿਲੀ ਵਾਰੀ ਆ, ਪਰ ਸਾਨੂੰ ਆਪਣੇ ਆਪ ਅਸੀਂ ਅੰਦਾਜ਼ਾ ਨਹੀਂ ਲਾਉਂਦੇ। ਪਹਿਲਾਂ ਆਪਾਂ ਰੂਲਸ ਨੂੰ ਫੋਲੋ ਕਰਨ ਦੀ ਕੋਸ਼ਿਸ਼ ਛੇਤੀ ਕਰਦੇ ਨਹੀਂ। ਬਿਲਕੁਲ ਸਹੀ। ਹਾਂਜੀ, ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਵਧੀਆ ਹੈ। ਸ਼ੁਕਰੀਆ ਜੀ। ਸੋ ਰੁਪਿੰਦਰ, ਇਹੋ ਜਿਹੀਆਂ ਘਟਨਾਵਾਂ ਵੀ ਸਾਰਿਆਂ ਦੇ ਨਾਲ ਵਾਪਰਦੀਆਂ ਰਹੀਆਂ। ਸੋ ਹਰ ਕਿੱਤੇ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਰਹਿੰਦਾ ਹੈ। ਤੇ ਬੜਾ ਜਿਵੇਂ ਕਹਦੀਏ ਮਿੱਠੀਆਂ ਤੇ ਕੌੜੀਆਂ ਜ਼ਿਆਦਾ ਐਂਡ ਆਫ ਦਾ ਡੇ ਲੈ ਕੇ ਆਉਂਦੇ ਆ। ਕਈ ਵਾਰੀ ਬੜਾ ਵਧੀਆ ਲੱਗਦਾ ਕਿ ਬੜਾ ਅਪਰੀਸ਼ੀਏਟ ਕਰਦੇ ਨੇ। ਜਿਵੇਂ ਹੁਣ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਕਈ ਤਾਂ ਬੜੇ ਆ ਕੇ ਕਹਿੰਦੇ ਨੇ ਵੀ ਤੁਸੀਂ ਵੀ ਫਰੰਟ ਲਾਈਨ ਵਰਕਰਸ ਨੂੰ, ਸਾਡੇ ਕੋਲੇ ਕੋਈ ਸਾਧਨ ਨਹੀਂ, ਸਾਡੇ ਕੋਲ ਲਾਇਸੈਂਸ ਨਹੀਂ, ਕਾਰ ਨਹੀਂ, ਅਸੀਂ ਕੰਮ ਤੇ ਪਹੁੰਚਦੇ ਹਾਂ ਬਿਕੋਜ਼ ਆਫ ਯੂ ਗਾਇਜ਼, ਹੈ ਨਾ। ਤੁਸੀਂ ਕਮਿਟ ਕੀਤਾ ਆਪਦੇ ਆਪ ਨੂੰ ਕੰਮ ਤੇ ਆਉਣਾ, ਤੇ ਇਹ ਬੱਸ ਸਰਵਿਸ ਵੀ ਤਾਂ ਚੱਲੂਗੀ ਜੇ ਤੁਸੀਂ ਲੋਕ ਇੱਥੇ ਹਾਜ਼ਰ ਹੋਵੋਗੇ। ਤੁਸੀਂ ਚਲਾਉਂਦੇ ਹੋ ਆਪਦੇ ਆਪ ਨੂੰ ਰਿਸਕ ਦੇ ਵਿੱਚ ਰੱਖ ਕੇ, ਬੱਚਿਆਂ ਨੂੰ ਘਰੇ ਛੱਡ ਕੇ, ਤੇ ਸਾਡੇ ਲਈ ਤੁਸੀਂ ਫਰੰਟ ਲਾਈਨ ਵਰਕਰ। ਬੜਾ ਵਧੀਆ ਲੱਗਦਾ ਉਹਨਾਂ ਦੇ 2 ਸ਼ਬਦ ਕਹਿਣ ਦੇ ਨਾਲ ਹੀ, ਜਿਵੇਂ ਆਇੰਦਾ ਵੀ ਹਾਂ ਅਹਿਸਾਸ ਹੁੰਦਾ ਵੀ ਤੁਹਾਡਾ ਦਿਨ ਬਣ ਜਾਂਦਾ, ਮਨ ਖੁਸ਼ ਹੋ ਜਾਂਦਾ। ਸੋ ਰੁਪਿੰਦਰ, ਜਿਵੇਂ ਇਹਨਾਂ ਨੇ ਸਾਡੇ ਦਰਸ਼ਕ ਕਰਮਵੀਰ ਹੋਰਾਂ ਨੇ, ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਇੱਕ ਕਾਲ ਸ਼ਾਇਦ ਸਾਰਿਆਂ ਨੂੰ ਆਪਣੀਆਂ ਕੁਝ ਗੱਲਾਂ ਤੇ ਕੁਝ ਯਾਦਾਂ ਸਾਰੇ ਆਪਣੀਆਂ ਸਾਂਝੀਆਂ ਕਰਨ, ਇੱਕ ਕਾਲ ਹੋਰ ਪ੍ਰੋਗਰਾਮ ਦੇ ਵਿੱਚ।
ਹੈਲੋ ਨਗਾਰਾ ਟੀਵੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੈਨ ਖਾਲਮ ਬੋਲ ਰਿਹਾ ਜੀ। ਕਾਲਮ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ ਦੇ ਵਿੱਚ। ਅਹ ਅੱਜ ਸਾਨੂੰ ਧੰਨਵਾਦ ਜੀ। ਪ੍ਰੋਗਰਾਮ ਖਤਮ ਨਹੀਂ ਮੈਂ ਕਰਨ ਜੀ ਦੇ ਰਹੇ। ਮੈਂ ਹੁਣੀ ਕਾਲਰ ਆਏ ਸੀ, ਉਹਨਾਂ ਦੀ ਮੈਂ ਕਾਲ ਸੁਣ ਰਿਹਾ ਸੀ ਜੀ। ਹਾਂਜੀ ਗੱਲ ਪੰਜਾਬੀਆਂ ਦੀ। ਮੈਂ ਵੀ ਇਹ ਟੌਪਿਕ ਦੇ ਉੱਤੇ ਥੋੜਾ ਜਿਹਾ ਜ਼ਰੂਰ ਜਾਣਨਾ ਚਾਹਾਂਗਾ। ਹਾਂਜੀ ਇੱਥੇ ਮੈਂ ਜੋ ਚੀਜ਼ ਮਹਿਸੂਸ ਕੀਤੀ ਹੈ ਕਿ ਜੋ ਇੱਥੇ ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜਾ ਟੈਂਪਰਾਮੈਂਟ ਪੰਜਾਬੀਆਂ ਦਾ ਹੋ ਗਿਆ ਵਾ, ਇਸ ਵੇਲੇ ਮਹਿਸੂਸ ਹੋ ਰਿਹਾ ਵਾ। ਅੱਗੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ, ਤੁਸੀਂ ਜ਼ਰੂਰ ਇਹਦੇ ਵਿੱਚ ਯੋਗਦਾਨ ਪਾਓਗੇ ਦੱਸਣ ਵਿੱਚ ਵੀ ਉਹ ਕਿੰਨਾ ਕੁ ਸੱਚਾ। ਪੰਜਾਬੀ ਨੂੰ ਵੇਖ ਕੇ ਪਹਿਲੀ ਗੱਲ ਖੁਸ਼ੀ ਨਹੀਂ, ਕਿਸੇ ਦੀ ਤਰੱਕੀ ਵੇਖ ਕੇ ਕੋਈ ਪੰਜਾਬੀ ਇੱਕ ਦੂਜੇ ਦੇ ਨਾਲ ਹੀ ਜੈਲਸੀ ਕਰੀ ਜਾ ਰਹੇ ਨੇ। ਸਟੂਡੈਂਟ ਨੂੰ ਇੰਨਾ ਮਾੜਾ ਕਹਿ ਰਹੇ ਨੇ ਕਿ ਜਿਸ ਦੀ ਕੋਈ ਹੱਦ ਹੀ ਨਹੀਂ। ਸਟੂਡੈਂਟ ਦੀ ਬਗੈਰ ਕਿਸੇ ਗੱਲ ਤੋਂ ਆਲੋਚਨਾ ਜਿਹੜੀ ਉਹ ਹੋਈ ਜਾ ਰਹੀ ਹੈ। ਕਈ ਸੋਫੇ ਚੁੱਕ ਕੇ ਸਿਰਾਂ ਦੇ ਉੱਤੇ ਚੌਂਕਾਂ ਦੇ ਵਿੱਚ ਤੁਰੇ ਫਿਰਦੇ ਨੇ, ਕਈ ਡੱਬੀਆਂ ਵਾਲੇ ਪਰਨੇ ਬੰਨ੍ਹ ਕੇ ਤੁਰੇ ਫਿਰਦੇ ਨੇ ਚੌਂਕਾਂ ਦੇ ਵਿੱਚ। ਮਤਲਬ ਮੇਰੀ ਸਮਝੋ ਇਹ ਚੀਜ਼ ਬਾਹਰ ਆ ਕਿ ਸਾਡੇ ਅਜੋਕੇ ਜਿਹੜੇ ਇੱਥੇ ਸਰੀ ਦੇ ਵਿੱਚ ਪੰਜਾਬੀ ਨੇ, ਇਹਨਾਂ ਦੀ ਮਾਨਸਿਕਤਾ ਕਿੱਧਰਲੇ ਪਾਸੇ ਵੱਲ ਤੁਰੀ ਜਾ ਰਹੀ ਹੈ ਜੀ। ਕਾਲੂ ਸਾਹਿਬ, ਅਸੀਂ ਪ੍ਰੋਗਰਾਮ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਖਤਮ ਕਰਨਾ ਚਾਹੁੰਦੇ ਸੀ ਤੇ ਤੁਸੀਂ ਵਿੱਚ ਲਿਆ ਕੇ ਤਿੱਖੀਆਂ ਹੁਣ ਜੜਤੀਆਂ ਤੇ ਹੁਣ ਕੁਛ ਨਾ ਕੁਛ ਟਾਈਮ ਸਾਨੂੰ ਹੋਰ ਇਹਦੇ ਵਾਸਤੇ ਲਾਉਣਾ ਪੈਣਾ। ਸੋ ਕੀ ਕਹਿਣਾ ਚਾਹੋਗੇ ਪੰਜਾਬੀਆਂ ਦੀ ਜਿਹੜੀ ਉਹੀ ਗੱਲ ਵੀ ਸਾਡਾ ਜਿਹੜਾ ਅਸੀਂ ਦੇਸ਼ ਛੱਡੇ ਆਉਂਦੇ ਆ ਪਰ ਦੂਸਰੀ ਜਗ੍ਹਾ ਤੇ ਜਾ ਕੇ ਵੀ ਸੋਚ ਨਹੀਂ ਬਦਲਦੀ। ਹਾਂਜੀ, ਇਹ ਬੜੇ ਦੁੱਖ ਦੀ ਗੱਲ ਆ ਜਿਹੜੇ ਆਪਾਂ ਘਟੀਆ ਮਾਨਸਿਕਤਾ ਰੱਖਦੇ ਆ। ਆਪਾਂ ਬੜੇ ਦੇਸ਼ ਨੇ ਕੋਈ ਘੋਲ ਕੇ ਨਹੀਂ ਪਾ ਦੇਣਾ ਹੁੰਦਾ, ਉਹ ਆਪਣੀ ਸੋਚ ਚੇਂਜ ਕਰਨੀ ਪੈਂਦੀ ਹੈ। ਇਹ ਨਹੀਂ ਦਿੱਲੀ 에ਅਰਪੋਰਟ ਤੋਂ ਆ ਗਏ ਪਲੇਨ 'ਚ ਬੈਠ ਕੇ ਤੇ ਆਪਣੇ ਆਪ ਹੀ ਅਸੀਂ ਮਾਡਰਨ ਹੋ ਜਾਣਾ। ਨਹੀਂ, ਆਪਣੇ ਉੱਥੇ ਰਹਿ ਕੇ ਵੀ ਆਪਾਂ ਉੱਚੇ ਵਿਚਾਰਾਂ ਵਾਲੇ ਹੋ ਸਕਦੇ ਆ। ਬਹੁਤ ਘੱਟ ਲੋਕ ਨੇ ਜਿਹੜੇ ਐਵੇਂ ਦੇ ਨੇ। ਬਾਕੀ ਬੱਚੇ ਵੀ ਨੇ ਜਾਂ ਜੋ ਕੋਈ ਵੀ ਸਟੂਡੈਂਟਸ ਨੇ, ਅਸੀਂ ਸਾਡਾ ਬਹੁਤ ਚਿਰ ਤੋਂ ਵਾਹ ਪੈਂਦਾ, ਕਿੰਨੇ ਸਾਲਾਂ ਤੋਂ ਪਹਿਲਾਂ ਆਉਂਦੇ ਸੀ ਬੱਚੇ ਡਿਗਰੀ ਕਰਕੇ ਆਉਂਦੇ ਸੀਗੇ, ਆਪਦੇ ਪੁਆਇੰਟਸ ਤੇ ਬੇਸ ਤੇ ਆਉਂਦੇ ਸੀ। ਹੁਣ ਅੱਜ ਕੱਲ ਤਾਂ ਗ੍ਰੇਡ 12 ਤੋਂ ਬਾਅਦ ਆਈ ਜਾਂਦੇ ਆ। ਬੜੀ ਮਿਹਨਤ ਕਰਦੇ ਨੇ ਕਈ ਕਰਨ ਵਾਲੇ, ਡਬਲ ਜੌਬਾਂ ਕਰਦੇ ਨੇ, ਉਹਨਾਂ ਨੂੰ ਫਿਕਰ ਹੁੰਦਾ। ਬਹੁਤ ਥੋੜੇ ਨੇ, ਉਹ ਵੀ ਚੰਦ ਗਿਣਤੀ ਦੇ ਹੋਣਗੇ ਜਿਹੜੇ ਨਹੀਂ ਫੋਲੋ ਕਰਦੇ ਜਾਂ ਮਜ਼ਾਕ ਸਮਝਦੇ ਨੇ, ਜਾਂ ਜਿਵੇਂ ਕਹਿ ਦਈਏ ਹਰੇਕ ਚੀਜ਼ ਜਿਹੜੀ ਸੌਖੀ ਮਿਲ ਜਾਂਦੀ ਹੈ ਉਹਦੀ ਕਦਰ ਬਹੁਤ ਘੱਟ ਹੁੰਦੀ ਆ। ਉਹਨਾਂ ਨੂੰ ਕੈਨੇਡਾ ਬਹੁਤ ਥੋੜਾ ਜਿਹਾ ਸੌਖਾ ਮਿਲਿਆ ਹੋਇਆ। ਰੁਪਿੰਦਰ, ਮੈਂ ਤੁਹਾਨੂੰ ਟੋਕ ਰਹੀ ਹਾਂ, ਮੈਨੂੰ ਇਹ ਲੱਗ ਰਿਹਾ ਕਿ ਕਾਲੂ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਨਾ, ਤੁਸੀਂ ਥੋੜਾ ਜਿਹਾ ਚੰਦ ਗਿਣਤੀ ਤੁਸੀਂ ਘੱਟ ਗਿਆ। ਮੈਨੂੰ ਲੱਗਦਾ ਤੁਸੀਂ ਉਲਟੇ ਪਾਸੇ ਕਹਿ ਲਓ। ਕੋਈ ਗੱਲ ਨਹੀਂ, ਹੁਣ ਤਿੱਖੀਆਂ ਗੱਲਾਂ ਆ ਗਈਆਂ ਤਾਂ ਹੁਣ ਕਰ ਲਓ ਕਿ ਪੰਜਾਬੀਆਂ ਦੇ ਵਿੱਚ ਜੀ ਬਿਲਕੁਲ ਇਹ ਤੁਸੀਂ ਆ ਬਿਲਕੁਲ ਰਾਈਟ। ਮੈਂ ਬਿਲਕੁਲ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ। ਰੀਸੈਂਟ ਜਿਹੜੇ ਬਹੁਤ ਸਾਰੇ ਨਾ ਸਟੂਡੈਂਟਸ ਦੇ ਕਵਲਜੀਤ ਜੀ ਮੈਨੂੰ ਫੋਨ ਆਉਂਦੇ ਨੇ, ਕਈ ਵਾਰੀ ਉਹਨਾਂ ਦੇ ਨਾਲ ਗੱਲ ਵੀ ਹੁੰਦੀ ਹੈ। ਈਵਨ ਜਿਹੜੇ ਓਨਰ ਨੇ ਉਹਨਾਂ ਨੂੰ ਪਤਾ ਹੈ ਕਿ ਲਾਕਡਾਊਨ ਕਰਕੇ ਇਹਨਾਂ ਦੀ ਪੋਜੀਸ਼ਨ ਜਿਹੜੀ ਆ, ਜਿਹੜੇ ਵਿਚਾਰੇ ਨਵੇਂ ਆਏ ਇਹਨਾਂ ਦੀ ਜਿਹੜੀ ਪੋਜੀਸ਼ਨ ਆ ਬਹੁਤ ਇਸ ਵੇਲੇ ਕਹਿ ਸਕਦੇ ਆ ਮਾੜੀ ਆ। ਕਿ ਉਹ ਕਈ ਚੀਜ਼ਾਂ ਉਹਨਾਂ ਨੂੰ ਘਰ ਦੇ ਖਰਚੇ ਵੀ ਚਲਾਉਣੇ ਪੈ ਰਹੇ ਆ, ਰੈਂਟ ਵੀ ਦੇ ਰਹੇ ਆ, ਜੌਬ ਉਹਨਾਂ ਦੇ ਕੋਲ ਨਹੀਂ, ਪਰੰਤੂ ਉਹਨਾਂ ਦੇ ਗਲ ਵਿੱਚ ਗੂਠਾ ਦੇ ਕੇ ਇੱਕ ਦਿਨ ਪਹਿਲਾਂ ਕਹਿ ਦਿੱਤਾ ਜਾਂਦਾ ਵਾ ਕਿ ਆਪਣਾ ਰੈਂਟ ਜਿਹੜਾ ਇਸ ਤਰੀਕ ਨੂੰ ਦੇ ਦਿਓ, ਨਹੀਂ ਤੇ ਸਾਡੀ ਬੇਸਮੈਂਟ ਖਾਲੀ ਕਰੋ। ਮਤਲਬ ਇਦਾਂ ਦੀਆਂ ਗੱਲਾਂ ਜਦੋਂ ਸਾਡੇ ਆਪਣੇ ਪੰਜਾਬੀ ਕਰਦੇ ਨੇ, ਪਤਾ ਵਾ ਕਿ ਏਡੀ ਵੱਡੀ ਜਿਹੜੀ ਮੁਸੀਬਤ ਆ ਪੂਰੀ ਦੁਨੀਆ ਦੇ ਉੱਤੇ, ਕਮ ਸੇ ਕਮ ਹੁਣ ਤਾਂ ਸਾਥ ਦੇਣ ਜੇ ਪਹਿਲਾਂ ਨਹੀਂ ਦਿੰਦੇ ਰਹੇ। ਬਿਲਕੁਲ ਕਾਲੂ ਸਾਹਿਬ, ਗੱਲ ਇਹ ਹੈ ਕਿ ਇਹ ਇੱਕ ਮੈਨੂੰ ਲੱਗਦਾ ਇੱਕ ਵੱਖਰੇ ਵਿਸ਼ਾ ਹੈਗਾ ਆ, ਬਹੁਤ ਲੰਬਾ ਚੌੜਾ ਆਪਾਂ ਗੱਲ ਕਰ ਸਕਦੇ ਹਾਂ। ਠੀਕ ਆ, ਤੁਹਾਨੂੰ ਵੀ ਇਹੋ ਜਿਹੇ ਜਿਹੜੇ ਪੈਸੰਜਰ ਨੇ, ਜਿਹੜੇ ਯਾਤਰੀ ਨੇ, ਇਹੋ ਜਿਹੇ ਮਿਲਦੇ ਹੋਣਗੇ, ਤੁਹਾਨੂੰ ਵੀ ਉਹ ਫਰਕ ਜ਼ਰੂਰ ਲੱਗਦਾ ਹੋਣਾ ਦੂਸਰੀ ਕਮਿਊਨਿਟੀਜ਼ ਦੇ ਵਿੱਚ ਤੇ ਪੰਜਾਬੀ ਕਮਿਊਨਿਟੀਜ਼ ਦੇ ਵਿੱਚ, ਹੈ ਨਾ। ਜਿਵੇਂ ਥੈਂਕ ਯੂ ਕਹਿਣ ਦਾ ਹੀ, ਇੱਕ ਵਾਰੀ ਮੈਨੂੰ ਇੱਕ ਗੋਰੀ ਮਿਲੀ ਸੀ, ਉਹਨੇ ਵਾਲਮਾਰਟ ਦੇ ਵਿੱਚ ਉਹਨੇ ਕਿਸੇ ਦੇ ਸਾਹਮਣੇ ਅੱਗੇ ਕਾਰਟ ਪਈ ਸੀ, ਸ਼ਾਪਿੰਗ ਕਾਰਟ, ਤੇ ਕੋਈ ਲੰਘ ਰਿਹਾ ਸੀ, ਆਪਣੀ ਪੰਜਾਬਣ ਨੇ ਲੰਘਣਾ ਸੀ ਤੇ ਉਹਨੇ ਰਾਹ ਬਣਾਤਾ, ਸ਼ਾਪਿੰਗ ਕਾਰਟ ਪਾਸੇ ਕਰ ਦਿੱਤੀ ਤੇ ਆਪਣੀ ਪੰਜਾਬਣ ਆਰਾਮ ਨਾਲ ਆਪਦਾ ਰਸਤਾ ਬਣਿਆ, ਉਹ ਨਿਕਲ ਗਈ। ਤੇ ਉਹਨੇ ਗੋਰੀ ਨੇ ਮੈਨੂੰ 5 ਵਾਰੀ ਇਹ ਗੱਲ ਕਹੀ, ਕਹਿੰਦੀ ਮੈਂ ਇਹਦੀ ਸ਼ਾਪਿੰਗ ਕਾਰਟ ਪਾਸੇ ਕੀਤੀ ਸੀ, ਉਹਨੇ ਮੈਨੂੰ ਥੈਂਕ ਯੂ ਨਹੀਂ ਕਿਹਾ। ਸੋ ਉਹ ਚੀਜ਼ਾਂ ਸਾਡੇ ਥੋੜੀਆਂ ਇਹ ਇੱਕ ਦੋ ਸ਼ਬਦ ਹੁੰਦੇ ਆ ਤੇ ਇੱਕ ਹਰਟਸੀ ਵਰਡਸ ਨੇ, ਹਨਾ। ਤੇ ਆਪਾਂ ਜਿਵੇਂ ਕਹਿ ਦਈਏ ਕਿਸੇ ਦੀ ਇੱਜ਼ਤ ਕਰਾਂਗੇ ਤਾਂ ਇੱਜ਼ਤ ਪਾਵਾਂਗੇ, ਤੇ ਉਹੀ ਗੱਲ ਹੁੰਦੀ ਹੈ ਥੈਂਕ ਯੂ, ਸ਼ੁਕਰੀਆ। ਇਹ ਇਹਨਾਂ ਮੁਲਕਾਂ 'ਚ ਇਹ ਮੇਨ ਸ਼ਬਦ ਨੇ, ਹਨਾ। ਕੋਸ਼ਿਸ਼ ਕਰੀਦੀ ਆ, ਜਿਵੇਂ ਹੈਲਪ ਵੀ ਕਰੀਦੀ ਆ, ਪਰ ਬੱਚਿਆਂ ਨੂੰ ਜੇ ਸਟੂਡੈਂਟਸ ਨੇ ਕੁਝ ਵੀ ਮਿਲਦੇ ਆ ਤੇ ਉਹਨਾਂ ਨੂੰ ਸਮਝਾਈਦਾ ਵੀ ਆ ਵੀ ਇਸ ਮੁਲਕ 'ਚ ਆਪਾਂ ਪਛਾਣ ਆਪਦੀ ਚੰਗੇ ਬੰਦੇ ਬਣ ਕੇ ਬਣਾਉਣੀ ਆ, ਕੋਈ ਗਲਤ ਕੰਮ ਕਰਕੇ ਨਹੀਂ। ਜੀ ਬਹੁਤ ਸ਼ੁਕਰੀਆ ਕਾਲੂ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਥੈਂਕ ਯੂ ਜੀ, ਥੈਂਕ ਯੂ। ਜੇ ਨਗਾਰਾ ਟੀਵੀ ਨੂੰ ਸਾਨੂੰ ਇਸੇ ਤਰ੍ਹਾਂ ਦੇ ਹੁੰਗਾਰੇ ਦੀ ਲੋੜ ਆ, ਇਸੇ ਤਰ੍ਹਾਂ ਹੀ ਤੁਹਾਡਾ ਜਿਹੜਾ ਹੁੰਗਾਰਾ ਆ ਉਹ ਸਾਡਾ ਹੌਸਲਾ ਆ, ਸਾਡੀ ਪ੍ਰੇਰਨਾ ਆ। ਨਗਾਰਾ ਟੀਵੀ ਦੀ ਇਸੇ ਤਰ੍ਹਾਂ ਹੀ ਤੁਸੀਂ ਹੌਸਲਾ ਅਫਜ਼ਾਈ ਕਰਦੇ ਰਹੋਗੇ ਤਾਂ ਅਸੀਂ ਵਚਨਬੱਧ ਹਾਂ ਤੁਹਾਡੇ ਲਈ ਇਹੋ ਜਿਹੇ ਖੂਬਸੂਰਤ ਪ੍ਰੋਗਰਾਮ ਲੈ ਕੇ ਆਉਣ ਦੇ ਲਈ, ਨਵੀਂ ਜਾਣਕਾਰੀ ਲੈ ਕੇ ਆਉਣ ਦੇ ਲਈ, ਨਵੇਂ ਵੱਖੋ ਵੱਖਰੇ ਵਿਸ਼ੇ ਲੈ ਕੇ ਆਉਣ ਦੇ ਲਈ, ਤੇ ਜੇ ਉਹ ਚਲੰਤ ਮਾਮਲੇ ਨੇ ਉਹਨਾਂ ਦੇ ਵਿੱਚ ਸੱਚੀ, ਸਹੀ ਤੇ ਪੁਖਤਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ।
ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸ਼ਾਮਲ ਹੋਣ ਦੇ ਲਈ ਬਹੁਤ-ਬਹੁਤ ਸ਼ੁਕਰੀਆ। ਰੁਪਿੰਦਰ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਇਜਾਜ਼ਤ ਸੋ ਦਿਓ। ਮਚ। ਤੁਸੀਂ ਮੈਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕੀਤਾ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਥੈਂਕ ਯੂ।